ਮੈਨੂੰ co-host जरूर बना लेना जी। वाहिगुरु जी का खालसा वाहिगुरु जी की फतेह। परम सन्मानयोग गुरु प्यारे गुरु सवारे सत्संगियो, आप सारिਆਂ ਨੂੰ सिख मिशनरी कॉलेज ਵੱਲੋਂ चल रही इस गुरमत क्लास ਵਿੱਚ जी आया। मंगलवार ਅਸੀਂ ਭੱਟਾਂ ਦੇ ਸਵਈਆਂ ਦੀ ਸੰਥਿਆ, ਗੁਰਬਾਣੀ व्याकरण ਦੇ ਨਿਯਮ, ਉਚਾਰਨ, अर्थ बोध ਇਹ ਵਿਸ਼ਾ ਕਰਦੇ ਹਾਂ। बहुत ही अहम विषय है गुरबाणी ਨੂੰ ਸਮਝਣ ਲਈ ਉਹਦੇ ਨਿਯਮਾਂ ਦਾ ਪਤਾ ਹੋਣਾ। ਖਾਸ ਕਰਕੇ ਗੁਰਬਾਣੀ ਅਰਥ ਬੋਧ ਕਰਨ ਦੇ ਲਈ ਬੇਸਿਕ ਨਿਯਮ ਜੇ ਸਾਨੂੰ ਹੋਣਗੇ, ਯਾਦ ਰਹਿਣਗੇ, ਤਾਂ ਫਿਰ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਕਦੇ ਗਲਤ ਨਹੀਂ ਕਰਾਂਗੇ। ਬੇਸਿਕ ਸਮਝਣ ਦੀ ਸਿਰਫ ਇੰਨੀ ਕੁ ਲੋੜ ਹੈ। ਕਿਉਂ ਲੋੜ ਹੈ ਗੁਰਬਾਣੀ ਦੇ ਲੱਗੀਆਂ ਹੋਈਆਂ ਮਾਤਰਾ ਨੂੰ ਸਮਝਣ ਲਈ? ਸਿਰਫ ਇਸ ਵਾਸਤੇ ਕਿ ਅਸੀਂ ਗੁਰਬਾਣੀ ਦਾ ਅਰਥ ਕਰਨ ਲੱਗੇ ਹਾਂ ਫਿਰ ਗਲਤੀ ਨਹੀਂ ਖਾਵਾਂਗੇ, ਸਾਨੂੰ ਕੋਈ ਵੀ ਭਰਮਾ ਕੇ ਆਪਣੇ ਪਿੱਛੇ ਨਹੀਂ ਲਾ ਸਕਦੇ। ਇਹ ਸਵਈਏ ਮਹੱਲੇ ਚੌਥੇ ਕੇ ਦੀ ਵਿਚਾਰ ਅਸੀਂ ਕਰ ਰਹੇ ਹਾਂ। ਭੱਟ ਨਲ ਜੀ ਦੇ ਸਵਈਏ 8 ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ 9ਵੇਂ ਸਵਈਏ ਤੋਂ ਵਿਚਾਰ ਆਰੰਭ ਹੋਣੀ ਹੈ। ਗੁਰੂ ਗੁਰੂ ਗੁਰ ਕਰ ਮਨ ਮੇਰੇ। ਇਹ ਵਿਚਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਬੇਸਿਕਲੀ ਜੋ ਲੁਧਿਆਣੇ ਤੋਂ ਹਨ, ਅੱਜ ਕੱਲ੍ਹ ਯੂਰਪ ਦੇ ਵਿੱਚ ਧਰਮ ਪ੍ਰਚਾਰ ਲਈ ਆਏ ਹੋਏ ਹਨ, ਉਹ ਸੇਵਾ ਨਿਭਾਉਂਦੇ ਹਨ। ਇਹ ਜਾਣਕਾਰੀ ਲੈਣੀ ਵੰਡਣੀ ਬੜਾ ਹੀ ਇੱਕ ਵੱਡਾ ਕੰਮ ਹੈ। ਸਭ ਤੋਂ ਪਹਿਲਾਂ ਇਹਦੇ ਬਾਰੇ ਆਪ ਸਮਝਣਾ, ਸਿੱਖਣਾ ਤੇ ਫਿਰ ਸਮਝਾਉਣਾ, ਇਹ ਦੋ ਗੱਲਾਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈਆਂ ਹਨ। ਆਪ ਸਮਝਣਾ ਤੇ ਦੂਜੇ ਨੂੰ ਸਮਝਾ ਦੇਣਾ। ਸਭ ਤੋਂ ਵੱਡਾ ਕਰਮ ਜੇ ਹੈ ਸਿੱਖ ਦੀ ਜ਼ਿੰਦਗੀ ਦਾ ਹੈ ਟੁੱਟੇ ਹੋਏ ਨੂੰ ਗੁਰੂ ਸ਼ਬਦ ਨਾਲ ਜੋੜਨਾ। ਇਹ ਸਭ ਤੋਂ ਵੱਡਾ ਕਰਮ ਹੈ। ਸੁੱਤੇ ਹੋਏ ਨੂੰ ਜਗਾ ਦੇਣਾ, ਜੋ ਮਾਇਆ ਦੀ ਨੀਂਦ ਵਿੱਚ ਸੁੱਤੇ ਹਨ ਗੁਰੂ ਸ਼ਬਦ ਦੇ ਨਾਲ ਸੂਈ ਦੀ ਚੋਭ ਨਾਲ ਜਗਾਉਣਾ, ਔਰ ਜੋ ਟੁੱਟ ਗਏ ਹਨ ਉਹਨੂੰ ਗੁਰੂ ਸ਼ਬਦ ਦੇ ਨਾਲ ਸੀ ਦੇਣਾ। ਬਸ ਇਹ ਸਭ ਤੋਂ ਵੱਡਾ ਕਰਮ ਸਿੱਖ ਦੀ ਜ਼ਿੰਦਗੀ ਦਾ ਹੈ। ਗੁਰੂ ਦਾ ਸਿੱਖ ਜੇ ਕਰਮ ਕਰਦਾ ਰਹੇ ਤਾਂ ਆਨੰਦ ਮਾਣਦਾ ਰਹੇ। ਮੈਂ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਹ ਵਿਚਾਰ ਆਰੰਭ ਕਰਨ। ਵੀਰ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਹੀ ਟੀਮ, ਸਿੱਖ ਮਿਸ਼ਨਰੀ ਸਰਕਲ ਨਾਲ ਜੁੜੇ ਹੋਏ ਸਾਰੇ ਗੁਰਮੁਖ ਪਿਆਰੇ ਅਤੇ ਦੁਨੀਆ ਭਰ 'ਚ ਬੈਠੀ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਗੁਰਦੇਵ ਜੀ ਦੀ ਸਿਫਤ ਸਲਾਹ ਦੇ ਸਵਈਆਂ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਭੱਟ ਨਲ ਜੀ ਦੇ ਜਿਹੜੇ ਸਵਈਏ ਨੇ 16, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਇਹ 3 ਛੰਤਾਂ ਦੇ ਰੂਪ ਵਿੱਚ ਨੇ। ਪਹਿਲੇ ਛੰਤ ਦੇ ਰੂਪ ਵਿੱਚ 4 ਸਵਈਏ ਸਨ, ਦੂਜੇ ਛੰਤ ਦੇ ਰੂਪ ਦੇ ਵਿੱਚ 8 ਸਵਈਏ, ਤੀਜਾ ਜਿਹੜਾ ਛੰਤ ਦਾ ਰੂਪ ਹੈਗਾ ਉਹਦੇ ਵਿੱਚ ਫਿਰ 4, ਟੋਟਲ 16 ਸਵਈਏ ਨੇ। ਭੱਟ ਨਲ ਜੀ ਦੇ ਮੁਖਾਰਬਿੰਦ ਉਚਾਰਨ, ਜਿਹਦੇ ਵਿੱਚੋਂ ਦੂਜੀ ਕਿਸਮ ਦਾ ਛੰਤ ਜਿਹੜਾ ਸੀ ਰੱਡ ਦੇ 4 ਸਵਈਆਂ ਦੀ ਅਸੀਂ ਵਿਚਾਰ ਕਰ ਚੁੱਕੇ ਹਾਂ। 5ਵੇਂ ਤੋਂ ਇਹ ਵਿਚਾਰ ਆਰੰਭ ਹੈ। ਤੇ ਭੱਟ ਨਲ ਉਹ ਭੱਟ ਹੈ ਜਿਹਦਾ ਇੱਕ ਨਾਮ ਦਾਸ ਵੀ ਹੈ, ਭਾਵ ਭੱਟ ਨਲ ਦਾ ਉਪਨਾਮ ਜਿਹੜਾ ਹੈ ਉਹ ਦਾਸ ਵੀ ਆਇਆ ਹੈਗਾ। ਤੇ ਅੱਜ ਦੀ ਅਸੀਂ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਇਸ ਸ਼ਬਦ ਦਾ ਪਾਠ ਕਰ ਲਵਾਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਜੁਗ, ਸੁਨਤ ਸਮਾਦ ਸ਼ਬਦ ਜਿਸ ਕੇਰੇ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਜੁਗ, ਸੁਨਤ ਸਮਾਦ ਸ਼ਬਦ ਜਿਸ ਕੇਰੇ। ਫੁਨ ਦੁਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤਿਹ ਨੇਰੇ। ਪੂਰੋ ਪੁਰਖ ਹਿਰਦੈ ਹਰ ਸਿਮਰਤ,
मुख देखत अग जाहे परेरे। जो हर बुध रिद सिद्ध चाहत, गुरु गुरु गुर कर मन मेरे। जो हर बुध रिद सिद्ध चाहत, गुरु गुरु गुर कर मन मेरे। सतगुरु साहिब श्री गुरु रामदास साहिब जी महाराज चौथे गुरुदेव जी ਦੇ ਪਾਵਨ ਸਿਫਤ ਸਲਾਹ ਦੇ ਸਵਈਏ, ਜਿਹਦੇ ਵਿੱਚ ਸਤਿਕਾਰਯੋਗ ਭੱਟ ਨਲ ਜੀ ਦਾ ਦੂਜੀ ਕਿਸਮ ਦੇ ਛੰਤ ਦਾ ਪੰਜਵਾਂ ਸਵਈਆ ਹੈ ਅਤੇ ਕੁੱਲ ਗਿਣਤੀ ਦੇ ਵਿੱਚ 9ਵਾਂ ਸਵਈਆ ਹੈ। ਤੇ ਅੱਜ ਦੇ ਸਵਈਏ ਦੇ ਵਿੱਚ ਭੱਟ ਨਲ ਜੀ ਨੇ ਮਹਿਰਾਮਤ ਕੀਤੀ ਗੁਰੂ ਦੀ ਉਪਮਾ ਦੇ ਵਿੱਚ। ਯਾਦ ਰੱਖਿਓ, ਇਹ ਸਾਰੇ ਹੀ ਸਵਈਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਇਹ ਗੁਰੂ ਉਪਮਾ ਦੇ ਲਈ ਨੇ। ਹਾਂ, ਜਿੱਥੇ ਰੱਬ ਦੀ ਉਪਮਾ ਆਈ ਸਿਰਫ ਭੱਟ ਕਲ ਸਹਾਰ ਜੀ ਨੇ ਜਦੋਂ ਸਵਈਆਂ ਦੀ ਆਰੰਭਤਾ ਕਰਦੇ ਨੇ ਉਦੋਂ ਸਿਫਤ ਕਰਦੇ ਨੇ, ਕਿਉਂਕਿ ਉਹਨਾਂ ਦੇ ਜਥੇਦਾਰ ਨੇ, ਮੁਖੀ ਨੇ। ਪ੍ਰਭੂ ਦੀ ਸਿਫਤ ਸਲਾਹ ਤੇ ਓਟ ਆਸਰਾ ਲੈ ਕੇ ਗੁਰੂ ਉਪਮਾ ਕਰਦੇ ਨੇ। ਉਸ ਤੋਂ ਅੱਗੇ ਫਿਰ ਜਿੰਨੇ ਵੀ ਸਵਈਏ ਆਉਂਦੇ ਨੇ ਸਾਰੇ ਗੁਰੂ ਉਪਮਾ ਦੇ ਆਉਂਦੇ ਨੇ। ਇਹ ਗੱਲ ਕਹਿਣ ਪਿੱਛੇ ਮੇਰਾ ਇੱਕ ਕਾਰਨ ਹੈਗਾ, ਪ੍ਰਯੋਜਨ ਹੈ, ਜਿਹੜਾ 2-3 ਹਫ਼ਤੇ ਦੇ ਵਿੱਚ ਅਸੀਂ ਇਸ ਤੱਕ ਪਹੁੰਚਾਂਗੇ ਕਿ ਸੱਚਮੁੱਚ ਗੁਰੂ ਉਪਮਾ ਕਿਵੇਂ ਹੈ। ਭੱਟ ਨਲ ਜੀ, ਜਿਨ੍ਹਾਂ ਦਾ ਨਾਮ ਭੱਟ ਦਾਸ ਵੀ ਆਇਆ ਹੈ, ਉਹਨਾਂ ਦੇ ਅੱਜ ਦੇ ਇਹ ਵਚਨ ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰੂ ਗੁਰੂ ਭਾਵ ਗੁਰੂ ਗੁਰੂ, ਗੁਰੂ ਦੇ ਨਾਲ ਜੁੜਨਾ, ਗਿਆਨ ਨਾਲ ਜੁੜਨਾ, ਤੇ ਗੁਰੂ ਦਾ ਅਰਥ ਹੀ ਗਿਆਨ ਹੈ। ਗੂ ਜਿਹੜਾ ਗ੍ਰੀ ਧਾਤੂ ਤੋਂ ਬਣਿਆ ਸ਼ਬਦ ਹੈ ਸੰਸਕ੍ਰਿਤ ਦਾ, ਜਿਹਦਾ ਅਰਥ ਹੈ ਅੰਧਕਾਰ, ਹਨੇਰਾ। ਤੇ ਰੂ ਦਾ ਭਾਵ ਨਿਗਲ ਜਾਣ ਵਾਲਾ, ਖਾ ਜਾਣ ਵਾਲਾ, ਤੇ ਹਨੇਰੇ ਨੂੰ ਨਿਗਲ ਜਾਂਦਾ ਹੈ ਪ੍ਰਕਾਸ਼। ਰੂ ਮੈਨੇ ਪ੍ਰਕਾਸ਼। ਗੁਰੂ ਭਾਵ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਉਸ ਗਿਆਨ ਨੂੰ ਜਪ ਲਿਓ, ਉਹਨੂੰ ਜਪ ਲਿਓ ਜਿਹੜਾ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਗੁਰੂ ਗੁਰੂ ਗੁਰ। ਤੇ ਤੀਜਾ ਗੁਰ ਲਾਰੇ ਨੂੰ ਔਂਕੜ ਆ ਗਈ, ਕਿਉਂਕਿ ਇੱਕ ਵਚਨ ਪੁਲਿੰਗ ਦਾ ਲਿਖਾਏ ਕਿ ਇਹ ਸ਼ਬਦ ਹੈ। ਕਰ ਮਨ ਮੇਰੇ, ਕਰ ਮੈਨੇ ਤੂੰ ਕਰ। ਜਦੋਂ ਹੁਕਮੇ ਭਵਿਖਤ ਮੱਧਮ ਪੁਰਖ ਦੀ ਕਿਰਿਆ ਆਉਂਦੀ ਹੈ ਇੱਕ ਵਚਨੀ, ਉਦੋਂ ਕਿਰਿਆ ਦੇ ਆਖਰੀ ਅੱਖਰ ਨੂੰ ਜਾਂ ਸਿਆਰੀ ਤੇ ਜਾਂ ਔਂਕੜ ਲੱਗ ਜਾਂਦੀ ਹੈ, ਜਿਹਦਾ ਅਰਥ ਬਣ ਜਾਂਦਾ ਵੀ ਤੂੰ ਇਸ ਤਰ੍ਹਾਂ ਕਰ। ਹੁਣ ਕਰ ਦੇ ਰਾਰੇ ਨੂੰ ਔਂਕੜ ਆ ਗਈ, ਮੈਨੇ ਤੂੰ ਕਰ। ਮਨ ਦੇ ਨੰਨੇ ਨੂੰ ਔਂਕੜ ਨਹੀਂ ਹੈ। ਪੁਲਿੰਗ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ ਜੇ ਉਹ ਇੱਕ ਵਚਨ ਹੋਵੇ, ਤੇ ਨਾ ਆਵੇ ਤੇ ਜਾਂ ਫਿਰ ਉਹ ਬਹੁਵਚਨ ਹੁੰਦਾ ਹੈ। ਹੁਣ ਮਨ ਬਹੁਵਚਨ ਨਹੀਂ ਹੈ, ਜਾਂ ਉਹਦੇ ਅੱਗੇ ਸੰਬੰਧਕ ਹੁੰਦਾ ਹੈ, ਮਨ ਦੇ ਨਾਲ ਸੰਬੰਧਕ ਵੀ ਕੋਈ ਨਹੀਂ ਹੈ, ਤੇ ਜਾਂ ਫਿਰ ਉਹ ਸੰਬੋਧਨ ਹੁੰਦਾ ਹੈ। ਹੁਣ ਇੱਥੇ ਸੰਬੋਧਨ ਹੈ, ਮਨ ਮੇਰੇ ਭਾਵ ਹੇ ਮੇਰੇ ਮਨ ਤੂੰ ਗੁਰੂ ਗੁਰੂ ਕਰ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਹੇ ਮੇਰੇ ਮਨ ਤੂੰ ਗੁਰੂ ਗੁਰੂ ਜਪ। ਗੁਰੂ ਗੁਰੂ ਕਰ ਭਾਵ ਉਸ ਗੁਰੂ ਨਾਲ ਜੁੜ ਜਿਹੜਾ ਤੈਨੂੰ ਗਿਆਨ ਦਿੰਦਾ ਹੈ, ਉਹਦੇ ਨਾਲ ਤੇਰੀ ਸਾਂਝ ਬਣ ਜਾਏ। ਤਾਰਨ ਤਰਨ ਸਮਰੱਥ ਕਲਯੁਗ, ਸੁਨਤ ਸ਼ਬਦ ਸਮਦ ਸੁਨਤ ਸਮਾਦ ਸ਼ਬਦ ਜਿਸ ਕੇਰੇ। ਤਾਰਨ ਤਰਨ, ਤਾਰਨ ਮੈਨੇ ਤਾਰਨ ਦੇ ਲਈ, ਤੇ ਤਰਨ ਦਾ ਅਰਥ ਇੱਥੇ ਹੈਗਾ ਜਹਾਜ਼। ਉਹ ਜਹਾਜ਼ ਜਿਹੜਾ ਤਾਰਨ ਵਾਲਾ ਹੈ। ਸਮਰੱਥ ਗੁਰੂ, ਜਿਹੜਾ ਗੁਰੂ ਸਮਰੱਥ ਐਸਾ ਹੈ। ਸਮਰੱਥ ਦੇ ਥੱਥੇ ਨੂੰ ਔਂਕੜ ਆ ਗਈ, ਭਾਵ ਇੱਕ ਵਚਨ ਪੁਲਿੰਗ ਦਾ ਇਹ ਵਿਸ਼ੇਸ਼ਣ ਹੈਗਾ ਸਮਰੱਥ, ਤੇ ਇਹ ਵਿਸ਼ੇਸ਼ਣ ਬਣ ਗਿਆ ਤਰਨ ਦਾ। ਉਹ ਜਹਾਜ਼ ਜਿਹੜਾ ਤਾਰਨ ਦੇ ਲਈ ਸਮਰੱਥ ਹੈ, ਤੇ ਉਹ ਜਹਾਜ਼ ਕਿਹੜਾ ਹੈ? ਗੁਰੂ। ਸਮਰੱਥ ਕਲਯੁਗ, ਇੱਥੇ ਕਲਯੁਗ ਦੇ ਗੱਗੇ ਨੂੰ ਆ ਗਈ ਸਿਆਰੀ, ਤੇ ਇੱਥੇ ਇਹਦਾ ਅਰਥ ਕਰ ਕੀ ਬਣ ਜਾਏਗਾ? ਕਲਯੁਗ ਵਿੱਚ। ਇਹਦਾ ਇਹ ਅਰਥ ਬਣ ਜਾਏਗਾ ਕਲਯੁਗ ਵਿੱਚ। ਤਾਰਨ ਤਰਨ ਸਮਰੱਥ ਕਲਯੁਗ, ਸੰਸਾਰ ਤਾਰਨ ਦੇ ਲਈ ਜਹਾਜ਼ ਜਿਹੜਾ ਸੰਸਾਰ ਸਾਗਰ ਤੋਂ ਤਾਰਦਾ ਹੈ। ਕਲਯੁਗ ਮੈਨੇ ਇਸ ਸਮੇਂ ਦੇ ਵਿੱਚ, ਚੱਲ ਰਹੇ ਸਮੇਂ ਦੇ ਵਿੱਚ ਜਿਹੜਾ ਤਾਰਨ ਦੇ ਸਮਰੱਥ ਹੈ। ਸੁਨਤ ਸਮਾਦ ਸ਼ਬਦ ਜਿਸ ਕੇਰੇ। ਸੁਨਤ ਮੈਨੇ ਸੁਣਦਿਆਂ ਹੀ, ਸਮਾਦ ਧੱਦੇ ਨੂੰ ਆ ਗਈ ਸਿਆਰੀ, ਤੇ ਇਹ ਇਸਤਰੀ ਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ ਹੈ।
हिंदी विच समाधि लिखिया जाता है ध को छोटे ई की मात्रा के साथ। भाव हिंदी दे जड़ा समाधि शब्द है छोटे ई की मात्रा वाला सियारी वाला गुरबाणी विच एज इट इज तत्सम शब्द जिहड़ा है समाधि इस तरह आ गया तद्दे नूं सियारी दे नाल। सुनत समाध जिस शब्द नूं सुणदियां ही समाधि लग जाती है, ध्यान टिक जाता है। शब्द जिस केरे जिस ते ससे नूं आ गई औंकड़। भाव जदों भी जिस तिस इस किस उस इन्हां दे अगे कोई भी शब्द आ जाए तो हमेशा ये औंकड़ लगी रहती है। सिर्फ कुछ क संबंधक आ जाण ते औंकड़ हटदी है। का के की दा दे दी नौ नौ कौ बस इन्ने कु जदों ये संबंधक आ जाते ने उदों ही औंकड़ हटदी है। नहीं तो जिस तिस किस इस उस की औंकड़ हमेशा ही बनी रहती है। केरे अगे आ गया भाव जिस गुरु दे जिस गुरु दे शब्द दे सुनदियां ही समाधि लग जाती है। हुण पूरी तुक दे अर्थ बन गए तारण तरन समर्थ कलयुग। इस चल रहे समय दे विच ओ गुरु जिहड़ा तारण दे लई एक समर्थ जहाज है। सुनत समाध शब्द जिस केरे जिसका शब्द सुनदियां ही समाधि लग जाती है। भाव लीनता मिल जाती है, टिकाऊ मिल जाता है। समाधि का भाव अडोलता। आम तौर पर लोग मरियां दी समाधि बनाते हैं कि ये हुण मर गया दी समाधि भाव हुण ये लीन हो गया। ते कुछ लोग ऐसे ने जिहड़े जिउंदे जी चौंकड़ा मार के आखदे ने असीं अखां बंद करके असीं समाधि लगा लईए, असीं अडोल हो गए हां। जिन्हां वास्ते सतगुरु गुरु नानक पातशाह ने कहा सी जोगियां नूं कि तुहाडी ये जिहड़ी समाधि हैगी है ये जड़ासन हैगी है, तुसीं जड़ हो गए हो, पत्थर हो गए हो। समाधि ये नहीं हुंदी। समाधि दा भाव हुंदा है अडोलता। हजार दुख आ जाण मुसीबतां आ जाण तां भी अडोल रहना, ये है समाधि। ते ये समाधि उदों लगेगी जदों गुरु दा शब्द सुनोगे, गुरु दे ज्ञान विच चलोगे। गुरु दा ज्ञान तुहानूं अडोल कर देगा, कोई विकार तुहानूं डुला नहीं सकदा। ये ओ वाली समाधि दा गुरमत ने जिक्र कीता है। जोगियां वाली समाधि दा इत्थे कोई जिक्र नहीं है कि कोई कहे कि देखो जी हुण मैं बाणी पढ़ी मेरी समाधि लग गई। वो समाधि नहीं, जोगियां वाली नहीं। समाधि उदों लगेगी कि जदों दुकान ते सौदा तोलदियां किसी नूं मिलावटी सौदा देण लगियां इक्को दम याद आ जाए कि मैं गरीब दा हक नहीं मारना, उन्हें मैं सही समान देना है। समझ लो समाधि लगी हुई है शब्द दे विच। शब्द विच लीनता बनी हुई है क्योंकि गुरु दे शब्द ने सिखा दिता कि हक पराया नानका उस सूर सुगाए। आया समाधि। जदों जिंदगी च दुख आ जाण मुसीबतां आ जाण उदों सिख डोले ना, उदों यही कहे कि जे सुख दे तां तुझे अराधी दुख भी तुझे ध्याई। यह है समाधि। सुनत समाध शब्द जिस केरे भाव जिस गुरु दे शब्द नूं सुणदियां समाधि लग जाती है। भाव अडोलता आ जाती है। हुण लालच डुला नहीं सकता, क्रोध डुला नहीं सकता, निंदिया चुगली हंकार डुला नहीं सकते। ये अडोल गुणा दे विच टिक गया। फुन दुखन नास सुखदायक सूरो जो धरत ध्यान वस्त तिह नेरे। फुन मैंने फिर दुखन नास दुखां दा नाश करन वाला। बहुवचन रूप दे विच ਅਸੀਂ ਗਾਵਨ ਵੀ ਪੜ੍ਹਦੇ ਹਾਂ। ਭਾਵ ਜਿਹੜੇ ਬਹੁਤੇ ਗਾਉਂਦੇ ਹਨ ਦੁੱਖਨ ਬਹੁਤੇ ਦੁੱਖ, ਨਾਸ ਨਾਸ ਕਰਨ ਵਾਲਾ, ਦੁੱਖਾਂ ਦਾ ਨਾਸ ਕਰਨ ਵਾਲਾ। ਸੁਖਦਾਇਕ ਸੂਰੋ ਸੁਖਦਾਇਕ ਕਕਨ ਲੱਗੀ ਔਂਕੜ। ਇਹ ਇੱਕ ਵਚਨ ਪੁਲਿੰਗ ਦਾ ਵਿਸ਼ੇਸ਼ਣ ਬਣ ਗਿਆ। ਭਾਵ ਉਹ ਗੁਰੂ ਜਿਹੜਾ ਸੁਖ ਦੇਣ ਵਾਲਾ ਸੂਰੋ ਮੈਨੇ ਸੂਰਮਾ ਹੈ। ਜੋ ਧਰਤ ਧਿਆਨ ਜਿਹੜੇ ਵੀ ਧਿਆਨ ਧਰਦੇ ਹਨ। ध्यान दे नन्हे नूं आ गई औंकड़ एक वचन पुलिंग शब्द है। जेड़े भी उस शब्द दा उस गुरु दा ध्यान करते हैं बस्त तिह नेरे। बस्त मैंने वसता है। गुरु जेड़ा वसता है तिह नेरे मैंने उस मनुख दे नेड़े फिर गुरु वसता है। भाव जेड़ा भी कोई मनुख उस गुरु दा ध्यान करता है उस शब्द विच चित नूं जोड़दा है गुरु फिर उहदे अंग संग वसता है, गुरु का सहायक हो जाता है। गुरु अंग संग वसन का भाव जिंदगी दे विच विचरदियां घर दे विच दुकान ते काम कार ते सफर विच जांदियां जदों गुरु ज्ञान हमेशा साडे नाल बनिया रहिंदा है सुरत विच समझ लो गुरु साडे अंग संग हो जाता है।
ਉਦੋਂ ਗੁਰੂ ਸਾਡਾ ਸਾਥੀ ਹੋ ਜਾਂਦਾ ਹੈ ਤੇ ਇੱਕ ਗੁਰੂ ਹੀ ਹੈ ਜਿਹੜਾ ਹਰ ਥਾਂ ਤੇ ਸਾਡੇ ਨਾਲ ਹੈ। ਇਹੀ ਕਾਰਨ ਅਸੀਂ ਗੁਰਦੁਆਰਾ ਕਹਿੰਦੇ ਆ, ਗੁਰੂ ਘਰ ਨਹੀਂ ਕਹਿੰਦੇ। ਇਹ ਯਾਦ ਰੱਖਿਓ, ਅਸੀਂ ਗੁਰਦੁਆਰਾ ਕਹਿੰਦੇ ਆ, ਗੁਰੂ ਘਰ ਨਹੀਂ। ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਮੈਂ ਵਿਚਰਦਾ ਵਾਂ, ਇੱਥੇ ਬਹੁਤ ਥਾਵਾਂ ਤੇ ਗੁਰੂ ਘਰ ਸੁਣਨ ਨੂੰ ਮਿਲਦਾ ਹੈ, ਭਾਵ ਉਹ ਘਰ ਜਿੱਥੇ ਗੁਰੂ ਰਹਿੰਦੇ। ਹੁਣ ਉਸ ਚਾਰ ਦੀਵਾਰੀ ਦਾ ਨਾਮ ਅਸੀਂ ਗੁਰੂ ਘਰ ਰੱਖ ਲਿਆ, ਵੀ ਗੁਰੂ ਸਿਰਫ ਚਾਰ ਦੀਵਾਰੀ ਚ ਰਹਿੰਦਾ ਹੈ ਤੇ ਬਾਹਰ ਨਹੀਂ ਰਹਿੰਦਾ ਗੁਰੂ। ਫਿਰ ਇਹੀ ਗੱਲ ਮੁਸਲਿਮ ਵੀਰ ਕਹਿੰਦੇ ਸਨ, ਅੱਲਾ ਏਕ ਮਸੀਤ ਬਸਤ ਹੈ। ਤੇ ਭਗਤ ਜੀ ਨੇ ਕਹਿ ਦਿੱਤਾ ਫਿਰ ਅਵਰ ਮੁਲਕ ਕਿਸ ਘੇਰਾ, ਫਿਰ ਬਾਕੀ ਦੁਨੀਆ ਕਿਹਦੀ ਹੋਈ? ਉਹ ਤੇ ਇਕੱਲਾ ਮਸੀਤ ਚ ਹੀ ਰਹਿੰਦਾ, ਬਾਹਰ ਜੋ ਮਰਜ਼ੀ ਪਾਪ ਕਰੋ ਕਿਹੜਾ ਦੇਖ ਲੈ। ਗੁਰੂ ਘਰ ਦਾ ਮਤਲਬ ਉਹ ਘਰ ਜਿੱਥੇ ਗੁਰੂ ਰਹਿੰਦਾ ਹੈ। ਇਹਦਾ ਮਤਲਬ ਗੁਰੂ ਸਿਰਫ ਗੁਰਦੁਆਰੇ ਚ ਰਹਿੰਦਾ ਹੈ, ਸਾਡੇ ਕੋਲ ਨਹੀਂ ਹੈ, ਸਾਡੇ ਘਰਾਂ ਚ ਨਹੀਂ ਹੈ। ਨਹੀਂ, ਇਹਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਦੁਆਰਾ ਮੈਨੇ ਦਰਵਾਜ਼ਾ, ਉਹ ਦਰਵਾਜ਼ਾ, ਉਹ ਪ੍ਰੋਸੀਜਰ, ਉਹ ਤਰੀਕਾ ਜਿਹਦੇ ਰਾਹੀਂ ਗੁਜ਼ਰ ਕੇ ਗੁਰੂ ਤੱਕ ਪਹੁੰਚਿਆ ਜਾਂਦਾ ਹੈ। ਇਸ ਕਰਕੇ ਗੁਰਦੁਆਰੇ ਆਉਣਾ ਆਸਾਨ ਹੈ, ਗੁਰੂ ਤੱਕ ਪਹੁੰਚਣਾ ਔਖਾ ਹੈ। ਹਾਂ, ਗੁਰੂ ਦੇ ਦੁਆਰੇ ਤੋਂ, ਗੁਰੂ ਦੇ ਪ੍ਰੋਸੀਜਰ ਦੇ ਰਾਹੀਂ, ਉਹ ਪ੍ਰੋਸੀਜਰ ਜਿਹਦੇ ਰਾਹੀਂ ਗੁਰੂ ਤੱਕ ਪਹੁੰਚਿਆ ਜਾਂਦਾ ਹੈ, ਉਹ ਹੈ ਗੁਰਦੁਆਰਾ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਤੇ ਉਦੋਂ ਸਾਡੀ ਗੁਰੂ ਤੱਕ ਸਾਂਝ ਬਣਦੀ ਹੈ, ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ, ਜਦੋਂ ਸ਼ਬਦ ਨਾਲ, ਪਾਠ ਨਾਲ ਜੁੜਦੇ ਹਾਂ, ਉਦੋਂ ਸਾਡੀ ਗੁਰੂ ਤੱਕ ਪਹੁੰਚ ਹੁੰਦੀ ਹੈ। ਇੱਕ ਦਰਵਾਜ਼ਾ ਹੈ ਜਿਹਦੇ ਵਿੱਚੋਂ ਗੁਜ਼ਰ ਕੇ ਗੁਰੂ ਤੱਕ ਪਹੁੰਚ ਕਰਨੀ ਹੈ। ਇੱਕ ਪ੍ਰੋਸੀਜਰ ਹੈ, ਇੱਕ ਢੰਗ ਹੈ, ਇੱਕ ਤਰੀਕਾ ਇੱਥੇ ਮਿਲਦਾ ਹੈ। ਉਹ ਤਰੀਕਾ ਇੱਥੇ ਦੱਸਦਾ ਹੈ ਗੁਰੂ ਕਿ ਕਿਵੇਂ ਤੇਰੀ ਗੁਰੂ ਨਾਲ ਸਾਂਝ ਬਣੇ। ਤੇ ਜਦੋਂ ਕੋਈ ਸਿੱਖ ਗੁਰੂ ਤੱਕ ਪਹੁੰਚ ਜਾਂਦਾ ਹੈ, ਉਹਨੂੰ ਸਮਝ ਲੱਗ ਜਾਂਦੀ ਕਿ ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਗੁਰੂ ਮੇਰੇ ਹਮੇਸ਼ਾ ਅੰਗ ਸੰਗ ਹੈ। ਜਿੱਥੇ ਮੈਂ ਝੂਠ ਬੋਲਣ ਲੱਗਦਾ ਵਾਂ, ਉੱਥੇ ਗੁਰੂ ਮੇਰੇ ਅੰਗ ਸੰਗ ਹੁੰਦਾ ਹੈ, ਮੇਰੀ ਸੁਰਤ ਵਿੱਚ ਹੁੰਦਾ ਹੈ, ਆਵਾਜ਼ ਦੇ ਦਿੰਦਾ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਹਦਾ ਮਤਲਬ ਗੁਰੂ ਨਾਲ ਹੈ ਨਾ। ਗੁਰੂ ਹੈ ਬਾਣੀ, ਗੁਰੂ ਹੈ ਸ਼ਬਦ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸ਼ਬਦ ਗੁਰੂ, ਸੁਰਤ ਤੋਂ ਚੇਲਾ। ਤੇ ਜਿਹਦੀ ਸੁਰਤ ਦੇ ਵਿੱਚ ਸ਼ਬਦ ਹੋਏਗਾ, ਜਿਹਦੇ ਹਿਰਦੇ ਵਿੱਚ ਬਾਣੀ ਹੋਏਗੀ, ਸਮਝਦੇ ਗੁਰੂ ਦੇ ਅੰਗ ਸੰਗ ਹੈ। ਏਦਾਂ ਹੁੰਦਾ ਹੈ ਗੁਰੂ। ਇਸ ਕਰਕੇ ਗੁਰੂ ਘਰ ਅਸੀਂ ਬਣਨਾ ਹੈ, ਸਾਡੇ ਅੰਦਰ ਗੁਰੂ ਦਾ ਵਾਸ ਹੋ ਜਾਏ, ਸਾਡੇ ਅੰਦਰ ਗੁਰੂ ਦੀ ਰਿਹਾਇਸ਼ ਹੋ ਜਾਏ। ਪਰ ਗੁਰਦੁਆਰੇ ਜਾ ਕੇ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਗੁਰੂ ਤੱਕ ਕਿਵੇਂ ਪਹੁੰਚਣਾ ਹੈ। ਇਸ ਕਰਕੇ ਭਗਤ ਭੱਟ ਜੀ ਨੇ, ਭੱਟ ਨਲ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ, ਜਿਹੜੇ ਉਸ ਸ਼ਬਦ ਵਿੱਚ ਧਿਆਨ ਧਰਦੇ ਨੇ, ਗੁਰੂ ਉਹਨਾਂ ਦੇ ਨੇੜੇ ਹੋ ਜਾਂਦਾ ਹੈ। ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ, ਗੁਰੂ ਸ਼ਬਦ ਰੂਪ ਉਹਨਾਂ ਦੇ ਅੰਗ ਸੰਗ ਸਹਾਈ ਹੋ ਜਾਂਦਾ ਹੈ। ਫੁਨ ਦੁਖਨ ਨਾਸ ਸੁਖਦਾਇ ਕਸੂਰੋ, ਜੋ ਧਰਤ ਧਿਆਨ ਬਸਤ ਤਿਹ ਨੇਰੇ। ਜੋ ਉਸ ਗੁਰੂ ਦੇ ਸ਼ਬਦ ਵਿੱਚ ਧਿਆਨ ਧਰ ਲੈਂਦੇ ਨੇ, ਜਿਨ੍ਹਾਂ ਨੇ ਆਪਣੇ ਧਿਆਨ ਵਿੱਚ ਗੁਰੂ ਦਾ ਸ਼ਬਦ ਵਸਾ ਲਿਆ, ਬਸਤ ਤਿਹ ਨੇਰੇ, ਗੁਰੂ ਫਿਰ ਉਹਨਾਂ ਦੇ ਅੰਗ ਸੰਗ ਹੀ ਵਸਦਾ ਹੈ। ਭਾਵ ਦੁਨੀਆ ਦੇ ਹਰ ਕੋਨੇ ਦੇ ਉੱਪਰ ਜਿੱਥੇ ਵੀ ਸਿੱਖ ਪਹੁੰਚ ਜਾਏ, ਜਦੋਂ ਬਾਣੀ ਆਪਣੀ ਹਿਰਦੇ ਚ ਨਾਲ ਲੈ ਕੇ ਤੁਰਦਾ ਹੈ, ਬਾਣੀ ਚ ਧਿਆਨ ਜੋੜ ਕੇ ਤੁਰਦਾ ਹੈ, ਗੁਰੂ ਉੱਥੇ ਉਹਦਾ ਸਹਾਇਕ ਹੋ ਜਾਂਦਾ ਹੈ। ਜੈ ਜਾਈਏ ਤਾਂ ਸੁਹੇਲੇ, ਹਰ ਥਾਂ ਤੇ ਗੁਰੂ ਸਹਾਇਕ ਹੋ ਜਾਂਦਾ ਹੈ। ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ। ਪੂਰੋ ਪੁਰਖ, ਪੂਰੋ ਮੈਨੇ ਪੂਰਨ, ਪੁਰਖ ਤੇ ਖੱਖੇ ਨੂੰ ਲੱਗੀ ਔਂਕੜ, ਇੱਕ ਵਚਨ ਪੁਲਿੰਗ। ਭਾਵ ਸਤਿਗੁਰੂ ਜਿਹੜਾ ਉਹ ਪੂਰਨ ਪੁਰਖ ਹੈ। ਹਿਰਦੈ ਹਰ ਸਿਮਰਤ, ਉਹ ਗੁਰੂ ਹਿਰਦੇ ਚ ਪ੍ਰਭੂ ਨੂੰ ਸਿਮਰਦਾ ਹੈ। ਮੁਖ ਦੇਖਤ, ਉਸ ਗੁਰੂ ਦਾ ਮੂੰਹ ਦਿਖਦਿਆਂ ਹੀ, ਮੁਖ ਦੇ ਖੱਖੇ ਨੂੰ ਲੱਗੀ ਔਂਕੜ, ਇੱਕ ਵਚਨ ਪੁਲਿੰਗ। ਭਾਵ ਇੱਕ ਮੁਖ, ਗੁਰੂ ਦਾ ਜਿਹੜਾ ਇੱਕ ਮੁਖ ਹੈ, ਦੇਖਤ, ਦੇਖਦਿਆਂ ਹੀ, ਅਗ ਜਾਹੇ ਪਰੇਰੇ। ਅਗ ਘੱਗੇ ਨੂੰ ਔਂਕੜ ਨਹੀਂ ਆਈ, ਅਗ ਦਾ ਮਤਲਬ ਹੁੰਦਾ ਪਾਪ, ਤੇ ਇੱਥੇ ਬਹੁਵਚਨ ਹੈ, ਬਹੁਤੇ ਪਾਪ। ਜਾਹੇ, ਜਾਹੇ ਜਿਹੜਾ ਇਹ ਵੀ ਬਹੁਵਚਨੀ ਕਿਰਿਆ ਹੈ। ਜੇ ਇੱਕ ਪਾਪ ਹੁੰਦਾ ਅਗ, ਫਿਰ ਤੇ ਘੱਗੇ ਨੂੰ ਔਂਕੜ ਆ ਜਾਣੀ ਸੀ, ਤੇ ਜਾਹੇ ਦੀ ਬਜਾਏ ਆ ਜਾਣਾ ਸੀ ਜਾਏ, ਜੱਜੇ ਕੰਨਾ ਈੜੀ ਨੂੰ ਸਿਆਰੀ, ਇੱਕ ਪਾਪ ਚਲਾ ਜਾਂਦਾ। ਪਰ ਨਹੀਂ, ਗੁਰੂ ਦੇ ਦਰਸ਼ਨ ਕੀਤਿਆਂ ਤੇ ਸਾਰੇ ਹੀ ਪਾਪ ਚਲੇ ਜਾਂਦੇ, ਇੱਕ ਨਹੀਂ, ਸਾਰੇ ਹੀ ਪਾਪ ਮੁੱਕ ਜਾਂਦੇ ਨੇ। ਮੁਖ ਦੇਖਤ ਅਗ ਜਾਹੇ ਪਰੇਰੇ, ਪਰੇਰੇ ਮੈਨੇ ਪਰੇ ਪਰੇ ਹੋ ਜਾਂਦੇ ਨੇ, ਦੂਰ ਦੂਰ ਹੋ ਜਾਂਦੇ ਨੇ, ਸਾਰੇ ਹੀ ਪਾਪ ਜਿਹੜੇ ਨੇ ਦੂਰ ਹੋ ਜਾਂਦੇ ਨੇ। ਪੂਰੋ ਪੁਰਖ ਹਿਰਦੈ ਹਰ ਸਿਮਰਤ, ਉਹ ਗੁਰੂ ਜਿਹੜਾ ਖਰੀ ਨੂੰ ਹਿਰਦੇ ਚ ਸਿਮਰਦਾ ਹੈ, ਉਹ ਪੂਰਨ ਪੁਰਖ ਹੈ। ਮੁਖ ਦੇਖਤ ਅਗ ਜਾਹੇ ਪਰੇਰੇ, ਉਹਦਾ ਮੁਖ ਵੇਖਿਆ, ਭਾਵ ਉਸ ਗੁਰੂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਦੂਰ ਹੋ ਜਾਂਦੇ ਨੇ। ਤੇ ਗੁਰੂ ਦਾ ਦਰਸ਼ਨ ਕਿਵੇਂ ਹੋਏਗਾ, ਗੁਰੂ ਦਾ ਮੁਖ ਕਿਵੇਂ ਦੇਖਿਆ ਜਾਏਗਾ? ਬਹੁਤ ਲੋਕ ਸੋਚਦੇ ਨੇ ਵੀ ਬਾਹਰੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਿਆ, ਅਸੀਂ ਗੁਰੂ ਦੇ ਦਰਸ਼ਨ ਕਰ ਲਏ।
ऐसे लोग परिक्रमा करके 1 घंटा पाठ कथा कीर्तन सुन के बाहर आण, मैं उन्होंने पुछ लवां कि तुसीं की करके आए हो, वो आखदे ने गुरु दे दर्शन करके आए हैं। ते जे मैं उन्होंने पुछ लवां अज तुहाडे गुरु साहब ने किहड़े रंग दे वस्त्र पाए सन, वो आखदे ने पता नहीं। ऊपर किहड़े रंग दा छतर चौर झूल रहा सी, छतर झूल रहा सी, चंदोवा पता नहीं, अगे की चीज़ां पईयां सी पता नहीं, किहड़े वस्त्र पाए सन तुहाडे गुरु ने, तुसीं गुरु दे दर्शन करके आए हो, वो आखदे ने पता नहीं। इन्हें भी होश नहीं है, बेहोशी चाहे मत्था टेकिया घंटा गए उठ के चले गए। अजे ते बाहरों रुमाले ही नहीं देखे भी किहड़े रंग दे ने, गुरु दे दर्शन ते बहुत दूर दी गल है। ਅਸੀਂ ਤੇ रुमाले भी चंगी तरह नहीं देखते बाहरों कि गुरु साहब ने वस्त्र किहड़े पाए ने सी ਉਹੀ देख ਲਈਏ। ਤੇ ਕੁਝ ਕੁ ਨੂੰ ਫਿਰ ਥੋੜਾ ਜਿਹਾ ਮਨ ਵਿੱਚ ਆਉਂਦਾ ਵੀ ਹਾਂ ਗੱਲ ਤੇ ਠੀਕ ਹੈ, ਉੱਤੇ ਵਸਤਰ ਸੀ, ਫਿਰ ਗੁਰੂ ਦੇ ਦਰਸ਼ਨ ਕਿਵੇਂ ਹੋਣ। ਫਿਰ ਥੋੜਾ ਜਿਹਾ ਉਤਲੇ ਤਲ ਤੇ ਆ ਜਾਂਦੇ ਨੇ, ਫਿਰ ਉਹ ਕੀ ਕਰਦੇ ਨੇ, ਫਿਰ ਪਿੱਛੋਂ ਦੀ ਆ ਕੇ ਰੁਮਾਲਾ ਚੁੱਕ ਕੇ ਝਾਤੀ ਮਾਰ ਕੇ ਦੇਖਦੇ ਨੇ, ਅਸੀਂ ਜੀ ਗੁਰੂ ਦੇ ਦਰਸ਼ਨ ਕਰ ਰਹੇ ਹਾਂ। ਐਸੇ ਵੀ ਨੇ ਜਿਹੜੇ ਰੁਮਾਲਾ ਚੁੱਕ ਕੇ ਝਾਤੀ ਮਾਰਦੇ ਨੇ, ਇਸ ਨੂੰ ਗੁਰੂ ਦੇ ਦਰਸ਼ਨ ਕਰ ਰਹੇ ਹਾਂ। ਕਿਸ ਤਰ੍ਹਾਂ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਤੇ ਗੁਰੂ ਦਾ ਮੁਖ ਕਿਹੜੇ ਪਾਸੇ ਹੈ, ਜਿੱਧਰਲੇ ਪਾਸੇ ਗ੍ਰੰਥੀ ਸਿੰਘ ਬੈਠਾ ਹੈ ਉਧਰੋਂ ਰੁਮਾਲਾ ਚੁੱਕ ਕੇ ਝਾਤੀ ਮਾਰੀ, ਉਧਰ ਮੁਖ ਦੇ ਦਰਸ਼ਨ ਹੋ ਗਏ, ਤੇ ਜਿਹੜੀ ਸਾਹਮਣੇ ਸੰਗਤ ਬੈਠੀ ਫਿਰ ਤੇ ਉਹਦਾ ਵੱਲ ਗੁਰੂ ਸਾਹਿਬ ਦੀ ਪਿੱਠ ਹੋਈ ਨਾ, ਉਹਨਾਂ ਵੱਲ। ਫਿਰ ਕੀ ਕਾਰਨ, ਗੁਰੂ ਦੇ ਮੁਖ ਦੇ ਦਰਸ਼ਨ ਕਿਵੇਂ ਹੋਣ, ਗੁਰੂ ਦੇ ਮੁਖ ਦੇ ਦਰਸ਼ਨ ਕਿਵੇਂ ਹੋਣ, ਗੁਰੂ ਦੇ ਮੁਖ ਦੇ ਦਰਸ਼ਨ ਜੇ ਕਰਨੇ ਨੇ, ਯਾਦ ਰੱਖਿਓ ਸ਼ਬਦ ਦਾ ਕੋਈ ਮੂੰਹ ਨਹੀਂ ਹੁੰਦਾ, ਕੋਈ ਪਿੱਠ ਨਹੀਂ ਹੁੰਦੀ, ਉਹ ਚਾਰੋਂ ਤਰਫ ਇੱਕ ਸਮਾਨ ਹੈ। ਗੁਰੂ ਸ਼ਬਦ ਇੱਕ ਸਮਾਨ ਹੈ। ਜਦੋਂ ਗੁਰੂ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਦੇ ਸ਼ਬਦ ਦੇ ਦਰਸ਼ਨ, ਗੁਰੂ ਦੇ ਦਰਸ਼ਨ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਤਰੀਕਾ ਹੈ ਗੁਰੂ ਸ਼ਬਦ ਦੀ ਵਿਚਾਰ। ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਗੁਰੂ ਦਰਸ਼ਨ ਦਾ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ। ਭਾਗਾਂ ਤੋਂ ਬਿਨਾਂ ਦਰਸ਼ਨ ਨਹੀਂ ਹੋ ਸਕਦੇ ਗੁਰੂ ਦੇ, ਭਾਵੇਂ ਜਿੰਨਾ ਮਰਜ਼ੀ ਕੋਈ ਗੁਰੂ ਦਰ ਤੇ ਆ ਜਾਏ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ। ਭਾਗਹੀਣ ਬਹਿ ਰੋਏ, ਮੰਦੇ ਭਾਗਾਂ ਵਾਲੇ ਗੁਰੂ ਚਰਨਾਂ 'ਚ ਬਹਿ ਕੇ ਵੀ ਰੋਂਦੇ ਉੱਠ ਕੇ ਚਲੇ ਜਾਂਦੇ ਨੇ, ਕਿਉਂਕਿ ਗੁਰੂ ਦੇ ਦਰਸ਼ਨ ਜੋ ਨਹੀਂ ਹੋਏ। ਫਿਰ ਕਿਵੇਂ ਹੋਣਗੇ ਦਰਸ਼ਨ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਕੋਈ ਸ਼ਬਦ ਦੀ ਵਿਚਾਰ ਕਰਦਾ ਹੈ ਉਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ। ਹੁਣ ਜੇ ਅਸੀਂ ਇਸ ਤੁਕ ਨੂੰ ਲੈ ਲਈਏ ਕਿ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਪਾਪ ਦੁੱਖ ਚਲੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਮੁਖ ਦੇਖਤ ਅਗ ਜਾਹੇ ਪ੍ਰੇਰੇ, ਜੇ ਫਿਜ਼ੀਕਲੀ ਸਰੀਰਕ ਤੌਰ ਤੇ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਉਹਨਾਂ ਦੇ ਸਾਰੇ ਪਾਪ ਖਤਮ ਹੋ ਗਏ। ਅੱਜ ਸਾਡੇ ਪਾਸ ਸਰੀਰਕ ਰੂਪ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨਹੀਂ ਹਨ। ਅੱਜ ਅਸੀਂ ਫਿਰ ਕਿਵੇਂ ਦਰਸ਼ਨ ਕਰਾਂਗੇ, ਅੱਜ ਅਸੀਂ ਆਪਣੇ ਪਾਪ ਕਿਵੇਂ ਕੱਟਾਂਗੇ। ਯਾਦ ਰੱਖਿਓ ਗੁਰੂ ਸਦਾ ਹੀ ਸਿੱਖ ਦੇ ਨਾਲ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਗੁਰੂ ਸਿੱਖ ਤੋਂ ਵੱਖ ਕਦੀ ਹੋਇਆ ਹੀ ਨਹੀਂ, ਕਿਉਂਕਿ ਗੁਰੂ ਹੈ ਸ਼ਬਦ, ਗੁਰੂ ਹੈ ਬਾਣੀ। ਤੇ ਜਿਸ ਹਿਰਦੇ ਚੋਂ ਬਾਣੀ ਉਹ ਸ਼ਬਦ ਸਮਾ ਗਿਆ, ਅਸੀਂ ਉਹਨੂੰ ਗੁਰੂ ਦਾ ਸਤਿਕਾਰ ਦੇ ਦਿੱਤਾ। ਭਾਈ ਜੇਠਾ ਜੀ ਦੇ ਅੰਦਰ ਗੁਰੂ ਦੀ ਬਾਣੀ, ਗੁਰੂ ਨਾਨਕ ਦਾ ਸ਼ਬਦ ਟਿਕ ਗਿਆ, ਅਸੀਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਕਹਿ ਕੇ ਸਤਿਕਾਰ ਦੇ ਦਿੱਤਾ। ਗੁਰੂ ਹੈ ਉਹ ਸ਼ਬਦ ਜਿਹੜਾ ਭਾਈ ਜੇਠੇ ਦੇ ਅੰਦਰ ਟਿਕ ਗਿਆ ਸੀ ਤੇ ਉਹ ਗੁਰੂ ਰਾਮਦਾਸ ਪਾਤਸ਼ਾਹ ਬਣ ਗਏ ਸਨ। ਉਹ ਹੈ ਗੁਰੂ। ਤੇ ਉਸ ਗੁਰੂ ਦੇ ਦਰਸ਼ਨ ਕਿਵੇਂ ਹੋਣਗੇ? ਦਰਸ਼ਨ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਸ਼ਬਦ ਦੀ ਵਿਚਾਰ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਕੀਤੀ, ਗੁਰੂ ਦੇ ਦਰਸ਼ਨ ਕਰ ਲਏ ਉਹਨਾਂ ਨੇ, ਤੇ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਪੂਰੋ ਪੁਰਖ ਹਿਰਦੈ ਹਰਿ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ। ਹੁਣ ਕੀ ਹੋਇਆ? ਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿੱਚ ਹਰੀ ਨੂੰ ਸਿਮਰਦਾ ਹੈ। ਉਸ ਗੁਰੂ ਦਾ ਮੁਖ ਵੇਖਿਆ, ਉਸ ਗੁਰੂ ਦੇ ਦਰਸ਼ਨ ਕੀਤਿਆਂ ਅਗ ਜਾਹੇ ਪਰੇਰੇ, ਪਾਪ ਜਿਹੜੇ ਨੇ ਪਰੇ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਇੱਥੇ ਜੋ ਦਾ ਅਰਥ ਹੈ ਜੇਕਰ। ਹਰ ਬੁੱਧ, ਬੁੱਧ ਸ਼ਬਦ, ਰਿੱਧ ਸ਼ਬਦ ਤੇ ਸਿੱਧ ਸ਼ਬਦ, ਆ ਜਿਹੜੇ ਇੱਥੇ ਤਿੰਨ ਸ਼ਬਦ ਆਏ ਨੇ, ਇਹਨਾਂ ਤਿੰਨਾਂ ਦੇ ਆਖਰੀ ਨੂੰ ਸਿਆਰੀ ਲੱਗੀ ਹੈ। ਤੇ ਇਹ ਤਤਸਮ ਸ਼ਬਦ ਨੇ। ਤਤਸਮ ਮੈਨੇ ਸੰਸਕ੍ਰਿਤ ਰੂਟ ਤੋਂ ਆਏ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਏ ਨੇ। ਸੰਸਕ੍ਰਿਤ ਵਿੱਚ, ਹਿੰਦੀ ਵਿੱਚ ਲਿਖਿਆ ਜਾਂਦਾ ਹੈ ਬੁੱਧੀ, ਤੇ ਧ ਕੋ ਛੋਟੀ ਕੀ ਮਾਤਰਾ ਪਾਈ ਜਾਂਦੀ ਹੈ। ਇਸੇ ਤਰ੍ਹਾਂ ਰਿਧੀ, ਸਿੱਧੀ, ਨਿਧੀ,
ਉਹਨਾਂ ਸਾਰਿਆਂ ਨੂੰ ਛੋਟੀ ਹੀ ਮਾਤਰਾ ਸਿਹਾਰੀ ਲੱਗਦੀ ਹੈ ਤੇ ਜਦੋਂ ਇਹ ਸ਼ਬਦ ਗੁਰਬਾਣੀ ਵਿੱਚ ਆਏ ਐਜ਼ ਇਟ ਇਜ਼ ਆ ਗਏ, ਆਪਣੀ ਸਿਹਾਰੀ ਨਾਲ ਹੀ ਲੈ ਕੇ ਆ ਗਏ। ਇਸੇ ਕਰਕੇ ਇਹਨਾਂ ਨੂੰ ਤਤਸਮ ਸ਼ਬਦ ਕਿਹਾ ਜਾਂਦਾ ਹੈ। ਤੇ ਉਹ ਇਸਤਰੀ-ਲਿੰਗ ਸ਼ਬਦ ਨੇ। ਇਸਤਰੀ-ਲਿੰਗ ਸ਼ਬਦ ਆਪਣੀ ਮੌਲਿਕ ਸਿਹਾਰੀ ਜਿਹੜੀ ਉਹ ਨਾਲ ਲੈ ਕੇ ਆ ਜਾਂਦੇ ਨੇ। ਬੁੱਧ, ਰਿੱਧ, ਸਿੱਧ, ਇਸ ਕਰਕੇ ਤਿੰਨਾਂ ਨੂੰ ਹੀ ਸਿਹਾਰੀ ਲੱਗੀ ਹੈ। ਸਾਰੀ ਗੁਰਬਾਣੀ ਵਿੱਚ ਜਿੱਥੇ ਵੀ ਰਿੱਧ, ਸਿੱਧ, ਨਿੱਧ, ਬੁੱਧ ਆਏਗਾ, ਉਹਨਾਂ ਨੂੰ ਤੁਹਾਨੂੰ ਆਖਰੀ ਅੱਖਰ ਨੂੰ ਸਿਹਾਰੀ ਹੀ ਮਿਲੇਗੀ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਜੇਕਰ ਹੈ ਮੇਰੇ ਮਨ ਤੂੰ ਰੱਬੀ ਬੁੱਧ ਚਾਹਨਾ ਹੈ। ਹਰ ਬੁੱਧ ਮੈਨੇ ਰੱਬੀ ਅਕਲ, ਰੱਬ ਵਾਲੀ ਅਕਲ, ਰੱਬ ਵਾਲੀ ਸਿਆਣਪ। ਜੇ ਤੂੰ ਰੱਬ ਵਾਲੀ ਸਿਆਣਪ ਚਾਹੁੰਦਾ ਹੈ, ਰਿੱਧ ਸਿੱਧ, ਰਿੱਧੀ ਤੇ ਸਿੱਧੀ ਚਾਹੁੰਦਾ ਹੈ, ਤੇ ਕੀ ਕਰ? ਚਾਹਤ ਮੈਨੇ ਜੇ ਤੂੰ ਚਾਹੁੰਦਾ ਹੈ ਗੁਰੂ ਗੁਰੂ ਗੁਰ ਕਰ ਮਨ ਮੇਰੇ, ਫਿਰ हे ਮੇਰੇ ਮਨ ਤੂੰ ਗੁਰੂ ਗੁਰੂ ਕਰ ਭਾਵ ਗੁਰੂ ਸ਼ਬਦ ਨਾਲ ਜੁੜ ਜਾ, ਗੁਰੂ ਨਾਲ ਸਾਂਝ ਪਾ ਲੈ, ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਜਾ। ਜਿਸ ਦਿਨ ਗੁਰੂ ਨੂੰ ਜਪ ਲਏਗਾ, ਸ਼ਬਦ ਨੂੰ ਜਪ ਲਏਗਾ, ਗਿਆਨ ਨੂੰ ਜਪ ਲਏਗਾ, ਬਾਣੀ ਨੂੰ ਜਪ ਲਏਗਾ, ਉਦੋਂ हे ਮੇਰੇ ਮਨ ਰੱਬੀ ਅਕਲ ਤੈਨੂੰ ਪ੍ਰਾਪਤ ਹੋ ਜਾਏਗੀ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਇੱਥੇ ਫਿਰ ਤੀਜਾ ਗੁਰ ਰਾਰੇ ਨੂੰ ਔਕੜ ਆ ਗਈ। ਇੱਕ ਵਚਨ ਪੁਲਿੰਗ ਸ਼ਬਦ ਭਾਵ ਇੱਕ ਗੁਰ, ਗੁਰੂ ਇੱਕ ਹੀ ਹੈ। ਤੇ ਜੇ ਇੱਥੇ ਇਕੱਲੇ ਗੁਰੂ ਰਾਮਦਾਸ ਪਾਤਸ਼ਾਹ ਦੀ ਗੱਲ ਚੱਲਦੀ ਹੋਵੇ, ਇਕੱਲੇ ਗੁਰੂ ਰਾਮਦਾਸ ਪਾਤਸ਼ਾਹ ਹੀ ਗੁਰੂ ਨੇ, ਕਿ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਹੀਂ ਹਨ? ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਕੀ ਕਰਾਂਗੇ? ਗੁਰੂ ਨਾਨਕ ਸਾਹਿਬ ਦਾ ਕੀ ਕਰਾਂਗੇ? ਕਿਉਂਕਿ ਗੁਰ ਦੇ ਰਾਰੇ ਨੂੰ ਕਿਉਂ ਕਢਾਈ ਹੈ ਕਿ ਗੁਰੂ ਤੇ ਇੱਕੋ ਹੀ ਹੈ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕੀ ਕਰਾਂਗੇ? ਗੁਰੂ ਸੱਚਮੁੱਚ ਇੱਕ ਹੈ। ਗੁਰੂ ਵੱਖ-ਵੱਖ ਸਰੀਰਕ ਜਾਮਿਆਂ ਦੇ ਵਿੱਚ ਜ਼ਰੂਰ ਟਿਕਿਆ, ਪਰ ਗੁਰੂ ਸ਼ਬਦ ਹੀ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਨਾ, ਮਾਨੋ ਬੱਚੇ ਨੇ ਜਨਮ ਲਿਆ, ਉਹਦਾ ਨਾਂ ਰੱਖ ਦਿੱਤਾ ਸੁਰਜੀਤ ਸਿੰਘ। ਹੁਣ ਜਦੋਂ ਬੱਚਾ ਵੱਡਾ ਹੁੰਦਾ ਹੈ, ਜਵਾਨ ਹੁੰਦਾ ਹੈ, ਉਹਦਾ ਚਿਹਰਾ ਮੋਹਰਾ ਬਦਲ ਜਾਂਦਾ ਹੈ, ਉਹਦੇ ਦਾੜੀ ਆ ਜਾਂਦੀ ਹੈ, ਮੁੱਛਾਂ ਆ ਜਾਂਦੀਆਂ ਨੇ, ਕਿ ਉਹਦਾ ਨਾਮ ਬਦਲ ਜਾਂਦਾ ਹੈ। ਕਿਉਂਕਿ ਸਾਰਾ ਆਕਾਰ ਹੀ ਬਦਲ ਗਿਆ, ਵੱਡਾ ਹੋ ਗਿਆ, ਚਿਹਰਾ ਮੋਹਰਾ ਬਦਲ ਗਿਆ, ਦਾੜੀ ਮੁੱਛਾਂ ਆ ਗਈਆਂ। ਪਹਿਲਾਂ ਬੱਚਾ ਸੀ, ਹੁਣ ਜਵਾਨ ਹੈ, ਕਿ ਉਹਦਾ ਨਾਂ ਬਦਲ ਗਿਆ? ਨਹੀਂ, ਨਾਂ ਨਹੀਂ ਬਦਲਿਆ। ਨਾਂ ਉਹੀ ਹੈ ਜਿਹੜਾ ਮਾਪੇ ਨੇ ਬਚਪਨ ਚ ਰੱਖਿਆ ਸੀ, ਸੁਰਜੀਤ ਸਿੰਘ। ਅੱਜ ਇਹ ਜਵਾਨ ਹੋ ਗਿਆ, ਸਰੀਰ ਦਾ ਰੂਪ ਬਦਲ ਗਿਆ, ਨਾਮ ਉਹੀ ਹੈ ਸੁਰਜੀਤ ਸਿੰਘ। ਫਿਰ ਇਹੀ ਸੁਰਜੀਤ ਸਿੰਘ ਜਵਾਨੀ ਤੋਂ ਬੁਢਾਪੇ ਵੱਲ ਚਲਾ ਗਿਆ। ਕੇਸ ਚਿੱਟੇ ਹੋ ਗਏ, ਦਾੜਾ ਚਿੱਟਾ ਹੋ ਗਿਆ, ਮੁੱਛਾਂ ਚਿੱਟੀਆਂ ਹੋ ਗਈਆਂ, ਚਮੜੀ ਤੇ ਝੁਰੜੀਆਂ ਪੈ ਗਈਆਂ, ਅੱਖਾਂ ਦੀ ਜੋਤ ਘਟ ਗਈ, ਔਰ ਪਿੱਠ 'ਚ ਕੁੱਬ ਪੈ ਗਿਆ, ਝੁਕ ਕੇ ਚੱਲਦਾ ਹੈ। ਹੁਣ ਸਰੀਰ ਪੂਰਾ ਹੀ ਬਦਲ ਗਿਆ। ਜਿਹਨੇ ਜਵਾਨੀ 'ਚ ਦੇਖਿਆ ਸੁਰਜੀਤ ਸਿੰਘ ਨੂੰ, ਬੁਢਾਪੇ 'ਚ ਨੂੰ ਪਛਾਣ ਨਹੀਂ ਸਕਦਾ। ਹੁਣ ਕੀ ਕਵਾਂਗੇ ਕਿ ਉਹਦਾ ਰੂਪ ਬਦਲ ਗਿਆ, ਹੁਣ ਨਾਂ ਵੀ ਬਦਲ ਦਈਏ? ਨਹੀਂ, ਰੂਪ ਬਦਲ ਗਿਆ, ਨਾਂ ਉਹੀ ਹੈ ਸੁਰਜੀਤ ਸਿੰਘ, ਨਾਂ ਨਹੀਂ ਬਦਲਿਆ। ਬਸ ਇਸੇ ਤਰ੍ਹਾਂ ਹੀ ਜਿੱਦਣ ਸ਼ਬਦ ਨੇ ਜਨਮ ਲਿਆ, ਗੁਰੂ ਨਾਨਕ ਪਾਤਸ਼ਾਹ ਨੇ ਨਾਂ ਉਦਣ ਹੀ ਰੱਖ ਦਿੱਤਾ ਸੀ ਗੁਰੂ। ਜਦੋਂ ਸਿੱਧਾ ਨੇ ਪੁੱਛਿਆ ਸੀ ਕਵਣ ਆਰੰਭ ਕਵਣ ਮਤ ਵੇੜਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ? ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ ਕਵਣ ਆਰੰਭ, ਭਾਵ ਹਵਾ ਤੋਂ ਆਰੰਭਤਾ ਹੋਈ ਜੀਵਨ ਦੀ, ਸਵਾਸਾਂ ਤੋਂ। ਸਤਿਗੁਰ ਮਤ ਵੇਲਾ, ਇਹ ਵੇਲਾ ਗੁਰੂ ਦੀ ਮਤ, ਗੁਰੂ ਦਾ ਗਿਆਨ ਲੈਣ ਦਾ ਵੇਲਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ। ਸੁਰਤੀ ਜਿਹੜੀ ਹੈ ਉਹ ਚੇਲਾ ਹੈ, ਜਦੋਂ ਲਗਨ ਲੱਗ ਜਾਂਦੀ ਹੈ ਉਹਨੂੰ। ਇੱਥੇ ਧੁਨ ਦਾ ਮਤਲਬ ਆਵਾਜ਼ ਨਹੀਂ ਹੈ, ਬਹੁਤੇ ਇਹਦਾ ਅਰਥ ਅਨੰਦ ਨਾਦ ਜਾਂ ਧੁਨੀ ਕਰਦੇ ਨੇ। ਧੁਨ ਮੈਨੇ ਲਗਨ, ਫਲਾਣਾ ਧੁਨ ਦਾ ਬੜਾ ਪੱਕਾ ਹੈ, ਲਗਨ ਦਾ ਬੜਾ ਪੱਕਾ ਹੈ। ਸੁਰਤ ਧੁਨ ਚੇਲਾ, ਜਿਹੜਾ ਲਗਨ ਦੇ ਨਾਲ ਸੁਰਤੀ ਨੂੰ ਸ਼ਬਦ ਦੇ ਅੱਗੇ ਝੁਕਾ ਦਿੰਦਾ ਹੈ, ਉਹਦੀ ਸੁਰਤ ਚੇਲਾ ਹੋ ਜਾਂਦੀ ਹੈ ਸ਼ਬਦ ਦੀ। ਇੱਥੇ ਗੁਰੂ ਸ਼ਬਦ ਅੱਗੇ ਸੁਰਤੀ ਨੇ ਝੁਕਣਾ ਹੈ। ਇੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਹੈ, ਮਹੱਤਤਾ ਜਿਹੜੀ ਹੈ, ਉਹ ਸੁਰਤੀ ਦੇ ਝੁਕਣ ਦੀ, ਵੀ ਸੁਰਤ ਝੁਕਦੀ ਕਿ ਨਹੀਂ ਝੁਕਦੀ ਸ਼ਬਦ ਅੱਗੇ। ਗੁਰੂ ਨਾਨਕ ਪਾਤਸ਼ਾਹ ਨੇ ਜਿਸ ਦਿਨ ਸ਼ਬਦ ਦਾ ਜਨਮ ਹੋਇਆ, ਉਸ ਦਿਨ ਨਾਂ ਰੱਖ ਦਿੱਤਾ ਗੁਰੂ, ਸ਼ਬਦ ਗੁਰੂ। ਹੌਲੀ ਹੌਲੀ ਸ਼ਬਦ ਦਾ ਵਿਕਾਸ ਹੋਇਆ, ਸ਼ਬਦ ਵਧਿਆ, ਬਹੁਤ ਸਾਰੀਆਂ ਪੋਥੀਆਂ ਤਿਆਰ ਹੋ ਗਈਆਂ, ਇੱਕ ਖਜ਼ਾਨਾ ਤਿਆਰ ਹੋ ਗਿਆ। ਉਦੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਾਂ ਬਦਲਿਆ ਥੋੜੀ ਹੈ। ਸ਼ਬਦ ਜਦੋਂ ਵੱਧ ਗਿਆ, ਬਾਣੀ ਦਾ ਰੂਪ ਹੋ ਗਿਆ, ਉਦੋਂ ਵੀ ਸਤਿਗੁਰੂ ਨੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ। ਨਾ ਉਦੋਂ ਵੀ ਗੁਰੂ ਹੀ ਹੈ। ਫਿਰ ਜਦੋਂ ਬਾਣੀ ਇੰਨੀ ਜ਼ਿਆਦਾ ਵੱਧ ਗਈ, ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਇੱਕ ਗ੍ਰੰਥ ਬਣਾ ਦਿੱਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਪੂਰਨਤਾ ਦੇ ਦਿੱਤੀ। ਉਦੋਂ ਇੱਕ ਗ੍ਰੰਥ ਵਿੱਚ ਸਾਰੀ ਬਾਣੀ ਸੰਪੂਰਨ ਹੋਈ, ਉਦੋਂ ਨਾਂ ਬਦਲ ਗਿਆ।
नहीं ना फिर ਉਹੀ ਹੈ ਗੁਰੂ ਧੰਨ ਧੰਨ श्री गुरु ग्रंथ साहब जी गुरु नाम ਉਹੀ है क्योंकि गुरु ਇੱਕੋ ਹੀ है और इस गल ਨੂੰ सतगुरु ने स्पष्ट कर ਦਿੱਤਾ ਬਾਣੀ ਚ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਰੀਰ ਗੁਰੂ नहीं है हाँ जिस शरीर ਵਿੱਚ गुरु विराजमान होया ਅਸੀਂ ਉਹਨੂੰ ਸਤਕਾਰ ਦਿੱਤਾ ਉਹੀ ਸ਼ਬਦ ਜਦੋਂ ਗ੍ਰੰਥ ਵਿੱਚ ਆ ਕੇ ਟਿਕ ਅਸੀਂ ਗ੍ਰੰਥ ਨੂੰ ਵੀ ਗੁਰੂ ਕਹਿ ਕੇ ਸਤਕਾਰ ਦੇ ਦਿੱਤਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਦਿੱਤਾ ਗੁਰੂ ਸਿੱਖ ਦਾ ਇੱਕ ਹੈ ਇਸ ਕਰਕੇ ਇੱਥੇ ਰਾਰੇ ਨੂੰ ਔਂਕੜ ਆ ਗਈ ਇੱਕ ਗੁਰੂ 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 ਗੁਰ ਇੱਥੇ ਜੇ ਸਰੀਰ ਦੀ ਗੱਲ ਹੁੰਦੀ ਫਿਰ ਇਕੱਲੇ ਗੁਰੂ ਰਾਮਦਾਸ ਪਾਤਸ਼ਾਹ ਹੀ ਗੁਰੂ ਦੇ ਬਾਕੀ ਨਾ ਹੁੰਦੇ ਪਰ ਇੱਥੇ ਗੱਲ ਸ਼ਬਦ ਗੁਰੂ ਦੀ ਚੱਲ ਰਹੀ ਹੈ ਆਪ ਉਹ ਸ਼ਬਦ ਗੁਰੂ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਚ ਟਿਕਿਆ ਹੋਇਆ ਹੈ ਹੇ ਮਨਾ ਤੂੰ ਵੀ ਉਸ ਸ਼ਬਦ ਨਾਲ ਜੁੜ ਜਾ ਉਸ ਬਾਣੀ ਨਾਲ ਜੁੜ ਜਾ ਗੁਰੂ ਗੁਰੂ ਗੁਰ ਕਰ ਮਨ ਮੇਰੇ ਹੇ ਮੇਰੇ ਮਨ ਤੂੰ ਗੁਰੂ ਗੁਰੂ ਕਰ ਭਾਵੇਂ ਉਹ ਜ਼ਮਾਨਾ ਸੀ ਭਾਵੇਂ ਅੱਜ ਵਾਲਾ ਜ਼ਮਾਨਾ ਹੈ ਤੂੰ ਸ਼ਬਦ ਨਾਲ ਜੁੜ ਤੂੰ ਗੁਰੂ ਪਾਸੋਂ ਗਿਆਨ ਹਾਸਲ ਕਰ ਇਸ ਤੋਂ ਅਗਲਾ ਸਵਈਆ ਗੁਰੂ ਮੁਖ ਦੇਖ ਗਰੂ ਸੁਖ ਪਾਇਓ गुरु मुख देख मुख दे खखे ਨੂੰ ਫਿਰ ਆ ਗਈ ਔਂਕੜ ਭਾਵ ਗੁਰੂ ਮੁਖ ਦੇਖ ਦੇ ਖੱਖੇ ਨੂੰ ਆ ਗਈ ਸਿਆਰੀ ਦੇਖ ਕੇ ਦਰਸ਼ਨ ਕਰਕੇ ਇੱਥੇ ਫਿਰ ਦਰਸ਼ਨ ਨਹੀਂ ਆ ਜਾਏਗਾ ਗੁਰੂ ਮੁਖ ਦੇਖ ਭਾਵ ਗੁਰੂ ਦਾ ਮੁਖ ਦੇਖ ਕੇ ਗੁਰੂ ਦੇ ਦਰਸ਼ਨ ਕਰਕੇ ਗਰੂ ਸੁਖ ਪਾਇਓ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗਰੂ ਦਾ ਅਰਥ ਜਿਹੜਾ ਦਿੱਤਾ ਹੈ ਉਹਦਾ ਅਰਥ ਦਿੱਤਾ ਹੈ ਵੱਡਾ ਵੱਡਾ ਆਨੰਦ ਸੁਖ ਮੈਨੇ ਆਨੰਦ ਵੱਡਾ ਸੁਖ ਪ੍ਰਾਪਤ ਕੀਤਾ ਪਰ ਆਮ ਤੌਰ ਤੇ ਨਾ ਪੰਜਾਬੀ ਵਿੱਚ ਨਾ ਹਿੰਦੀ ਨਾ ਸੰਸਕ੍ਰਿਤ ਨਾ ਉਰਦੂ ਨਾ ਫਾਰਸੀ ਨਾ ਅਰਬੀ ਭਾਸ਼ਾ ਦੇ ਵਿੱਚ ਇਹ ਗੁਰੂ ਸ਼ਬਦ ਕਿਤੇ ਮਿਲਦਾ ਨਹੀਂ ਹੈ ਹੱਥ ਲਿਖਤ ਬੀੜਾਂ ਦੇ ਵਿੱਚ ਇਹਦਾ ਸਰੂਪ ਦਿੱਤਾ ਹੈ ਗੁਰੂ ਗੱਗੇ ਨੂੰ ਔਂਕੜ ਦੇ ਨਾਲ ਜਿਹੜੇ ਹੱਥ ਲਿਖਤ ਸਰੂਪ ਨੇ ਉੱਥੇ ਗੁਰੂ ਲਫ਼ਜ਼ ਜਿਹੜਾ ਹੈ ਦੋ ਵਾਰੀ ਆਇਆ ਇਸ ਸ਼ਬਦ ਦੇ ਵਿੱਚ ਗਰੂ ਸ਼ਬਦ ਜਿਹੜਾ ਹੈ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਤੇ ਇਸੇ ਤਰ੍ਹਾਂ ਹੀ ਅਖੀਰ ਤੇ ਜਾ ਕੇ ਇੱਕ ਵਾਰੀ ਫਿਰ ਇਹੀ ਲਫ਼ਜ਼ ਆਇਆ ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਪਰ ਜਦੋਂ ਅਸੀਂ ਹੱਥ ਲਿਖਤ ਪੀੜਾਂ ਦੇਖਦੇ ਹਾਂ ਮੈਂ ਇੱਥੇ ਦਰਸ਼ਨ ਕਰਾ ਦਿੰਦਾ ਆਪ ਜੀ ਨੂੰ ਉਹਦੇ ਵਿੱਚ ਲਫ਼ਜ਼ ਗੁਰੂ ਆਉਂਦਾ ਹੈ ਗੁਰੂ मैं आप जी ਨੂੰ ਇੱਥੇ ਹੁਣੇ ਉਹਦੇ ਦਰਸ਼ਨ ਕਰਾ ਦਿੰਦਾ ਵਾਂ ਹਾਂਜੀ ਇੱਕ ਤੇ ਸਮੱਥ ਦੀ ਥਾਂ ਤੇ ਸਮਰੱਥ ਰਾਰਾ ਪੂਰਾ ਆਉਂਦਾ ਹੈਗਾ ਦੇਖੋ ਬਹੁਤ ਸਾਰੀਆਂ ਬੀੜਾਂ ਦਾ ਹਵਾਲਾ ਹੈਗਾ ਸੱਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਤੇ ਬਹੁਤ ਸਾਰੀਆਂ ਬੀੜਾਂ ਦੇ ਹੱਥ ਲਿਖਤ ਜਿਹੜੀਆਂ ਪ੍ਰਾਚੀਨ ਬੀੜਾਂ ਨੇ ਉਹਨਾਂ ਦੇ ਹਵਾਲੇ ਮਿਲਦੇ ਨੇ ਵੀ ਕਿਹੜੀਆਂ ਬੀੜਾਂ ਵਿੱਚ ਸਮਰੱਥ ਸ਼ਬਦ ਪੂਰਾ ਆਉਂਦਾ ਹੈ ਰਾਰਾ ਪੂਰਾ ਆਉਂਦਾ ਹੈ ਇਦਾਂ ਹੀ ਇਹਦੇ ਵਿੱਚ ਅਸੀਂ ਇੱਕ ਹੋਰ ਦੇਖਦੇ ਹਾਂ ਦੇਖੋ ਗੁਰੂ ਮੁਖ ਦੇਖ ਖੱਬੇ ਪਾਸੇ ਗਰੂ ਸੁਖ ਪਾਇਓ ਪਰ ਹੱਥ ਲਿਖਤੀ ਬੀੜਾਂ ਦੇ ਵਿੱਚ ਗੁਰੂ ਲਫ਼ਜ਼ ਆਉਂਦਾ ਹੈ ਗੁਰੂ ਤੇ ਯੇ ਦੀ ਥਾਂ ਤੇ ਈੜੀ ਨੂੰ ਸਿਆਰੀ ਆਉਂਦੀ ਹੈ ਗੁਰੂ ਸੁਖ ਪਾਇਓ ਆ ਸਾਰੀਆਂ ਬੀੜਾਂ ਸੱਜੇ ਹੱਥ ਦਿੱਤੀਆਂ ਹੋਈਆਂ ਨੇ ਤੇ ਇਸ ਤੋਂ ਅੱਗੇ ਵੀ ਜਿਹੜਾ ਦੁਬਾਰਾ ਆਉਂਦਾ ਗੁਰੂ ਉੱਥੇ ਵੀ ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਸੱਜੇ ਪਾਸੇ ਗਰੂ ਸੁਖ ਪਾਇਆ ਹੋਇਆ ਖੱਬੇ ਪਾਸੇ ਗੁਰੂ ਗੁਰੂ ਪਾਠ ਹੈਗਾ ਤੇ ਜਿਹੜੀਆਂ ਭੱਟਾਂ ਦੇ ਸਵਈਏ ਨੇ ਇਹਦੇ ਵਿੱਚ ਬਹੁਤ ਥਾਵਾਂ ਤੇ ਯੇ ਦਾ ਪ੍ਰਯੋਗ ਕੀਤਾ ਗਿਆ ਪਰ ਹੱਥ ਲਿਖਤ ਬੀੜਾਂ ਦੇ ਵਿੱਚ ਈੜੀ ਦਾ ਪ੍ਰਯੋਗ ਮਿਲਦਾ ਹੈ ਮੈਂ ਆਪ ਜੀ ਨੂੰ ਪੁਰਾਤਨ ਸਰੂਪ ਦੇ ਵੀ ਦਰਸ਼ਨ ਕਰਾ ਦਿਆਂ ਆ ਦੇਖੋ ਜੀ ਇੱਕ ਤੇ ਇਹਦੇ ਵਿੱਚ ਮੈਂ ਸਮਰੱਥ ਦਿਖਾ ਦਿਆਂ ਆਪ ਜੀ ਨੂੰ ਆ ਦੇਖੋ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਰਾਰਾ ਇੱਥੇ ਪੂਰਾ ਹੈਗਾ ਜਿੱਥੇ ਮੈਂ ਕਰਸਰ ਰੱਖਿਆ ਹੋਇਆ ਸਭ ਤੋਂ ਲਾਸਟ ਲਾਈਨ ਖੱਬੇ ਹੱਥ ਸਮਰੱਥ ਇੱਥੇ ਸਮਰੱਥ ਪੂਰਾ ਹੈਗਾ ਇਸੇ ਤਰ੍ਹਾਂ ਇੱਧਰ ਦੇਖੋ ਜੀ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਗੱਗੇ ਨੂੰ ਇੱਥੇ ਔਂਕੜ ਹੈਗੀ ਹੈ ਜਾਨੇ ਜੀ ਇੱਕ ਸੈਕਿੰਡ ਤਾਰਨ ਤਰਨ ਦਾ ਨਾ ਮੁਖ ਦੇਖ ਗੁਰੂ ਗੁਰੂ ਸੁਖ ਪਾਇਓ ਇੱਥੇ ਵੀ ਗੁਰੂ ਆ ਗਿਆ ਆਖਰੀ ਤੁਕ ਦੇਖੋ ਇੱਥੇ ਫਿਰ ਗੁਰਮੁਖ ਗੁਰੂ ਸੁਖ ਪਾਇਓ ਇੱਥੇ ਗੁਰੂ ਫਿਰ ਆ ਗਿਆ ਤੇ ਇਹ ਮੈਂ ਤਾਂ ਕੱਢ ਕੇ ਰੱਖੇ ਸੀ ਸਰੂਪ ਤਾਂ ਕਿ ਮੈਂ ਆਪ ਜੀ ਨੂੰ ਇਹਦੇ ਦਰਸ਼ਨ ਕਰਾ ਦਿਆਂ ਤੇ ਪਰ ਇਹ ਜਿਹੜਾ ਸ਼ਬਦ ਹੈਗਾ ਵੈ ਗਰੂ ਨਾਮ ਦਾ ਕੋਈ ਸ਼ਬਦ
ਪੰਜਾਬੀ, ਹਿੰਦੀ, ਸੰਸਕ੍ਰਿਤ ਜਿਹੜੀ ਸਾਡੀਆਂ ਆਮ ਭਾਸ਼ਾਵਾਂ ਹੈਗੀਆਂ ਨੇ, ਅਰਬੀ, ਫਾਰਸੀ, ਉਹਨਾਂ ਵਿੱਚ ਇਹ ਕਿਤੇ ਵੀ ਨਹੀਂ ਮਿਲਦਾ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦਾ ਅਰਥ ਕੀਤਾ ਵੱਡਾ। ਗੁਰੂ ਸੁਖ ਮਨੇ ਵੱਡਾ ਸੁਖ। ਖੈਰ, ਇਹਦੇ ਬਾਰੇ ਸਾਨੂੰ ਹੋਰ ਵੀ ਖੋਜ ਕਰਨ ਦੀ ਲੋੜ ਹੈ, ਪਰ ਸਾਡੇ ਸਾਹਮਣੇ ਇਹ ਸ਼ਬਦ ਹੈਗਾ। ਹਾਂਜੀ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਮੁਖ ਮੈਨੇ ਸਤਿਗੁਰੂ ਜੀ ਦਾ ਮੁਖ ਮੂੰਹ, ਦੇਖ ਦੇ ਖੱਖੀ ਨੂੰ ਆ ਗਈ ਸਿਆਰੀ, ਦੇਖ ਕੇ ਗੁਰੂ ਸੁਖ ਪਾਇਓ, ਭਾਵ ਇੱਕ ਵੱਡਾ ਆਤਮਿਕ ਆਨੰਦ ਪ੍ਰਾਪਤ ਕਰ ਲਿਆ। ਸੁਖ ਦੇ ਖੱਖੇ ਨੂੰ ਔਂਕੜ ਆ ਗਈ, ਇੱਥੇ ਇੱਕ ਸੁਖ ਦੀ ਗੱਲ ਹੈ। ਯਾਦ ਰੱਖਿਓ, ਗੁਰਬਾਣੀ ਵਿੱਚ ਜਿੱਥੇ ਦੁੱਖ ਤੇ ਸੁਖ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ, ਇੱਕ ਦੁੱਖ ਇੱਕ ਸੁਖ, ਉੱਥੇ ਇੱਕ ਦੁੱਖ ਆਮ ਤੌਰ ਤੇ ਵਿਛੋੜੇ ਦੇ ਅਰਥਾਂ ਚ ਆਉਂਦਾ ਹੈ, ਰੱਬੀ ਵਿਛੋੜੇ ਵਾਲਾ ਦੁੱਖ, ਤੇ ਸੁਖ ਰੱਬੀ ਮਿਲਾਪ ਵਾਲਾ ਜਾਂ ਆਨੰਦ ਵਾਲਾ ਸੁਖ। ਜਿੱਥੇ ਦੁੱਖ ਸੁੱਖ ਬਿਨਾਂ ਔਂਕੜ ਤੋਂ ਆਉਂਦੇ ਨੇ, ਉੱਥੇ ਬਹੁਤੇ ਦੁੱਖ ਸੁੱਖ, ਉੱਥੇ ਦੁਨਿਆਵੀ ਦੁੱਖਾਂ ਤੇ ਦੁਨਿਆਵੀ ਸੁੱਖਾਂ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਆਤਮਿਕ ਤੌਰ ਤੇ ਸੁੱਖ ਇੱਕੋ ਹੀ ਹੈ, ਉਹ ਖੱਖੇ ਨੂੰ ਔਂਕੜ ਦੇ ਨਾਲ ਆਉਂਦਾ ਹੈ। ਖੁੱਤੀ ਜੋ ਪਿਆਸ, ਪਿਆਸ ਤੇ ਸੱਸੇ ਨੂੰ ਔਂਕੜ ਤਾਂ ਨਹੀਂ ਆਈ, ਕਿਉਂਕਿ ਇਹ ਇਸਤਰੀ ਲਿੰਗ ਸ਼ਬਦ ਹੈਗਾ, ਇਸ ਕਰਕੇ ਇੱਥੇ ਹੁੱਤੀ ਤੋਂ ਵੀ ਪਤਾ ਲੱਗ ਜਾਂਦਾ ਵੀ ਇਹ ਇਸਤਰੀ ਲਿੰਗ ਦਾ ਸ਼ਬਦ ਹੋਣ ਕਰਕੇ ਇੱਥੇ ਹੁੱਤੀ ਆਇਆ। ਖੁੱਤੀ ਜੋ ਪਿਆਸ ਪਿਊਸ ਪੀਵਨ ਕੀ। ਪਿਊਸ ਸ਼ਬਦ ਪਿਊਸ਼ ਤੋਂ ਬਣਿਆ ਮੈਨੇ ਅੰਮ੍ਰਿਤ, ਇਹ ਐਜ਼ ਇਟ ਇਜ਼ ਹੀ ਆਇਆ ਤਤਸਮ ਸ਼ਬਦ, ਜਿਵੇਂ ਇਹ ਸ਼ਬਦ ਹੈਗਾ। ਪੀਵਨ ਕੀ ਭਾਵ ਪੀਣ ਦੀ। ਬੰਛਤ ਸਿੱਧ ਕੋ ਵਿਦ ਮਿਲਾਇਓ। ਬੰਛਤ ਮੈਨੇ ਮਨ ਇੱਛਤ, ਸਿੱਧ ਕੋ, ਸਿੱਧ ਮੈਨੇ ਸਫਲਤਾ। ਸਿੱਧ ਵੀ ਜਦੋਂ ਆਏਗਾ ਆਪਣੀ ਧੱਦੇ ਦੀ ਸਿਆਰੀ, ਮੌਲਿਕ ਸਿਆਰੀ ਨਾਲ ਲੈ ਕੇ ਹੀ ਸ਼ਬਦ ਆਏਗਾ। ਵਿਦ, ਸਿੱਧ, ਰਿੱਧ, ਨਿੱਧ, ਬੁੱਧ, ਇਹ ਸ਼ਬਦ ਸਾਰੇ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਉਂਦੇ ਨੇ। ਬੰਛਤ ਸਿੱਧ ਕੋ ਭਾਵ ਮਨ ਬੰਛਤ ਸਫਲਤਾ ਦੇ ਲਈ। ਵਿਦ ਮਿਲਾਇਓ, ਇੱਥੇ ਵਿਦ ਦਾ ਭਾਵ ਵਿਧੀ, ਵਿਧੀ ਮੈਨੇ ਢੰਗ, ਮਿਲਾਇਓ ਮੈਨੇ ਮਿਲਾ ਦਿੱਤਾ। ਭਾਵ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਅਮਰਦਾਸ ਸਾਹਿਬ ਜੀ ਦਾ ਦਰਸ਼ਨ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੱਡਾ ਆਨੰਦ ਪਾਇਆ ਹੈ। ਖੁੱਤੀ ਜੋ ਪਿਆਸ ਪਿਊਸ਼ ਪੀਵਨ ਕੀ। ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਹੈ, ਜਿਹੜੀ ਪਿਆਸ ਲੱਗੀ ਹੋਈ ਹੈ, ਬੰਛਤ ਸਿੱਧ ਕੋ, ਉਹ ਜਿਹੜੀ ਸਫਲ ਮਨ ਇੱਛਤ ਸਫਲਤਾ ਪਾਉਣ ਵਾਸਤੇ ਵਿਦ ਮਿਲਾਇਓ, ਹਰੀ ਨੇ ਇੱਕ ਢੰਗ ਬਣਾ ਦਿੱਤਾ। ਉਹ ਢੰਗ ਕਿਹੜਾ ਹੈ? ਉਹ ਹੈ ਗੁਰੂ ਸ਼ਬਦ। ਅਗਲੀ ਤੁਕ ਦੇਖੋ, ਪੂਰਨ ਭੋ ਮਨ ਠੌਰ ਬਸੋ। ਪੂਰਨ ਮੈਨੇ ਕੰਪਲੀਟ, ਪੂਰਨ ਭੋ, ਭੋ ਮੈਨੇ ਹੋ ਗਿਆ, ਬਿਲਕੁਲ ਹੋ ਗਿਆ, ਪੂਰਨ ਤੌਰ ਤੇ ਹੋ ਗਿਆ। ਕੀ ਹੋ ਗਿਆ? ਮਨ ਠੌਰ ਬਸੋ। ਮਨ ਜਿਹੜਾ ਇਹ ਠੌਰ ਮੈਨੇ ਥਾਂ, ਬਸੋ ਮੈਨੇ ਵਸ ਪਿਆ, ਭਾਵ ਇੱਕ ਥਾਂ ਤੇ ਵਸ ਗਿਆ, ਇੱਕ ਥਾਂ ਤੇ ਟਿਕ ਗਿਆ। ਉਹ ਮਨ ਜਿਹੜਾ ਦੌੜਦਾ ਸੀ ਉਹ ਇੱਕ ਥਾਂ ਤੇ ਆ ਕੇ ਟਿਕ ਗਿਆ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹੰ ਦਿਸ਼ਤਾਇਓ। ਪੂਰਨ ਭਉ ਪੂਰਾ ਹੋ ਗਿਆ, ਮਨ ਠੌਰ ਬਸੋ, ਭਾਵ ਉਹ ਮਨ ਰੱਜ ਗਿਆ, ਇੱਕ ਥਾਂ ਤੇ ਆ ਕੇ ਟਿਕ ਗਿਆ। ਬਾਸਨ ਸਿਓ, ਰਸ ਬਾਸਨ ਸਿਓ, ਤੇ ਰਸ ਬਹੁਤੇ ਨੇ, ਸੱਸੇ ਨੂੰ ਤਾਂ ਔਂਕੜ ਨਹੀਂ ਆਈ, ਤੇ ਬਾਸਨ ਨੰਨਾ ਨੂੰ ਵੀ ਮੁਕਤਾ ਹੋਣ ਕਰਕੇ ਵਾਸ਼ਨਾਵਾਂ ਵੀ ਬਹੁਵਚਨ ਆ ਗਈਆਂ। ਰਸਾਂ ਤੇ ਵਾਸ਼ਨਾਵਾਂ ਸਿਉ ਮੈਨੇ ਨਾਲ, ਰਸ ਬਾਸਨ ਸਿਉ, ਰਸਾਂ ਤੇ ਵਾਸ਼ਨਾਵਾਂ ਦੇ ਨਾਲ ਜੋ ਦਹੰ ਦਿਸ਼ਤਾਇਓ। ਦਹੰ ਮੈਨੇ 10, ਦਿਸ਼ ਮੈਨੇ ਸੱਸੇ ਸਿਆਰੀ ਆ ਗਈ, ਦਿਸ਼ਾਵਾਂ। ਦਿਸ਼ ਵੀ ਲਫ਼ਜ਼ ਆਪਣੀ ਮੌਲਿਕ ਸਿਆਰੀ ਇਹ ਨਾਲ ਹੀ ਲੈ ਕੇ ਆਉਂਦਾ ਹੈ। ਧਾਇਓ ਮੈਨੇ ਦੌੜਦਾ ਹੈ। ਉਹ ਮਨ ਜਿਹੜਾ ਰਸਾਂ ਤੇ ਵਾਸ਼ਨਾਵਾਂ ਦੇ ਨਾਲ ਲੱਗ ਕੇ ਦਸੇ ਪਾਸੇ ਦੌੜਦਾ ਹੈ, 10 ਦਿਸ਼ਾਵਾਂ ਚ ਦੌੜਦਾ ਹੈ, ਜੋ ਦਹੰ ਦਿਸ਼ਤਾਇਓ। 10 ਦਿਸ਼ਾਵਾਂ ਨੇ, ਪੂਰਬ, ਪੱਛਮ, ਉੱਤਰ, ਦੱਖਣ, 4 ਦਿਸ਼ਾਵਾਂ ਇਹ ਹੋ ਗਈਆਂ। ਤੇ 4 ਦਿਸ਼ਾਵਾਂ ਦੇ 4 ਕੋਨੇ ਹੋ ਗਏ, ਅਗਨੀ ਕੋਣ, ਨੈਰਤੀ ਕੋਣ, ਵਾਇਵੀ ਕੋਣ, ਈਸ਼ਾਨ ਕੋਣ, ਇਹ ਹੋ ਗਏ 8। 9ਵੀਂ ਉੱਪਰ ਦਿਸ਼ਾ, 10ਵੀਂ ਥੱਲੇ ਦਿਸ਼ਾ, ਇਹਨਾਂ ਨੂੰ 10 ਦਿਸ਼ਾਵਾਂ ਮੰਨਿਆ ਗਿਆ। ਭਾਵ ਹਰ ਤਰਫ ਦੌੜਿਆ, ਹਰ ਤਰਫ ਭਟਕਿਆ। ਇਹ ਗੁਰਬਾਣੀ ਚ ਬਹੁਤ ਥਾਵਾਂ ਤੇ ਸ਼ਬਦ ਹੁੰਦਾ ਹੈ, ਦਹਿ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ। ਦਹਿ ਦਿਸ ਛਤਰ ਮੈਨੇ 10 ਦਿਸ਼ਾਵਾਂ ਤੋਂ ਬੱਦਲ ਬਣ ਕੇ ਆਏ। ਹੁਣ 10 ਦਿਸ਼ਾਵਾਂ ਚ ਤੇ ਗਿਆ, ਪਰ 11ਵੀਂ ਦਿਸ਼ਾ ਚ ਗਿਆ ਨਹੀਂ ਸੀ, ਕਿਵੇਂ ਟਿਕਾ ਆਉਂਦਾ ਹੈ? ਬਾਹਰੋਂ 10 ਦਿਸ਼ਾਵਾਂ ਚ ਭਟਕਿਆ, 11ਵੀਂ ਦਿਸ਼ਾ ਕਿਹੜੀ ਹੈ? 11ਵੀਂ ਦਿਸ਼ਾ ਆਪਣੇ ਅੰਦਰ ਟਿਕਣਾ ਸੀ। ਇਹ ਆਪ ਖੁਦ ਸੈਂਟਰ ਸੀ ਉਹਨਾਂ 10 ਦਿਸ਼ਾਵਾਂ ਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
तू अपनी असलीयत देख भी तू की है, मूल मैंने अपनी असलीयत देख। मन हरजी तेरे नाल है, गुरमती रंगमान। हुण ਉਹ ਜਿਹੜਾ ਮਨ ਦਸਾਂ ਦਿਸ਼ਾਵਾਂ 'ਚ ਭਟਕਦਾ ਸੀ, ਪੂਰਨ ਭਉ ਮਨ ਠੌਰ ਵਸੋ। ਉਹ ਪੂਰਨ ਤੌਰ ਤੇ ਮਨ ਇੱਕ ਥਾਂ ਤੇ ਟਿਕ ਗਿਆ। ਠੌਰ मैंने जगह, ਥਾਂ, ਬਸੋ मैंने ਵਸ ਗਿਆ। ਪੂਰਨ ਭਉ मैंने ਪੂਰਨ ਤੌਰ ਤੇ ਇਹ ਮਨ ਜਿਹੜਾ ਭਟਕਦਾ ਹੋਇਆ ਦਸਾਂ ਦਿਸ਼ਾਵਾਂ ਦੇ ਵਿੱਚ ਹੁਣ ਟਿਕ ਗਿਆ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਹੰ ਦਿਸ਼ ਧਾਇਓ। ਜਿਹੜਾ ਰਸਾਂ ਤੇ ਵਾਸ਼ਨਾਵਾਂ ਦੇ ਨਾਲ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਹੋਇਆ ਮਨ ਸੀ, ਉਹ ਪੂਰਨ ਤੌਰ ਤੇ ਟਿਕ ਗਿਆ। ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਉਦਾਹਰਨ ਵੀ ਦਿੱਤੀ ਕਿ ਜਿਵੇਂ ਮੈਲਾ ਸੋਨਾ ਹੋਵੇ ਨਾ, ਅਸ਼ੁੱਧ ਸੋਨਾ, ਉਹਨੂੰ ਕੁਠਾਲੀ 'ਚ ਪਾਓ, ਉਹ ਤੇਜ਼ੀ ਨਾਲ ਚੱਕਰ ਕੱਢਦਾ ਹੈ ਕੁਠਾਲੀ ਦੇ ਵਿੱਚ। ਤੇ ਜਿਵੇਂ ਜਿਵੇਂ ਉਹਦੀ ਮੈਲ ਸੜਦੀ ਜਾਂਦੀ ਹੈ, ਸ਼ੁੱਧ ਹੁੰਦਾ ਜਾਂਦਾ ਹੈ, ਉਹਦੀ ਦੌੜ ਘਟਦੀ ਜਾਂਦੀ ਹੈ, ਇੱਕ ਥਾਂ ਤੇ ਆ ਕੇ ਉਹ ਟਿਕ ਜਾਂਦਾ ਹੈ। ਤਨ ਤੇ ਮਨ 'ਚ ਬਸ ਇਹੀ ਇੱਕ ਫਰਕ ਹੈ। ਤਨ ਅਡੋਲਤਾ ਤੋਂ ਸ਼ੁਰੂ ਹੁੰਦਾ ਹੈ ਤੇ ਦੌੜ ਤੱਕ ਖਤਮ ਹੁੰਦਾ ਹੈ। ਤਨ ਦੀ ਮੰਜ਼ਿਲ ਹੈ ਦੌੜ। ਜਿਸ ਦਿਨ ਪੈਦਾ ਹੋਇਆ ਸਰੀਰ ਬੱਚੇ ਦਾ, ਉਦੋਂ ਇੱਕ ਥਾਂ ਤੇ ਪਿਆ, ਹਿਲ ਜੁਲ ਨਹੀਂ ਸਕਦਾ, ਉੱਠ ਕੇ ਕਿਤੇ ਜਾ ਨਹੀਂ ਸਕਦਾ, ਬਸ ਪਿਆ। ਮਾਂ ਉਹਦਾ ਪਾਸਾ ਪਲਟੇ ਤੇ ਪਲਟੇ ਨਹੀਂ ਤੇ ਉਹ ਪਿਆ। ਪਰ ਜਿਵੇਂ ਜਿਵੇਂ ਤਨ ਆਪਣਾ ਵਿਕਾਸ ਕਰਦਾ ਹੈ, ਫਿਰ ਹੌਲੀ ਹੌਲੀ ਉਹ ਰਿੜਨਾ ਸ਼ੁਰੂ ਕਰ ਦਿੰਦਾ ਹੈ। ਹੌਲੀ ਹੌਲੀ ਪੈਰਾਂ ਤੇ ਖਲੋਣਾ ਸ਼ੁਰੂ ਕਰ ਦਿੰਦਾ ਹੈ ਤਨ। ਹੌਲੀ ਹੌਲੀ ਫਿਰ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇੱਕ ਸਮਾਂ ਆਉਂਦਾ ਹੈ ਜ਼ਿੰਦਗੀ 'ਚ ਉਹ ਤੇਜ਼ੀ ਨਾਲ ਦੌੜਦਾ ਹੈ ਤੇ ਤਨ ਦੀ ਮੰਜ਼ਿਲ ਹੈ ਦੌੜ। ਜਿੱਦਣ ਦੌੜਨਾ ਸ਼ੁਰੂ ਹੋ ਗਿਆ, ਉਸ ਤੋਂ ਵੱਧ ਹੁਣ ਕੁਝ ਨਹੀਂ ਕਰ ਸਕਦਾ, ਹਵਾ 'ਚ ਨਹੀਂ ਉੱਡ ਸਕਦਾ। ਦੌੜਨਾ ਤਨ ਦੀ ਮੰਜ਼ਿਲ ਹੈ। ਮਨ ਬਿਲਕੁਲ ਉਲਟ ਹੈ। ਮਨ ਜਦੋਂ ਪੈਦਾ ਹੁੰਦਾ ਤੇਜ਼ੀ ਨਾਲ ਦੌੜਦਾ ਹੈ। ਜਿਵੇਂ ਜਿਵੇਂ ਗੁਰੂ ਸ਼ਬਦ ਨਾਲ ਜੁੜਦਾ ਹੈ, ਇਹਦੀ ਦੌੜ ਘਟਦੀ ਜਾਂਦੀ ਹੈ, ਫਿਰ ਤੁਰਨ ਲੱਗ ਜਾਂਦਾ ਹੈ। ਤੁਰਨ ਤੋਂ ਬਾਅਦ ਰਿੜਨ ਲੱਗ ਜਾਂਦਾ ਹੈ। ਰਿੜਨ ਤੋਂ ਬਾਅਦ ਇੱਕ ਸਮਾਂ ਆਉਂਦਾ ਹੈ, ਉਹ ਟਿਕ ਜਾਂਦਾ ਹੈ। ਤਨ ਦੀ ਮੰਜ਼ਿਲ ਦੌੜ ਹੈ ਤੇ ਮਨ ਦੀ ਮੰਜ਼ਿਲ ਦੌੜ ਤੋਂ ਸ਼ੁਰੂ ਹੋ ਕੇ ਟਿਕਾ ਵਿੱਚ ਆ ਜਾਣਾ। ਜਿਵੇਂ ਮਾਨੋ ਸੋਨਾ ਸ਼ੁੱਧ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਜਿਉ ਕਨਕੋ ਕੁਠਾਰੀ ਚਰਿਓ, ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਹੈ ਬਾਹਰੇ। ਜਦੋਂ 12 ਵੰਨੀਆਂ ਦਾ ਸ਼ੁੱਧ ਹੋ ਜਾਂਦਾ ਹੈ, ਭਾਵ 24 ਕੈਰਟ ਦਾ ਹੋ ਜਾਂਦਾ ਹੈ, ਜਬ ਤੇ ਸ਼ੁੱਧ ਪਏ ਹੈ ਬਾਹਰੇ, ਤਬ ਤੇ ਥਾਨ ਫਿਰੋ, ਉਦੋਂ ਇੱਕ ਥਾਂ ਟਿਕ ਜਾਂਦਾ ਹੈ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਹੰ ਦਿਸ਼ ਧਾਇਓ। ਜਿਹੜਾ ਰਸਾਂ ਵਾਸ਼ਨਾ ਦੇ ਨਾਲ ਦਸਾਂ ਦਿਸ਼ਾਵਾਂ 'ਚ ਭਟਕਦਾ ਸੀ, ਹੁਣ ਉਹਨੂੰ ਆਪਣੀ ਮੰਜ਼ਿਲ ਮਿਲ ਗਈ, ਉਹ ਟਿਕਾ ਦੇ ਵਿੱਚ ਆ ਗਿਆ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਿਆਣ ਤੀਰ ਬਿਪਾਸ ਬਨਾਇਓ। ਗੋਬਿੰਦਵਾਲ, ਇੱਥੇ ਗੋਬਿੰਦਵਾਲ ਦਾ ਭਾਵ ਗੋਇੰਦਵਾਲ ਸ਼ਹਿਰ ਦਾ ਜ਼ਿਕਰ ਹੈ, ਜਿਹੜਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਸਾਇਆ ਸੀ ਤੇ ਵਸਾਇਆ ਵੀ ਬਿਆਸ ਦਰਿਆ ਦੇ ਕਿਨਾਰੇ। ਗੋਬਿੰਦਪੁਰੀ ਸਮ, ਗੋਬਿੰਦ ਦਾ ਇੱਥੇ ਅਰਥ ਹੈ ਹਰੀ, ਪ੍ਰਭੂ। ਗੋਬਿੰਦਵਾਲ ਲੱਲੇ ਨੂੰ ਔਂਕੜ ਆ ਗਈ, ਭਾਵ ਇੱਕ ਵਚਨ ਪੁਲਿੰਗ ਸ਼ਹਿਰ ਦਾ ਨਾਮ ਹੈ ਗੋਬਿੰਦਵਾਲ, ਭਾਵ ਗੋਇੰਦਵਾਲ। ਗੋਬਿੰਦਪੁਰੀ ਸਮ, ਸ਼ਾਇਦ ਗੋਬਿੰਦ ਬੱਬਾ ਤਾਂ ਵਰਤਿਆ ਹੋਏਗਾ ਕਿਉਂਕਿ ਗੋਬਿੰਦ ਨਾਲ ਗੱਲ ਚੱਲ ਰਹੀ ਹੈ, ਗੋਬਿੰਦ ਪ੍ਰਭੂ ਦੇ ਨਾਲ, ਇਸ ਕਰਕੇ ਗੋਬਿੰਦਵਾਲ ਸ਼ਾਇਦ ਉਹਨਾਂ ਨੇ ਲਫ਼ਜ਼ ਵਰਤਿਆ, ਇਸੇ ਕਰਕੇ ਹੋਏਗਾ। ਭਾਵ ਇਹ ਗੋਬਿੰਦਪੁਰੀ ਵਾਂਗੂ ਹੈ ਗੋਬਿੰਦਵਾਲ। ਗੋਇੰਦਵਾਲ ਜਿਹੜਾ ਹੈ ਗੋਬਿੰਦਪੁਰੀ ਸਮ, ਗੋਬਿੰਦ ਭਾਵ ਪ੍ਰਭੂ। ਤੇ ਇੱਥੇ ਪ੍ਰਭੂ ਵਾਸਤੇ ਦੱਦੇ ਨੂੰ ਔਂਕੜ ਆਣੀ ਚਾਹੀਦੀ ਸੀ, ਨਹੀਂ ਆਈ। ਇਹਦਾ ਮਤਲਬ ਜਾਂ ਬਹੁਵਚਨ ਹੈ। ਹੁਣ ਰੱਬ ਗੋਬਿੰਦ ਤੇ ਬਹੁਵਚਨ ਹੋ ਨਹੀਂ ਸਕਦਾ, ਫਿਰ ਕੀ ਕਾਰਨ ਹੈ? ਇਹ ਸੰਬੋਧਨ ਹੋਏਗਾ, ਹੇ ਗੋਬਿੰਦ, ਤਾਂ ਵੀ ਗੱਲ ਨਹੀਂ ਬਣਦੀ। ਫਿਰ ਕੀ ਕਾਰਨ? ਤੀਜਾ ਕਾਰਨ ਕੀ ਹੈ ਔਂਕੜ ਨਾ ਆਉਣ ਦਾ? ਸੰਬੰਧਕ। ਕੋਈ ਨਾ ਕੋਈ ਸੰਬੰਧਕ ਹੋਏਗਾ, ਲੁਪਤ ਜਾਂ ਪ੍ਰਗਟ। ਹੁਣ ਪ੍ਰਗਟ ਸੰਬੰਧਕ ਪੁਰੀ ਸੰਬੰਧਕ ਨਹੀਂ ਹੈ, ਪੁਰੀ ਤੇ ਹੈ ਨਗਰੀ। ਹਾਂ, ਲੁਪਤ ਸੰਬੰਧਕ ਹੈ ਗੋਬਿੰਦ ਦੇ ਨਗਰ, ਗੋਬਿੰਦ ਦੀ ਪੁਰੀ। ਉਸ ਸੰਬੰਧਕ ਨੇ ਦੱਦੇ ਦੀ ਔਂਕੜ ਖਤਮ ਕਰ ਦਿੱਤੀ। ਗੋਬਿੰਦਪੁਰੀ ਸਮ ਭਾਵ ਗੋਬਿੰਦ ਦੇ ਨਗਰ ਦੇ ਸਮਾਨ। ਇੱਥੇ ਸਮ ਜਿਹੜਾ ਹੈ ਸਮਾਨ, ਇਹ ਵੀ ਸੰਬੰਧਕ ਹੀ ਹੈ, ਪਰ ਇਹ ਪੁਰੀ ਦਾ ਸੰਬੰਧਕ ਹੈ, ਨਗਰ ਦੇ ਸਮਾਨ। ਹਰੀ ਦੇ, ਗੋਬਿੰਦ ਦੇ ਨਾਲ ਜਿਹੜਾ ਸੰਬੰਧਕ ਹੈ ਉਹ ਦੇ ਹੈ। ਹਰੀ ਦੇ ਨਗਰ ਸਮਾਨ, ਪ੍ਰਭੂ ਦੇ ਨਗਰ ਦੇ ਸਮਾਨ। ਤੇ ਪ੍ਰਭੂ ਦਾ ਨਗਰ ਕਿਹੜਾ ਹੈ? ਪ੍ਰਭੂ ਦਾ ਨਗਰ ਹੈ ਬੈਕੁੰਠ। ਇੱਥੇ ਭੱਟ ਜਿਹੜੇ ਨੇ ਇੱਕ ਪ੍ਰਤੀਕਾਤਮਕ ਜਿਹੜਾ ਲਫ਼ਜ਼ ਹੈ ਉਹ ਵਰਤ ਰਹੇ ਨੇ, ਬੈਕੁੰਠ ਭਾਵ ਗੋਬਿੰਦਪੁਰੀ ਜਿਹੜੀ ਜਿੱਥੇ ਰੱਬ ਰਹਿੰਦਾ ਵੈ, ਉਹਦੇ ਵਾਂਗੂ ਇਹ ਹੁਣ ਗੋਬਿੰਦਵਾਲ ਬਣ ਗਿਆ। ਭਾਵ ਗੋਬਿੰਦਵਾਲ ਦੇ ਵਿੱਚ, ਗੋਇੰਦਵਾਲ ਦੇ ਵਿੱਚ ਹੁਣ ਰੱਬ ਵਸਦਾ ਹੈ, ਇਹ ਰੱਬ ਦਾ ਘਰ ਹੋ ਗਿਆ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਿਆਣ ਤੀਰ ਬਿਪਾਸ ਬਣਾਇਓ। ਜਲਿਆਣ ਮੈਨੇ ਜਲ, ਜਲਾਂ ਦੇ, ਬਹੁਤੇ ਜਲ ਭਾਵ ਪਾਣੀਆਂ ਦੇ। ਕਿਹੜੇ ਪਾਣੀਆਂ ਦੇ? ਤੀਰ। ਤੀਰ ਦਾ ਮਤਲਬ ਹੁੰਦਾ ਕਿਨਾਰਾ,
ਰਾਰੇ ਨੂੰ ਸਿਆਰੀ ਲੱਗ ਗਈ ਕਿਨਾਰੇ ਉੱਤੇ, ਜਲਾਂ ਦੇ ਕਿਨਾਰੇ ਉੱਤੇ। ਕਿਹੜੇ ਜਲਾਂ ਦੇ ਕਿਨਾਰੇ ਉੱਤੇ? ਬਿਪਾਸ। ਇੱਥੇ ਸੱਸੇ ਨੂੰ ਔਂਕੜ ਨਹੀਂ ਆਈ, ਹਾਲਾਂਕਿ ਪੁਲਿੰਗ ਸ਼ਬਦ ਹੈ ਬਿਆਸ, ਦਰਿਆ, ਪਰ ਸੱਸੇ ਦੀ ਔਂਕੜ ਨਹੀਂ ਆਈ। ਇਹਦਾ ਮਤਲਬ ਇੱਥੇ ਵੀ ਅੱਗੇ ਸੰਬੰਧਕ ਹੈਗਾ ਬਿਆਸ ਦੇ, ਭਾਵ ਬਿਆਸ ਦੇ ਪਾਣੀਆਂ ਦੇ ਕੰਢੇ ਤੇ ਬਣਾਇਓ। ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਿਆਸ ਦੇ ਪਾਣੀਆਂ ਦੇ ਕੰਢੇ ਦੇ ਉੱਪਰ ਗੋਇੰਦਵਾਲ ਬਣਾਇਆ, ਉੱਤੇ ਬੈਕੁੰਠ ਵਰਗਾ ਹੈ, ਉੱਤੇ ਰੱਬ ਦਾ ਘਰ ਬਣ ਗਿਆ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿयन तीर बिपास बनायो, गयो दुख दूर बरखन को। गयो दुख, दुख ਦੇ ਖੱਖੇ ਨੂੰ ਆ ਗਈ ਔਂਕੜ, ਇਹ ਦੁੱਖ ਮੁੱਕ ਗਿਆ, ਵਿਛੋੜੇ ਦਾ ਦੁੱਖ ਖਤਮ ਹੋ ਗਿਆ, ਜਿਹੜਾ ਚਿਰਾਂ ਤੋਂ ਵਿਛੜੇ ਹੋਏ ਸਾਂ। ਦੂਰ ਬਰਖਨ ਕੋ, ਦੁੱਖ ਦੂਰ ਹੋ ਗਿਆ। ਬਰਖਨ ਮੈਨੇ ਵਰਿਆਂ ਦਾ, ਬਰਖਨ ਬਰਖ ਕਹਿੰਦੇ ਨੇ 1 ਸਾਲ ਨੂੰ ਜੇ ਖੱਖੇ ਨੂੰ ਔਂਕੜ ਆ ਜਾਏ ਬਰਖ, ਜਾਂ ਵਰਸ ਵੀ ਆ ਜਾਂਦਾ ਹੈ, ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ। ਤੇ ਜਦੋਂ ਕਿ ਨੰਨਾ ਲੱਗ ਗਿਆ ਬਰਖਨ ਮੈਨੇ ਬਹੁਤੇ ਸਾਲ, ਬਰਖਨ ਕੋ ਮੈਨੇ ਸਾਲਾਂ ਬੱਧੀ ਦੁੱਖ ਸੀ ਇੱਕ ਵਿਛੋੜੇ ਦਾ, ਇੱਕ ਵਿਛੋੜੇ ਦਾ ਦੁੱਖ ਸੀ, ਉਹ ਦੂਰ ਹੋ ਗਿਆ, ਹੁਣ ਆਤਮਿਕ ਸੁੱਖ ਮਿਲ ਗਿਆ। ਇੱਥੇ ਇੱਕ ਦੁੱਖ ਤੇ ਇੱਕ ਸੁੱਖ ਦੀ ਗੱਲ ਹੈ। ਗਇਓ ਦੁੱਖ ਦੂਰ ਬਰਖਨ ਕੋ, ਭੱਟਾਂ ਨੂੰ ਇਹ ਦੁੱਖ ਥੋੜੀ ਸੀ ਵੀ ਗਰੀਬੀ ਹੈ, ਜਾਂ ਇਹ ਦੁੱਖ ਸੀ ਵੀ ਰੋਗ ਹੈ ਉਹਨਾਂ ਨੂੰ ਕੋਈ, ਇੱਕ ਦੁੱਖ ਸੀ ਵੀ ਰੱਬ ਕਿਵੇਂ ਮਿਲੇ, ਇਸੇ ਦੀ ਖੋਜ ਲਈ ਤੁਰੇ ਸਨ। ਔਰ ਥਾਂ ਥਾਂ ਤੇ ਗਏ, ਜਗ੍ਹਾ ਜਗ੍ਹਾ ਸਾਧਾਂ ਸੰਤਾਂ ਨੂੰ ਮਿਲੇ। ਰਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆਂ ਮੁਖੋਂ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, कहत्या कहती सुनी रहत को खुशी ना आयो, हर नाम छोड़ दूजे लगे तिनके गुण हो क्या कहो। ਅਖੀਰਲਾ ਫਿਰ ਘਰ ਮਿਲਿਆ ਗੁਰੂ ਨਾਨਕ ਦਾ, ਗੁਰੂ ਦਈ ਮਿਲਾਇਓ ਭਖਿਆ ਜਿਵ ਤੂੰ ਰੱਖਿਆ ਤਿਉ ਰਹੋ। ਜਿਹੜਾ ਸਾਲਾਂ ਦਾ ਦੁੱਖ ਸੀ ਨਾ ਰੱਬੀ ਵਿਛੋੜੇ ਦਾ, ਉਹ ਦੂਰ ਕਰਨ ਵਾਸਤੇ ਗਇਓ ਦੁੱਖ ਦੂਰ ਬਰਖਨ ਕੋ, ਭਾਵ ਵਰਿਆਂ ਦਾ, ਸਾਲਾਂ ਦਾ ਜਿਹੜਾ ਦੁੱਖ ਸੀ ਉਹ ਦੂਰ ਹੋ ਗਿਆ। ਪਰ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਜ਼ਿਕਰ ਕਰ ਰਹੇ ਨੇ ਕਿ ਇੱਕ ਵਰਿਆਂ ਦਾ ਦੁੱਖ ਸੀ ਵਿਛੋੜੇ ਦਾ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਉਹ ਜਿਹੜਾ ਦੁੱਖ ਸੀ ਵਿਛੋੜੇ ਦਾ, ਗੁਰੂ ਦਾ ਮੁਖ ਦੇਖ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਵੱਡਾ ਸੁਖ ਪ੍ਰਾਪਤ ਕਰ ਲਿਆ। ਸੁਖ ਦੇ ਫਿਰ ਖੱਕੇ ਨੂੰ ਔਂਕੜ ਆ ਗਈ ਹੈ। ਹੱਥ ਲਿਖਤ ਬੀੜਾਂ ਵਿੱਚ ਇੱਥੇ ਵੀ ਗੁਰੂ ਪਾਠ ਹੁੰਦਾ ਹੈ, ਆਪ ਜੀ ਨੂੰ ਮੈਂ ਦਿਖਾ ਚੁੱਕਿਆ ਵਾਂ, ਪਰ ਪ੍ਰਿੰਟਡ ਬੀੜਾਂ ਦੇ ਵਿੱਚ ਗੁਰੂ ਪਾਠ ਆਉਂਦਾ ਹੈ। ਸੋ ਗੁਰਮੁਖ ਦੇਖ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮੁਖ ਦੇਖ ਕੇ, ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਰਸਤੇ ਤੇ ਚੱਲ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਵੱਡਾ ਸੁਖ ਪ੍ਰਾਪਤ ਕਰ ਲਿਆ, ਤੇ ਉਹਨਾਂ ਦਾ ਵਰਿਆਂ ਦਾ ਦੁੱਖ ਜਿਹੜਾ ਉਹ ਵਿਛੋੜੇ ਦਾ ਦੂਰ ਹੋ ਗਿਆ। ਇਸ ਤੋਂ ਅਗਲਾ ਸਵਈਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਘਨ ਹਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਹੜਾ ਸਮਰੱਥ ਗੁਰੂ ਹੈ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ, ਸਿਰ ਹੱਥ ਧਰਿਓ, ਸਿਰ ਦੇ ਆਗੇ ਰਾਰੇ ਨੂੰ ਸਿਆਰੀ, ਸਿਰ ਉੱਤੇ ਸਮਰੱਥ ਗੁਰੂ ਹੱਥ ਧਰਿਆ, ਹੱਥ ਦੇ ਥੱਥੇ ਨੂੰ ਆ ਕੇ ਔਂਕੜ, ਧਰਿਓ ਮੈਨੇ ਧਰ ਦਿੱਤਾ। ਸਮਰੱਥ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਿਰ ਤੇ ਹੱਥ ਧਰ ਦਿੱਤਾ। ਜਦੋਂ ਗੁਰੂ ਸਿਰ ਤੇ ਹੱਥ ਰੱਖਦੇ ਉਦੋਂ ਕੀ ਹੁੰਦਾ? ਗੁਰੂ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਦੇ ਰਾਰੇ ਨੂੰ ਆ ਗਈ ਸਿਆਰੀ, ਗੁਰੂ ਨੇ ਕੀਨੀ ਕਿਰਪਾ ਮੈਨੇ ਕਿਰਪਾ ਕਰ ਦਿੱਤੀ। ਉਹ ਕਿਹੜੀ ਕਿਰਪਾ ਕੀਤੀ? ਗੁਰੂ ਜਦੋਂ ਕਿਰਪਾ ਕਰਦਾ ਉਹ ਨਾਮ ਨਾਲ ਜੋੜਦਾ ਹੈ, ਗਿਆਨ ਦੇ ਦਿੰਦਾ ਹੈ। ਆਹ ਹੈ ਗੁਰੂ ਦੀ ਕਿਰਪਾ। ਕਾਰ ਕੋਠੀ ਗੁਰੂ ਦੀ ਕਿਰਪਾ ਨਹੀਂ ਹੈ, ਧਨ ਦੌਲਤ ਗੁਰੂ ਦੀ ਕਿਰਪਾ ਨਹੀਂ ਹੈ। ਗੁਰੂ ਦੀ ਕਿਰਪਾ ਹੈ ਗਿਆਨ ਦੇਣਾ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਜਦੋਂ ਗੁਰੂ ਕਿਰਪਾ ਕਰਦਾ ਹੈ, ਅਗਿਆਨਤਾ ਕੱਟ ਦਿੰਦਾ ਹੈ ਤੇ ਰੱਬ ਦਾ ਨਾਮ ਦੇ ਦਿੰਦਾ ਹੈ। ਗੁਰੂ ਕੀਨੀ ਕਿਰਪਾ, ਗੁਰੂ ਨੇ ਕਿਰਪਾ ਕੀਤੀ। ਕਿਹੜੀ ਕਿਰਪਾ ਕੀਤੀ? ਹਰ ਨਾਮ ਦਿਓ, ਪ੍ਰਭੂ ਨਾਮ ਦੇ ਦਿੱਤਾ, ਰੱਬ ਨਾਮ ਦੇ ਦਿੱਤਾ। ਨਾਮ ਦੇ ਮੰਮੀ ਨੂੰ ਔਂਕੜ, ਇੱਕ ਵਚਨ ਪੁਲਿੰਗ, ਪ੍ਰਭੂ ਦਾ ਨਾਮ ਬਖਸ਼ ਦਿੱਤਾ। ਜਿਸ ਦੇਖ ਚਰਨ, ਜਿਸ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕੀਤਿਆਂ, ਦੇਖ ਦੇ ਖੱਖੇ ਨੂੰ ਆ ਗਈ ਸਿਆਰੀ, ਦੇਖ ਕੇ ਚਰਨ, ਨੰਨਾ ਮੁਕਤਾ ਹੈ ਭਾਵ ਬਹੁਤੇ, ਬਹੁਵਚਨ ਸ਼ਬਦ, ਦੋ ਚਰਨ। ਜਿਸ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਨੂੰ ਦੇਖ ਕੇ ਅਘਨ ਹਰਿਓ, ਅਘਨ ਨੰਨਾ ਮੁਕਤਾ ਹੈ ਭਾਵ ਬਹੁਤੇ, ਭਾਵ ਬਹੁਵਚਨ ਸ਼ਬਦ,
ਹਰਿਓ ਮਨੇ ਦੂਰ ਹੋ ਗਏ। ਭਾਵ ਜਦੋਂ ਸਮਰੱਥ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਿਰ ਤੇ ਹੱਥ ਰੱਖਿਆ ਤੇ ਉਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ। ਉਸ ਗੁਰੂ ਨੇ ਮਿਹਰ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਨੂੰ ਹਰੀ ਦਾ ਨਾਮ ਬਖਸ਼ਿਆ। ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਹੈ ਉਦੋਂ ਸਾਰੇ ਪਾਪ ਵਿਕਾਰ ਖਤਮ ਕਰ ਦਿੰਦਾ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਦੋਂ ਗੁਰੂ ਮਸਤਕ ਤੇ ਹੱਥ ਰੱਖਦਾ ਹੈ ਸਾਰੀਆਂ ਬੁਰਾਈਆਂ ਅੰਦਰੋਂ ਬਾਹਰ ਕੱਢ ਦਿੰਦਾ ਹੈ। ਜਦੋਂ ਗੁਰੂ ਮਸਤਕ ਤੇ ਹੱਥ ਰੱਖਦਾ ਹੈ। ਇਸ ਤਰ੍ਹਾਂ ਦੇ ਸ਼ਬਦ ਗੁਰਬਾਣੀ ਵਿੱਚ ਅਸੀਂ ਬਹੁਤ ਥਾਵਾਂ ਤੇ ਪੜ੍ਹਦੇ ਹਾਂ ਕਿ ਜਦੋਂ ਗੁਰੂ ਕਿਰਪਾ ਕਰਦਾ ਹੈ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਨਾਥਾ। ਜਨਮਾਂ ਜਨਮਾਂਤਰਾਂ ਦੇ ਕਿਲਵਿਖ ਪਾਪ ਉਤਰ ਗਏ, ਸਾਰੇ ਕਰਜ਼ੇ ਮੁੱਕ ਗਏ, ਨਾਮ ਦਾ ਰਤਨ ਪ੍ਰਾਪਤ ਹੋ ਗਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਜਿਸ ਗੁਰੂ ਦੇ ਚਰਨਾਂ ਦੇ ਦਰਸ਼ਨ ਕੀਤਿਆਂ, ਇੱਥੇ ਨਿਮਰਤਾ ਸੂਚਕ ਹੈ, ਭਾਵ ਗੁਰੂ ਦੇ ਅੱਗੇ ਝੁਕਿਆ, ਗੁਰੂ ਦੇ ਚਰਨਾਂ ਵਿੱਚ ਟਹਿ ਪਿਆ। ਅਗਨ ਹਰਿਓ, ਸਾਰੇ ਪਾਪ ਦੂਰ ਹੋ ਗਏ। ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਨਿਸ ਤੇ ਸੱਸੇ ਨੂੰ ਆ ਗਈ ਸਿਆਰੀ, ਇਹ ਆਪਣੀ ਮੌਲਿਕ ਸਿਆਰੀ ਇਸਤਰੀ ਲਿੰਗ ਸ਼ਬਦ ਨਾਲ ਲੈ ਕੇ ਆਉਂਦਾ ਹੈ। ਨਿਸ ਮੈਨੇ ਨਿਸ਼ਾ, ਨਿਸ਼ਾ ਮੈਨੇ ਰਾਤ, ਬਾਸੁਰ ਮੈਨੇ ਦਿਨ। ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਏਕ ਸਮਾਨ ਧਿਆਨ। ਸਮਾਨ ਬਰਾਬਰ ਸੰਬੰਧਕ ਹੋਣ ਕਰਕੇ ਏਕ ਦੇ ਕੱਕੇ ਦੀ ਧਿਆਨ ਦੇ ਨੰਨੇ ਦੀ ਔਂਕੜ ਉੱਡ ਗਈ। ਇੱਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਾਵ ਨਿਸ ਬਾਸੁਰ ਏਕ ਸਮਾਨ ਧਿਆਨ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧਿਆਨ ਇੱਕ ਸਮਾਨ ਰਹਿੰਦਾ ਹੈ, ਇੱਕ ਰਸ ਰਹਿੰਦਾ ਹੈ। ਸੋ ਨਾਮ ਸੁਨੇ, ਉਹ ਨਾਮ ਜਿਸ ਨਾਮ ਦੇ ਸੁਣਨ ਨਾਲ, ਇੱਥੇ ਨਾਮ ਦੇ ਮੰਮੀ ਨੂੰ ਤਾਂ ਔਂਕੜ ਨਹੀਂ ਆਈ, ਦੇ ਲੁਪਤ ਸੰਬੰਧਕ ਆ ਗਿਆ। ਸੋ ਨਾਮ ਸੁਣੇ, ਉਸ ਨਾਮ ਦੇ ਸੁਣਨ ਦੇ ਨਾਲ ਸੁਤ ਭਾਨ ਡਰਿਓ। ਸੁਤ ਮੈਨੇ ਪੁੱਤਰ, ਤੱਤੇ ਨੂੰ ਆ ਗਈ ਔਂਕੜ, ਇੱਕ ਵਚਨ ਪਿੰਗ। ਭਾਨ ਮੈਨੇ ਸੂਰਜ, ਤੇ ਭਾਨ ਦੇ ਨੰਨੇ ਨੂੰ ਔਂਕੜ ਨਹੀਂ ਆਈ, ਅੱਗੇ ਲੁਪਤ ਸੰਬੰਧਕ ਆ ਗਿਆ ਦਾ। ਭਾਨ ਦਾ ਸੁਤ, ਭਾਨ ਦਾ ਪੁੱਤਰ, ਤੇ ਭਾਨ ਹੈ ਸੂਰਜ, ਤੇ ਸੂਰਜ ਦਾ ਪੁੱਤਰ ਮੰਨਿਆ ਗਿਆ ਜਮ, ਭਾਵ ਮੌਤ। ਸੁਤ ਭਾਨ ਡਰਿਓ, ਮੌਤ ਵੀ ਡਰਦੀ ਹੈ, ਜਿਹਦਾ ਨਾਮ ਸੁਣ ਕੇ ਜਮ ਵੀ ਡਰਦਾ ਹੈ। ਭਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਭਨ ਦੇ ਨੰਨ ਨੂੰ ਆ ਗਈ ਸਿਆਰੀ, ਤੇ ਇੱਥੇ ਹੁਕਮੀ ਭਵਿੱਖਕਾਲ ਮੱਧਮ ਪੁਰਖ ਇੱਕ ਵਚਨੀ ਕਿਰਿਆ, ਭਾਵ ਤੂੰ ਆਖ। ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਆਈ, ਤੇ ਇੱਥੇ ਹੁਣ ਬਣ ਗਿਆ ਤੂੰ ਆਖ ਦਾਸ। ਹੇ ਦਾਸ, ਦਾਸ ਦੇ ਸੱਸੇ ਨੂੰ ਔਂਕੜ ਨਹੀਂ ਆਈ, ਸੰਬੋਧਨ ਆ ਗਿਆ, ਹੇ ਦਾਸ ਤੂੰ ਆਖ। ਇੱਥੇ ਦਾਸ ਭੱਟ ਨਲ ਦਾ ਉਪਨਾਮ ਹੈਗਾ ਇਹ। ਹੇ ਭੱਟ ਨਲ, ਹੇ ਭੱਟ ਦਾਸ ਤੂੰ ਆਖ। ਕੀ ਆਖ? ਸੋ ਆਸ ਜਗਤਰ ਗੁਰੂ ਕੀ। ਆਸ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਸੱਸੇ ਨੂੰ ਔਂਕੜ ਨਹੀਂ ਆਈ। ਜਗਤਰ ਗੁਰੂ ਕੀ, ਇੱਥੇ ਜਗਤਰ ਦੀ ਤਾਂ ਔਂਕੜ ਨਹੀਂ ਆਈ ਕਿਉਂਕਿ ਅੱਗੇ ਲੁਪਤ ਸੰਬੰਧਕ ਆ ਗਿਆ ਦੇ, ਜਗਤ ਦੇ ਗੁਰੂ ਦੀ। ਸੋ ਆਸ ਜਗਤਰ ਗੁਰੂ ਦੀ ਕੀ, ਭਾਵ ਜਗਤ ਦੇ ਗੁਰੂ ਦੀ ਹੀ ਆਸ ਹੈ। ਹੇ ਭੱਟ ਦਾਸ, ਇਹ ਆਖ ਕਿ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਆਸ ਹੈ। ਉਹ ਹਨ ਗੁਰੂ ਅਮਰਦਾਸ ਸਾਹਿਬ ਜੀ। ਪਾਰਸ ਭੇਟ, ਪਾਰਸ ਦੇ ਸੱਸੇ ਨੂੰ ਆ ਗਈ ਔਂਕੜ, ਭਾਵ ਇਹ ਵਿਸ਼ੇਸ਼ਣ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਗੁਰੂ ਅਮਰਦਾਸ ਪਾਤਸ਼ਾਹ ਭੇਟ ਟੈਂਕ ਨੂੰ ਸਿਆਰੀ ਆ ਗਈ, ਮਿਲ ਕੇ ਪਰਸ ਕਰਿਓ। ਪਰਸ ਦੇ ਸੱਸੇ ਨੂੰ ਆ ਗਈ ਔਂਕੜ, ਪ੍ਰਸ਼ਨ ਯੋਗ ਕਰ ਦਿੱਤਾ, ਭਾਵ ਪਾਰਸ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਆਪ ਵੀ ਪ੍ਰਸ਼ਨ ਯੋਗ ਪਾਰਸ ਹੋ ਗਏ। ਰਾਮਦਾਸ ਗੁਰੂ ਹਰ ਸਤ ਕੀਓ। हे दास कवि तू कह कि रामदास गुरु, इथे रामदास ਦੀ ਵੀ ਸੱਸੇ ਨੂੰ ਔਂਕੜ ਭਾਵ ਇੱਕ ਵਚਨ ਪੁਲਿੰਗ ਸ਼ਬਦ ਹੈ। ਗੁਰੂ ਰਾਮਦਾਸ ਸਾਹਿਬ ਜੀ ਹਰ ਸਤ ਕੀਓ, ਹਰੀ ਨੇ ਉਹਨਾਂ ਨੂੰ ਅਟਲ ਕਰ ਦਿੱਤਾ। ਸਤ ਮੈਨੇ ਸਦੀਵੀ ਫਿਰ ਅਟਲ, ਕੀਓ ਪ੍ਰਭੂ ਨੇ ਉਹਨਾਂ ਨੂੰ ਅਡੋਲ ਕਰ ਦਿੱਤਾ। ਉਹ ਆਤਮਿਕ ਤੌਰ ਤੇ ਅਡੋਲ ਹੋ ਗਏ। ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ, ਸਮਰੱਥ ਗੁਰੂ ਨੇ, ਭਾਵ ਉਹ ਗੁਰੂ ਜਿਹੜਾ ਸਮਰੱਥ ਹੈ, ਗੁਰੂ ਸਮਰੱਥ ਨੇ ਸਿਰ ਹੱਥ ਧਰਿਓ। ਸਿਰ ਦੇ ਰਾਰੇ ਨੂੰ ਆ ਗਈ ਸਿਆਰੀ, ਸਿਰ ਉੱਤੇ ਹੱਥ ਧਰਿਓ।
ਇੱਕ ਵਚਨ ਪੁਲਿੰਗ ਹੱਥ ਰੱਖ ਦਿੱਤਾ। ਗੁਰੂ ਸਮਰੱਥ ਨੇ, ਭਾਵ ਸਮਰੱਥ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਆਣ ਕਰਕੇ ਸਮਰੱਥ ਦੇ ਥੱਥੇ ਦੀ ਔਂਕੜ ਨਹੀਂ ਆਈ। ਸਿਰ ਹੱਥ ਧਰਿਓ, ਗੁਰੂ ਰਾਮਦਾਸ ਪਾਤਸ਼ਾਹ ਦੇ ਸਿਰ ਤੇ ਹੱਥ ਰੱਖਿਆ ਹੋਇਆ ਹੈ। ਭੱਟ ਨਲ ਜੀ ਦਾ ਆਖਰੀ ਸਵਈਆ ਕਹਿ ਕੇ ਆਪਾਂ ਸਮਾਪਤੀ ਕਰ ਦਿਆਂਗੇ। ਅਬ ਰਾਖੋ ਦਾਸ ਪਾਠ ਕੀ ਲਾਜ। ਹੁਣ ਇੱਥੇ ਕਵੀ ਜੀ ਜਿਹੜੇ ਨੇ ਇੱਕ ਸੰਬੋਧਨ ਕਰ ਰਹੇ ਨੇ, हे ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀਓ, ਹੁਣ ਕੀ ਕਰੋ, ਅਬ ਰਾਖੋ ਮੈਨੇ ਹੁਣ ਰੱਖ ਲਓ ਦਾਸ ਪਾਟ ਕੀ। ਜਿਹੜਾ ਦਾਸ ਪੱਟ ਹੈਗਾ, ਨਲ ਪੱਟ ਹੈਗਾ, ਇੱਥੇ ਕੀ ਸੰਬੰਧਕ ਹੋਣ ਕਰਕੇ ਪਾਠ ਦੇ ਟੈਂਕੇ ਦੀ ਔਂਕੜ ਹਟ ਗਈ। ਉਹਦਾ ਨਾਮ ਕਿਉਂਕਿ ਦਾਸ ਹੈ, ਇਸ ਕਰਕੇ ਸੱਸੀ ਦੀ ਔਂਕੜ ਹਟ ਗਈ। ਭੱਟ ਦਾਸ ਦੀ ਲਾਜ ਇਸਤਰੀ ਲਿੰਗ ਹੋਣ ਕਰਕੇ ਔਂਕੜ ਹਟ ਗਈ। ਹੁਣ ਭੱਟ ਦਾਸ ਦੀ ਇੱਜ਼ਤ ਰੱਖ ਲਓ। ਕਿਵੇਂ ਇੱਜ਼ਤ ਰੱਖ ਲਓ? ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਲਾਜ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਜੱਜਾ ਮੁਕਤ ਆਇਆ ਹੈ। ਜਿਵੇਂ ਭਗਤ ਪ੍ਰਹਿਲਾਦ ਦੀ ਇੱਜ਼ਤ ਰੱਖੀ, ਪ੍ਰਹਿਲਾਦ ਦੇ ਦੱਦੇ ਦੀ ਔਂਕੜ ਹਟ ਗਈ ਕਿਉਂਕਿ ਅੱਗੇ ਕੀ ਸੰਬੰਧਕ ਲੱਗ ਗਿਆ। ਉਹਦਾ ਵਿਸ਼ੇਸ਼ਣ ਭਗਤ ਵੀ ਤੱਤਾ ਮੁਕਤਾ ਆ ਗਿਆ। ਜਿਵੇਂ ਭਗਤ ਪ੍ਰਹਿਲਾਦ ਦੀ ਇੱਜ਼ਤ ਰੱਖੀ। ਹਰਨਾਖਸ਼ ਫਾਰੇ ਕਰ ਆਜ, ਹਰਨਾਖਸ਼ ਦਾ ਸੱਸਾ ਮੁਕਤਾ ਹੈ, ਭਾਵ ਹਰਨਾਖਸ਼ ਨੂੰ ਸੰਬੰਧਕ ਆ ਗਿਆ ਫਾਰੇ। ਜਿਵੇਂ ਹਰਨਾਖਸ਼ ਨੂੰ ਫਾੜਿਆ, ਕਰ ਆਜ, ਕਰ ਰਾਰਾ ਮੁਕਤਾ, ਮੈਨੇ ਹੱਥ ਬਹੁਵਚਨ ਹੱਥਾਂ ਨਾਲ, ਆਜ ਮੈਨੇ ਨੋਹਾਂ ਨਾਲ, ਹੱਥਾਂ ਦੇ ਨੋਹਾਂ ਦੇ ਨਾਲ ਜਿਵੇਂ ਹਰਨਾਖਸ਼ ਨੂੰ ਫਾੜਿਆ ਸੀ। ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ। ਇੱਥੇ ਜਿਹੜੇ ਭੱਟ ਨੇ ਇਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਰੱਬ ਦੇ ਦਰਸ਼ਨ ਕਰ ਰਹੇ ਨੇ ਕਿ ਸਾਡੇ ਲਈ ਤੂੰ ਹੀ ਉਹ ਹੈ ਜਿਹਨੇ ਪ੍ਰਹਲਾਦ ਦੀ ਇੱਜ਼ਤ ਰੱਖੀ, ਜਿਹਨੇ ਦ੍ਰੋਪਤੀ ਦੀ ਇੱਜ਼ਤ ਰੱਖੀ। ਫੁਨ ਮੈਨੇ ਫਿਰ ਦ੍ਰੋਪਤੀ ਲਾਜ ਰੱਖੀ, ਦ੍ਰੋਪਤੀ ਦੀ ਇੱਜ਼ਤ ਰੱਖੀ। ਹਰ ਪ੍ਰਭ ਜੀ, ਹਰੀ ਪ੍ਰਭੂ ਜੀ ਨੇ ਛੀਨਤ ਬਸਤਰ, ਛੀਨਤ ਮੈਨੇ ਖੋਏ ਜਾ ਰਹੇ ਸਨ। ਜਦੋਂ ਬਸਤਰ ਬਹੁਵਚਨ ਆ ਗਿਆ, ਜਦੋਂ ਉਹਦੇ ਬਸਤਰ ਖੋਏ ਜਾ ਰਹੇ ਸਨ। ਦੀਨ ਬਹੁ ਸਾਜ, ਉਦੋਂ ਬਹੁਤ ਸਾਰਾ ਸਮਾਨ ਤੁਸੀਂ ਦਿੱਤਾ, ਭਾਵ ਉਦੋਂ ਬਹੁਤ ਸਮਾਨ ਬਖਸ਼ਿਆ ਤੇ ਦ੍ਰੋਪਦੀ ਦੀ ਇੱਜ਼ਤ ਬਚਾਈ। ਗੁਰਬਾਣੀ ਨੇ ਵੀ ਇਹੀ ਲਫ਼ਜ਼ ਕਿਹਾ ਸੀਗਾ ਕਿ ਪੰਚਾਲੀ ਕੋ ਰਾਜ ਸਭਾ में ਰਾਮ ਨਾਮ ਸੁਧ ਆਈ। ਪੰਚਾਲੀ ਨੂੰ ਰੱਬ ਦੇ ਨਾਮ ਦੀ ਯਾਦ ਆਈ ਸੀ ਉਸ ਸਭਾ ਦੇ ਵਿੱਚ। ਸੋਦਾਮਾ ਅਪਦਾ ਤੇ ਰਾਖਿਆ, ਗਨਿਕਾ ਪੜਤ ਪੂਰੇ ਤਿਹ ਕਾਚ। ਸੁਦਾਮਾ ਅਪਦਾ ਤੇ ਰਾਖਿਆ, ਇੱਥੇ ਸੁਦਾਮੇ ਦੀ ਗੱਲ ਹੈ। ਅਪਦਾ ਮੈਨੇ ਮੁਸੀਬਤ। ਜਿਵੇਂ ਸੁਦਾਮੇ ਨੂੰ ਅਪਦਾ ਤੋਂ, ਮੁਸੀਬਤ ਤੋਂ ਬਚਾਇਆ, ਕਸ਼ਟਾਂ ਤੋਂ ਬਚਾਇਆ। ਗਨਕਾ ਪੜਤ ਪੂਰੇ ਤਿਹ ਕਾਚ। ਗਨਕਾ ਇੱਕ ਵਿਸ਼ਵਾ ਹੈ, ਪੜਤ ਭਾਵ ਉਹਨੇ ਪੜ੍ਹਦਿਆਂ ਹੈ, ਜਿਹੜੀ ਪੜ੍ਹਨ ਵਾਲੀ ਸੀ, ਰਾਮ ਦਾ ਨਾਮ ਪੜ੍ਹਨ ਵਾਲੀ, ਪੂਰੇ ਮੈਨੇ ਪੂਰਨ ਕਰ ਦਿੱਤੇ, ਸਿਰੇ ਚਾੜ ਦਿੱਤੇ। ਇਹ ਕਾਜ, ਉਹਦੇ ਸਾਰੇ ਕਾਰਜ, ਜੱਜਾ ਮੁਕਤਾ ਹੈਗਾ ਬਹੁਵਚਨ, ਭਾਵ ਜਦੋਂ ਗਨਕਾ ਰਾਮ ਨਾਮ ਨੂੰ ਪੜ੍ਹਦੀ ਹੈ ਉਹਦੇ ਕਾਰਜ ਸਿਰੇ ਚਾੜ ਦਿੱਤੇ। ਸ਼੍ਰੀ ਸਤਗੁਰ ਸੁਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਪਾਠ ਕੀ ਲਾਜ। ਸ਼੍ਰੀ ਸਤਗੁਰ ਰਾਰੇ ਨੂੰ ਔਂਕੜ ਨਹੀਂ ਆਈ, ਇੱਥੇ ਸੰਬੋਧਨ ਹੈਗਾ, हे श्री सतगुरु गुरु रामदास पातशाह जीओ, सुप्रसन्न कलयुग होए। हुण मेरे ते भी इस समय त्रुट जाओ, इस समय दे विच मेरे ते भी त्रुट जाओ। राखो दास पाठ की लाज। जिहड़ा दास पट हैगा, भाव वो पट जी दा उपनाम है दास। की ने पाठ ते दास दे दोनों दे आखिरी अखर दी औंकड़ खत्म कर दित्ती। दास पट दी लाज स्त्रीलिंग शब्द होने करके जजा मुक्ता है। हे सतगुरु गुरु रामदास पातशाह जीओ, श्री सतगुर सुप्रसन्न कलयुग होए। कि सतगुरु पातशाह हुण तुसीं भी त्रुट के की करो, राखो दास पाठ की लाज। अपने सेवक जिहड़ा पट दास हैगा, नल है, इहदी भी इज्जत रख लो। रड छंद दे ये 8 सवैये इत्थे संपूर्ण हन। अगों झोलना छंद दे जिहड़े 4 सवैये आरंभ हो जाएंगे। मेरे पासों विचारां करदियां होईयां बेअंत भुल्लां खिमा कर देणियां जी। मिल के फतेह बुलाओ। वाहिगुरू जी का खालसा, वाहिगुरू जी की फतेह। पूर्व पुरख ਅਤੇ ਕਰਤਾ ਪੁਰਖ ਦੇ ਅੰਤਰ ਬਾਰੇ ਜਾਣਕਾਰੀ ਦੇਣਾ ਜੀ। पूर्व पुरख ਅਤੇ ਕਰਤਾ ਪੁਰਖ ਦਾ ਅੰਤਰ। ਹਾਂਜੀ, पूर्व पुरख ਹੁੰਦਾ ਜਿਹੜਾ ਪੂਰਨ ਪੁਰਖ ਹੈ, ਭਾਵ ਕੰਪਲੀਟ ਇਨਸਾਨੀਅਤ ਹੈ ਜਿਹਦੇ ਵਿੱਚ, ਜਿਹੜਾ ਕੰਪਲੀਟ ਇਨਸਾਨੀਅਤ ਹੈ। ਦੂਜਾ ਪੁਰਖ ਦਾ ਅਰਥ ਵਿਆਪਕ ਵੀ ਹੁੰਦਾ ਹੈ, ਜਿਹੜਾ ਹਰ ਥਾਂ ਤੇ ਪੂਰਿਆ ਹੋਇਆ ਹੈ, ਵਿਆਪਕ ਹੈਗਾ ਵੈ, ਕਣ ਕਣ ਵਿੱਚ। ਭਾਵ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਚੱਲ ਹੈਗੀ। ਮੈਂ ਦੁਬਾਰਾ ਦੇਖ ਲੈਣਾ ਵੀ ਕਿਸ ਗੁਰੂ ਸਾਹਿਬ ਦੀ। ਪੂਰੋ ਪੁਰਖ ਹਿਰਦੈ ਹਰ ਸਿਮਰਤ,
ਹਾਂਜੀ, ਇੱਥੇ ਪੂਰਨ ਪੁਰਖ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜ਼ਿਕਰ ਚੱਲ ਰਿਹਾ ਹੈ। ਉਹ ਪੂਰਨ ਹਨ, ਭਾਵ ਆਪਣੇ ਜੀਵਨ ਵਿੱਚ ਸਫਲ ਨੇ। ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਪੂਰਾ ਹੋ ਗਿਆ, ਮਰ ਕੇ ਕਦੀ ਕੋਈ ਪੂਰਾ ਨਹੀਂ ਹੁੰਦਾ। ਪੂਰਾ ਤੇ ਜਿੰਦੇ ਜੀ ਹੋਣਾ ਪੈਂਦਾ, ਤੇ ਪੂਰੇ ਹੋਣ ਦਾ ਮਤਲਬ ਪੂਰੇ ਚ ਸਮਾ ਜਾਣਾ, ਪ੍ਰਭੂ ਚ ਲੀਨ ਹੋ ਜਾਣਾ। ਜਿਵੇਂ ਇੱਕ ਬੂੰਦ ਹੈ ਮਾਨੋ, ਜਿਸ ਦਿਨ ਸਾਗਰ ਚ ਮਿਲ ਜਾਏਗੀ ਉਦੋਂ ਨੂੰ ਪੂਰਨ ਹੋ ਜਾਏਗੀ, ਭਾਵ ਸਾਗਰ ਦਾ ਰੂਪ ਹੋ ਜਾਏਗੀ। ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਨੇ ਉਹ ਪੂਰਨ ਪੁਰਖ ਪ੍ਰਭੂ ਦਾ ਰੂਪ ਹੋ ਗਏ ਨੇ। ਤੇ ਕਰਤਾ ਪੁਰਖ, ਕਰਤਾ ਮੈਨੇ ਕੁਝ ਕਰਨ ਵਾਲਾ, ਜਿਹੜਾ ਕੁਝ ਕਰ ਰਿਹਾ ਹੈ ਤੇ ਕਰਕੇ ਸਮਾ ਜਾਣ ਵਾਲਾ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਕਰਤਾ ਨੇ, ਉਹ ਸਾਡੇ ਜੀਵਨ ਲਈ ਬਹੁਤ ਕੁਝ ਕਰਕੇ ਗਏ ਨੇ, ਸਾਨੂੰ ਗਿਆਨ ਦੇ ਕੇ ਗਏ ਨੇ, ਸਾਨੂੰ ਰਚ ਕੇ ਗਏ ਨੇ, ਸਾਡੇ ਲਈ ਇੱਕ ਕੇਂਦਰੀ ਸਥਾਨ ਸਥਾਪ ਕੇ ਗਏ ਨੇ। ਉਹ ਕਰਤਾ ਨੇ, ਕੁਝ ਕਰਕੇ ਗਏ ਨੇ ਸਮਾਜ ਦੇ ਲਈ। ਤੇ ਪੁਰਖ ਮੈਨੇ ਵਿਆਪਕ, ਹੁਣ ਸਰੀਰ ਕਰਕੇ ਭਾਵੇਂ ਉਹ ਨਹੀਂ ਹਨ, ਪਰ ਅੱਜ ਉਹਨਾਂ ਦੀ ਕਿਰਤ ਦੇਖ ਕੇ ਅਸੀਂ ਉਹਨਾਂ ਨੂੰ ਯਾਦ ਕਰ ਲੈਂਦੇ ਹਾਂ, ਭਾਵੇਂ ਉਹ ਗਏ ਨਹੀਂ ਹਨ, ਸਾਡੇ ਵਿੱਚ ਹੀ ਕਿਰਤ ਰੂਪ ਵਿੱਚ ਸਾਡੇ ਚ ਹੀ ਸਮਾਏ ਹੋਏ ਨੇ। ਉਹਨਾਂ ਦੀ ਕਿਰਤ ਦੇਖ ਕੇ, ਉਹਨਾਂ ਦੀ ਬਾਣੀ ਦੇਖ ਕੇ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਉਹਦੇ ਵਿੱਚੋਂ ਝਲਕ ਮਿਲ ਜਾਂਦੀ ਹੈ। ਇਸ ਕਰਕੇ ਉਹ ਕਰਤਾ ਪੁਰਖ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਵਿੱਚ ਸਮਾ ਗਿਆ। ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗਿਆਨ ਦਾ ਖਜ਼ਾਨਾ ਦਿੱਤਾ, ਉਸ ਬਾਣੀ ਚ ਆਪ ਵੀ ਸਮਾ ਗਏ। ਹੁਣ ਉਹ ਉਹਦੇ ਵਿੱਚ ਸਾਡੇ ਸਮਾਏ ਹੋਏ ਸਤਿਗੁਰੂ ਕਰਤਾ ਪੁਰਖ ਹੋ ਗਏ ਨੇ। ਇਸੇ ਤਰ੍ਹਾਂ ਹੀ ਅਗਲਾ ਇੱਕ ਹੋਰ ਆਇਆ ਸੀ, ਗੁਰੂ ਸੁਖ ਪਾਇਓ ਦਾ ਮੀਨਿੰਗ ਪ੍ਰਣਾਲ ਹੀ ਅੱਗੇ ਆ ਗਿਆ ਸੀ, ਵੀ ਕਲੀਅਰ ਹੋ ਗਿਆ ਵੈ। ਦੂਹ ਦਾ ਉਚਾਰਨ ਕਿਵੇਂ ਕਰਨਾ ਹੈ? ਹਾਂਜੀ, ਦੂਹ ਦਾ ਉਚਾਰਨ ਦੂਹੋਂ ਨਾਸਕੀ ਉਚਾਰਨ ਨਹੀਂ ਹੋਏਗਾ। ਤੇ ਇਹ ਮੈਂ ਫਿਰ ਵੀ ਇੱਕ ਵਾਰੀ ਤੁਕ ਦੇ ਦਹਾਂ ਹੈ ਜੀ, ਦੂਹੋਂ ਨਹੀਂ, ਅੱਛਾ, ਦਹੂੰ ਦਹੰ ਬਿਨਾਂ ਦਿਸਤਾਇਓ। ਔਕੜ ਦੇ। ਹਾਂ, ਦਹੰ, ਇੱਥੇ ਦਹੰ ਹੀ ਪੜਨਾ ਪਏਗਾ, ਭਾਵ ਦਸਾਂ ਦਿਸ਼ਾਵਾਂ ਦੇ ਵਿੱਚ। ਮੈਂ ਪੰਕਤੀ ਯਾਦ ਆ ਗਈ ਮੈਨੂੰ, ਜਿਹਦੇ ਵਿੱਚ ਆਇਆ ਸੀ, ਦਹੰ ਦਿਸ਼ਤਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ। ਜੋ ਦਹੰ ਦਿਸ਼ਤਾਇਓ, ਦਹ ਮੈਨੇ ਦਸਾਂ, ਬਹੁਵਚਨ ਹੋਣ ਕਰਕੇ ਦਸਾਂ ਦੇ ਰੂਪ ਚ ਆਇਆ, ਦਸਾਂ ਦਿਸ਼ਾਵਾਂ ਵਿੱਚ। ਧਾਇਓ ਮੈਨੇ ਦੌੜਦਾ ਹੈ, ਇਸ ਕਰਕੇ ਇਹਦਾ ਨਾਸਕੀ ਉਚਾਰਨ ਹੋਏਗਾ, ਦਹੰ ਦਿਸ਼ਤਾਇਓ, ਦਸਾਂ ਦਿਸ਼ਾਵਾਂ ਵਿੱਚ ਦੌੜਦਾ ਹੈ। ਦਹੰ ਦਿਸ਼ ਤਾਇਓ, ਦਿਸ਼ ਵਿਸ਼ੇਸ਼ਾ ਪੈਰ ਬਿੰਦੀ ਵਾਲਾ ਆਏਗਾ ਜੀ। ਹਾਂਜੀ, ਇੱਕ ਹੋਰ ਹੋਰ ਕਿਸੇ ਚੈਟ ਵਿੱਚ ਦਾ ਆਇਆ ਸੀਗਾ, ਗੁਰ ਪਰਮੇਸ਼ਰ ਇੱਕੋ ਜਾਨ ਦਾ ਭਾਵ ਸਪਸ਼ਟ ਕਰ ਦਿਓ ਜੀ। ਗੁਰ ਪਰਮੇਸ਼ਰ ਇੱਕੋ ਜਾਨ। ਹਾਂਜੀ, ਗੁਰ ਪਰਮੇਸ਼ਰ ਏਕੋ ਜਾਨ ਜਿਹੜਾ ਨਾ, ਇਹ ਮੈਂ ਦੋ ਤਿੰਨ ਤਰੀਕਿਆਂ ਦੇ ਨਾਲ ਇਹਦਾ ਦੱਸ ਦਿੰਦਾ ਵਾਂ। ਬਹੁਤ ਗੁਰੂ ਜਿਹੜਾ ਨਾ, ਇਸ ਤਰ੍ਹਾਂ ਕਹਿ ਲਓ ਵੀ ਗੁਰੂ ਦੇ ਇੱਕ ਹੱਥ ਦੇ ਵਿੱਚ ਸਿੱਖ ਦਾ ਹੱਥ ਹੈ, ਤੇ ਗੁਰੂ ਦੇ ਦੂਜੇ ਹੱਥ ਵਿੱਚ ਪ੍ਰਭੂ ਦਾ ਹੱਥ ਹੈ। ਤੇ ਗੁਰੂ ਕੀ ਕਰਦਾ ਹੈ? ਸਿੱਖ ਦੇ ਹੱਥ ਨੂੰ ਪ੍ਰਭੂ ਦੇ ਹੱਥ 'ਚ ਮਿਲਾ ਦਿੰਦਾ ਹੈ। ਗੁਰੂ ਦਾ ਇੱਕ ਕਾਜ ਹੈ। ਗੁਰੂ ਤੋਂ ਬਿਨਾਂ ਕਿਸੇ ਨੇ ਰੱਬ ਨੂੰ ਪਾਇਆ ਨਹੀਂ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਕਿਸੇ ਨੇ ਪ੍ਰਭੂ ਨੂੰ ਪਾਇਆ ਨਹੀਂ ਹੈ। ਤੇ ਇਸ ਤੋਂ ਅਗਲੀ ਤੁਕ ਹੈਗੀ, ਸਤਿਗੁਰੂ ਵਿੱਚ ਆਪ ਰੱਖੇ ਹੋਣ। ਪ੍ਰਭੂ ਨੇ ਗੁਰੂ ਨੂੰ ਆਪਣੇ 'ਚ ਟਿਕਾਇਆ ਹੋਇਆ ਹੈ। ਪ੍ਰਭੂ ਨੇ ਗੁਰੂ ਨੂੰ ਆਪਣੇ 'ਚ ਲੀਨ ਕੀਤਾ ਹੈ। ਸਤਿਗੁਰੂ ਵਿੱਚ ਆਪ ਰੱਖੇ ਹੋਣ ਕਿਵੇਂ? ਮਾਨੋ ਹਨੇਰੇ ਕਮਰੇ ਦੇ ਵਿੱਚ ਮੈਂ ਬੈਠਾ ਹੋਇਆ, ਤੇ ਹਨੇਰੇ ਕਮਰੇ 'ਚ ਅਚਾਨਕ ਸੂਰਜ ਦੀ ਰੋਸ਼ਨੀ ਦੀ ਕਿਰਨ ਕਮਰੇ 'ਚ ਦਾਖਲ ਹੋਈ, ਚੀਥ ਵਿੱਚੋਂ ਅੰਦਰ ਐਂਟਰ ਹੋਈ, ਤੇ ਉਦੋਂ ਮੇਰਾ ਕਮਰਾ ਰੋਸ਼ਨੀ ਦੇ ਨਾਲ ਭਰ ਗਿਆ। ਫਿਰ ਮੈਂ ਸੋਚਿਆ, ਜਿੱਥੋਂ ਇਹ ਰੋਸ਼ਨੀ ਦੀ ਕਿਰਨ ਆਈ ਹੈ, ਉੱਥੇ ਕਿੰਨੀ ਰੋਸ਼ਨੀ ਹੋਏਗੀ। ਜਦੋਂ ਮੈਂ ਇਸ ਕਿਰਨ ਦੇ ਰਸਤੇ ਤੇ ਤੁਰ ਪਿਆ, ਵੀ ਕਿਸ ਦੇਸ਼ ਚੋਂ ਆਈ ਹੈ ਇਹ ਕਿਰਨ, ਮੈਨੂੰ ਸੂਰਜ ਤੱਕ ਲੈ ਗਈ, ਕਿਤੇ ਸੂਰਜ ਤੋਂ ਆ ਰਹੀ ਹੈ। ਉਹੀ ਕਿਰਨ ਇੱਕ ਦਿਨ ਫਿਰ ਸੂਰਜ ਦਾ ਰੂਪ ਹੋਗੀ, ਕਿਉਂਕਿ ਸੂਰਜ ਦਾ ਹੀ ਉਹ ਇੱਕ ਹਿੱਸਾ ਸੀ, ਸੂਰਜ ਤੋਂ ਅਲੱਗ ਨਹੀਂ ਸੀ। ਉਹੀ ਕਿਰਨ ਜਿਹੜੀ ਮੈਨੂੰ ਕਿਰਨ ਨਜ਼ਰ ਆ ਰਹੀ ਸੀ, ਹੁਣ ਮੈਨੂੰ ਸੂਰਜ ਦਿਸਣ ਲੱਗ ਗਈ ਹੈ। ਮੈਂ ਉਹਦੇ ਤੇ ਰਸਤੇ ਤੇ ਤੁਰ ਕੇ ਸੂਰਜ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਗੁਰੂ ਜਿਹੜਾ ਮੇਰੀ ਜ਼ਿੰਦਗੀ 'ਚ ਪ੍ਰਕਾਸ਼ ਕਰਦਾ ਹੈ, ਇਹੀ ਗੁਰੂ ਜਦੋਂ ਇਸ ਰਸਤੇ ਤੇ ਤੁਰਦਾ ਚਲਾ ਜਾਂਦਾ ਵਾ, ਇਹੀ ਗੁਰੂ ਫਿਰ ਰੱਬ ਹੋ ਜਾਂਦਾ ਵੈ। ਤੇ ਇੱਥੇ ਗੁਰੂ ਸਰੀਰ ਦੀ ਗੱਲ ਨਹੀਂ ਹੈ, ਗੁਰੂ ਹੈ ਬਾਣੀ, ਗੁਰੂ ਹੈ ਸ਼ਬਦ। ਉਹ ਬਾਣੀ ਜਿਹਨੇ ਮੇਰੇ ਜੀਵਨ ਵਿੱਚ ਅੰਧਕਾਰ ਹਨੇਰਾ ਕੱਟ ਕੇ ਮੈਨੂੰ ਗਿਆਨ ਦੀ ਰੋਸ਼ਨੀ ਦਿੱਤੀ। ਜਦੋਂ ਮੈਂ ਇਸ ਗੁਰੂ ਬਾਣੀ ਦੇ ਰਸਤੇ ਤੇ ਚੱਲ ਪੈਣਾ, ਤੇ ਜਿਸ ਸੂਰਜ ਤੋਂ ਆ ਰਹੀ ਹੈ ਕਿਰਨ, ਉਹ ਉਸੇ ਸੂਰਜ ਦਾ ਪਾਰਟ ਹੈ, ਉਹਦਾ ਹਿੱਸਾ ਹੈ। ਸੂਰਜ ਹੀ ਤੇ ਹੈ ਜਿਹਨੂੰ ਕੱਲ ਤੱਕ ਇਹ ਕਿਹਾ ਸੀ ਬਾਣੀ ਗੁਰੂ, ਗੁਰੂ ਹੈ ਬਾਣੀ, ਫਿਰ ਉਸੇ ਨੂੰ ਕਹਿ ਦਿੱਤਾ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਤੇ ਰੱਬ ਹੈ। ਇਸੇ ਕਰਕੇ ਇਹਨੂੰ ਰੱਬ ਦਾ ਰੂਪ ਦਿੱਤਾ। ਸ਼ਬਦ ਕਹਿ ਲਓ, ਬਾਣੀ ਕਹਿ ਲਓ, ਇਹਨੂੰ ਰੱਬ ਕਿਹਾ। ਇੱਕ ਹੋਰ ਚੀਜ਼, ਬਾਣੀ ਨੂੰ ਇਹ ਨਹੀਂ ਕਿਹਾ ਇਹ ਰੱਬ ਵਰਗੀ ਹੈ, ਨਹੀਂ। ਜੇ ਵਰਗੀ ਹੈ ਤੇ ਇਹਦਾ ਮਤਲਬ ਰੱਬ ਵੱਖਰਾ ਤੇ ਬਾਣੀ ਵੱਖਰੀ ਹੈ। ਸ਼ਬਦ ਰੱਬ ਵਰਗਾ ਨਹੀਂ ਹੈ ਵੀ ਸ਼ਬਦ ਵੱਖਰਾ ਤੇ ਰੱਬ ਵੱਖਰਾ ਹੈ, ਵੀ ਸ਼ਬਦ ਰੱਬ ਵਰਗਾ ਹੈ, ਨਹੀਂ। ਸ਼ਬਦ ਹੀ ਰੱਬ ਹੈ, ਰੱਬ ਹੀ ਸ਼ਬਦ ਹੈ। ਕਿਵੇਂ? ਇਸ ਦੁਨੀਆ ਤੇ ਇੱਕੋ ਹੀ ਥਿਰ ਹੈ ਬਸ, ਪ੍ਰਭੂ, ਹੋਰ ਕੋਈ ਨਹੀਂ।
ਤੇ ਕਿਸੇ ਨੇ ਪੰਚਮ ਪਾਤਸ਼ਾਹ ਨੂੰ ਸਵਾਲ ਕੀਤਾ, ਤੁਸੀਂ ਕਹਿੰਦੇ ਹੋ ਬਾਣੀ ਹਮੇਸ਼ਾ ਰਹੇਗੀ, ਕਿੰਨਾ ਕੁ ਚਿਰ ਰਹੇਗੀ? ਕਹਿਣ ਲੱਗੇ ਸਦਾ। ਪੁੱਛਿਆ ਕਦੀ ਮੁੱਕੇਗੀ ਵੀ? ਕਹਿਣ ਲੱਗੇ ਹਾਂ ਮੁੱਕ ਜਾਏਗੀ। ਪੁੱਛਿਆ ਸ਼ਬਦ ਕਦੋਂ ਮੁੱਕੇਗਾ? ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ ਵੀ ਸ਼ਬਦ ਉਦੋਂ ਮੁੱਕੇਗਾ ਜਦੋਂ ਰੱਬ ਮੁੱਕੇਗਾ। ਸਵਾਲ ਕਰਨ ਵਾਲਾ ਹੈਰਾਨ ਹੋਇਆ ਵੀ ਰੱਬ ਤੇ ਕਦੀ ਮੁੱਕਣਾ ਨਹੀਂ। ਸਤਿਗੁਰੂ ਕਹਿਣ ਲੱਗੇ ਫਿਰ ਸ਼ਬਦ ਨੇ ਵੀ ਕਦੀ ਨਹੀਂ ਮੁੱਕਣਾ, ਉਹੀ ਹੈ ਇਹ। ਪਿੱਚਰ ਮੂਲ ਨਾ ਥੁੜਿੰਦੋ ਜਿੱਚਰ ਆਪ ਕਿਰਪਾਲ। ਜਿੰਨਾ ਚਿਰ ਰੱਬ ਹੈ ਨਾ ਉਹਨਾਂ ਚਿਰ ਨਹੀਂ ਮੁੱਕਣਾ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨਮਾਲ। ਇਹੀ ਰੱਬ ਹੈ। ਇਹੀ ਕਾਰਨ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਗੁਰੂ ਨੂੰ ਰੱਬ ਦਾ ਰੂਪ ਕਿਹਾ ਗਿਆ। ਜਿਵੇਂ ਸਤਿਗੁਰ ਦੇ ਬਾਰੇ ਅਸੀਂ ਪੜ੍ਹਦੇ ਹਾਂ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਉਹਨੂੰ ਪੁਰਖ ਵਿਦਾਤਾ ਕਹਿ ਦਿੱਤਾ ਪ੍ਰਭੂ ਨੂੰ, ਰੱਬ ਨੂੰ। ਇਸੇ ਤਰ੍ਹਾਂ ਅਸੀਂ ਹੋਰ ਵੀ ਪੜ੍ਹਦੇ ਹੈਗੇ ਹਾਂ ਗੁਰੂ ਦੇ ਬਾਰੇ ਕਿ ਮੇਰਾ ਗੁਰੂ ਕਿਹੜਾ ਹੈ? ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਅਸੀਂ ਰੱਬ ਕਰਕੇ ਮੰਨਿਆ ਗੁਰੂ ਨੂੰ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰੂ ਸਤਿਗੁਰ ਕੇ ਬਚਨ ਹਰ ਹਮ ਜਾਣੇ। ਜਾਂ ਅਸੀਂ ਕਹਿ ਦਿੱਤਾ ਗੁਰ ਕਾ ਸ਼ਬਦ ਲਗੋ ਗੁਰ ਮੀਠਾ, ਲਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਡੀਠਾ। ਗੁਰ ਸੁਖਦਾਤਾ ਗੁਰ ਕਰਤਾਰ, ਇਹ ਰੱਬ ਹੈ ਮੇਰੇ ਲਈ। ਗੁਰ ਸੁਖਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਜਾਂ ਅਸੀਂ ਪੜ੍ਹਦੇ ਹਾਂ ਗੁਰ ਨਾਰਾਇਣ ਦਈ ਗੁਰ, ਗੁਰ ਸੱਚਾ ਸਿਰਜਣਹਾਰ। ਅਸੀਂ ਗੁਰੂ ਨੂੰ ਨਾਰਾਇਣ ਤੇ ਦਿਆਲੂ ਕਹਿ ਦਿੱਤਾ, ਸਿਰਜਣਹਾਰ ਕਹਿ ਦਿੱਤਾ। ਜਾਂ ਅਸੀਂ ਪੜ੍ਹਦੇ ਹਾਂ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੇ। ਇਹ ਤੇ ਰੱਬ ਹੈ। ਜਾਂ ਅਸੀਂ ਗੁਰਬਾਣੀ ਚ ਪੜ੍ਹਦੇ ਹਾਂ ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਈ ਤਰਾਏ। ਜਾਂ ਅਸੀਂ ਪੜ੍ਹਦੇ ਹੈਗੇ ਆ ਗੁਰ ਅੰਮ੍ਰਿਤ ਨਾਮ ਪਿਆਲਿਆ, ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁੱਖ ਲੱਥ। ਬਹੁਤ ਥਾਵਾਂ ਤੇ ਗੁਰੂ ਨੂੰ ਪਰਮੇਸ਼ਰ ਕਿਹਾ। ਉਹ ਸਿਰਫ ਇਸ ਕਰਕੇ ਕਿਹਾ ਹੈਗਾ ਜਿੰਨਾ ਚਿਰ ਮੈਂ ਰੱਬ ਨੂੰ ਨਹੀਂ ਮਿਲਿਆ ਉਹਨਾਂ ਚਿਰ ਮੇਰਾ ਗੁਰੂ ਇੱਕ ਕਿਰਨ ਦੀ ਤਰ੍ਹਾਂ ਰਸਤਾ ਦਿਖਾ ਰਿਹਾ ਹੈ ਰੱਬ ਦੇ ਘਰ ਦਾ। ਜਿੱਦਣ ਮੈਂ ਰੱਬ ਦੇ ਘਰ ਪਹੁੰਚ ਜਾਂਦਾ ਉਦਣ ਇਹ ਕਿਰਨ ਸੂਰਜ ਦਾ ਹੀ ਪਾਰਟ ਹੈ, ਸੂਰਜ ਦੇ ਵਿੱਚ ਹੀ ਸਮਾਈ ਹੋਈ ਹੈ, ਉਦਣ ਮੈਨੂੰ ਗੁਰੂ ਹੀ ਰੱਬ ਦਿਸਣ ਲੱਗ ਜਾਂਦਾ ਹੈ। ਫਿਰ ਗੁਰ ਪਰਮੇਸ਼ਰ ਇੱਕ ਹੋ ਜਾਣ ਵਾਲੀ ਅਵਸਥਾ ਹੋ ਜਾਂਦੀ ਹੈ। ਹਾਂਜੀ ਨੈਕਸਟ ਜਿਨ੍ਹਾਂ ਦਾ ਹੈਂਡ ਰੇਜ਼ ਹੈ ਗੁਰਦੀਪ ਕੌਰ। ਗੁਰਦੀਪ ਕੌਰ ਜੀ ਪਲੀਜ਼ ਅਨਮਿਊਟ ਕਰ ਲਓ ਜੀ। ਹਾਂਜੀ ਵੀਰ ਜੀ, ਜਿਹੜਾ ਅਸੀਂ ਇਹ ਪੜਿਆ ਨਾ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਔਰ ਆਪ ਜੀ ਨੇ ਕਿਹਾ ਕਿ ਹੱਥ ਲਿਖਤ ਪੀਰਾਂ ਵਿੱਚ ਗੁਰੂ ਹੈ। ਫਿਰ ਇਹਦੇ ਵਿੱਚ ਕੀ ਮਤਲਬ ਉਹਦਾ ਬਣ ਜਾਏਗਾ? ਗੁਰੂ ਮੁਖ ਦੇਖ ਕੇ ਗੁਰੂ ਅਮਰਦਾਸ ਜੀ ਦਾ ਮੁਖ ਦੇਖ ਕੇ ਤੇ ਗੁਰੂ ਰਾਮਦਾਸ ਜੀ ਨੇ ਸੁਖ ਪਾਇਆ, ਇਹ ਆਏਗਾ ਜੀ? ਨਹੀਂ ਨਹੀਂ, ਇੱਥੇ ਗੁਰੂ ਦਾ ਅਰਥ ਵੱਡਾ ਹੋ ਜਾਏਗਾ, ਵੱਡਾ ਸੁਖ ਪ੍ਰਾਪਤ ਕਰ ਲਿਆ। ਅੱਛਾ, ਗੁਰੂ ਦਾ ਅਰਥ ਵੱਡਾ ਹੁੰਦਾ ਹੈ। ਠੀਕ ਹੈ। ਰੱਬ ਨੂੰ ਵੀ ਅਨੇਕ ਥਾਵਾਂ ਤੇ ਗੁਰ ਕਿਹਾ ਹੈਗਾ, ਕਬੀਰ ਵੀ ਕਿਹਾ, ਗੁਰ ਵੀ ਕਿਹਾ। ਕਬੀਰ ਨਾਮ ਭਗਤ ਕਬੀਰ ਜੀ ਦਾ ਵੈ ਗੁਰ, ਅਸੀਂ ਗੁਰੂ ਸਾਹਿਬਾਨਾਂ ਨੂੰ ਸਤਿਕਾਰ ਨਾਲ ਕਹਿੰਦੇ ਹਾਂ। ਪਰ ਬਹੁਤ ਥਾਵਾਂ ਤੇ ਗੁਰ ਤੇ ਕਬੀਰ ਰੱਬ ਵਾਸਤੇ ਆਇਆ ਵੀ ਉਹ ਵੱਡੇ ਨੇ। ਇੱਥੇ ਗੁਰ ਦਾ ਮਤਲਬ ਵੱਡਾ। ਠੀਕ ਹੈ। ਹਾਂਜੀ ਨੈਕਸਟ ਗੁਰਮੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬੇਨਤੀ ਹੈ ਵੀਰ ਜੀ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਬਹੁਤ ਹੀ ਵਹਿਮ ਭਰਮ ਕੱਢ ਰਹੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੀ ਕਿਰਪਾ ਰੱਖੇ। ਵੀਰ ਜੀ ਕੱਲ ਸਵਾਲ ਜਵਾਬ ਦੇ ਵਿੱਚ ਇੱਕ ਹਲੰਤ ਵਰਡ ਦੀ ਮੈਨੂੰ ਅਜੇ ਵੀ ਕਨਫਿਊਜ਼ਿੰਗ ਹੈ। ਕਹਿੰਦੇ ਸੀ ਕਿ ਗਿਆਨੀ ਜੀ ਆਉਣਗੇ ਤਾਂ ਉਹਨਾਂ ਕੋਲੋਂ ਥੋੜਾ ਹੋਰ ਕਲੀਅਰ ਹੋ ਜਾਏਗਾ, ਤੇ ਜੇ ਤੁਸੀਂ ਕਿਰਪਾ ਕਰੋ ਤੇ ਉਹਦੇ ਬਾਰੇ ਦੱਸ ਦਿਓ। ਹਾਂਜੀ, ਆਮ ਤੌਰ ਤੇ ਹਲੰਤ ਕਿਹਾ ਜਾਂਦਾ ਵੀ ਅੱਧਾ ਹਾਹਾ, ਪਰ ਉਹ ਗਲਤ ਹੈਗਾ ਵੈ। ਇੱਥੇ ਹਾਹੇ ਨਾਲ ਹਲੰਤ ਦਾ ਕੋਈ ਸੰਬੰਧ ਨਹੀਂ ਹੈਗਾ। ਤਾਂ ਹਾਹਾ ਜਿੱਥੇ ਆਏਗਾ ਉੱਥੇ ਉਹਦਾ ਮੂੰਹ ਖੱਬੇ ਪਾਸੇ ਨੂੰ ਖੁੱਲਿਆ ਹੋਏਗਾ, ਅੱਧੇ ਯੇ ਦਾ ਮੂੰਹ ਸੱਜੇ ਪਾਸੇ ਨੂੰ ਖੁੱਲਿਆ ਹੋਏਗਾ। ਹਲੰਤ ਹੁੰਦਾ ਇੱਕ ਛੋਟੀ ਜਿਹੀ ਲਾਈਨ ਥੱਲੇ ਖਿੱਚੀ ਹੁੰਦੀ ਹੈ, ਲਕੀਰ ਜੀ। ਮੈਂ ਇੱਥੇ ਦਿਖਾ ਵੀ ਦਿੰਦਾ, ਜੇ ਮੈਨੂੰ ਹੁਣੇ ਮਿਲ ਵੀ ਜਾਏ ਤੇ ਉਹ ਛੋਟੀ ਜਿਹੀ ਇੱਕ ਲਕੀਰ ਹੁੰਦੀ ਹੈ ਖਿੱਚੀ ਹੋਈ। ਇਹਦਾ ਨਾਮ ਹੈਗਾ ਹਲ। ਹਲ ਕਹਿੰਦੇ ਨੇ ਜਿਹੜਾ ਖੇਤਾਂ 'ਚ ਵਾਹਿਆ ਜਾਂਦਾ ਹੈ। ਜਦੋਂ ਖੇਤਾਂ 'ਚ ਵਾਹੁੰਦੇ ਨੇ ਤੇ ਉਦੋਂ ਉਸ ਹਲ ਦਾ ਕੰਮ ਹੁੰਦਾ ਵੈ ਮਿੱਟੀ ਨੂੰ ਦੋ ਹਿੱਸਿਆਂ 'ਚ ਕਰੀ ਜਾਣਾ। ਜਦੋਂ ਹਲ ਵਹਿੰਦੇ ਨਾ ਉਦੋਂ ਦੋ ਵੱਟਾਂ ਬਣ ਜਾਂਦੀਆਂ ਨੇ, ਦੋ ਹਿੱਸਿਆਂ 'ਚ ਮਿੱਟੀ ਹੋ ਜਾਂਦੀ ਹੈ। ਹਲ ਮਿੱਟੀ ਨੂੰ ਕੱਟ ਦਿੰਦਾ ਹੈਗਾ ਉਹ ਹਲ। ਤੇ ਅੰਤ ਇਸੇ ਕਰਕੇ ਇਹਦਾ ਨਿਸ਼ਾਨ ਹਲ ਵਰਗਾ ਹੋਏਗਾ, ਟੇਢਾ ਜਿਹਾ। ਹਲੰਤ ਦਾ ਨਿਸ਼ਾਨ ਹਲ ਵਰਗਾ ਮਿਲੇਗਾ ਤੁਹਾਨੂੰ, ਟੇਢਾ ਜਿਹਾ। ਤੇ ਅੰਤ ਮੈਨੇ ਅਖੀਰ, ਐਂਡ, ਅੱਖਰ ਦੇ ਅਖੀਰ ਤੇ ਜਾ ਕੇ ਜਦੋਂ ਹਲ ਬਣਿਆ ਨਾ
ਉਹਦਾ ਨਾਂ ਪੈ ਗਿਆ ਹਲ ਪਲੱਸ ਅੰਤ, ਹਲੰਤ। ਹਾਂਜੀ, ਉਹਦਾ ਨਾਂ ਪੈ ਗਿਆ ਹਲੰਤ। ਤੇ ਹਲੰਤ ਦਾ ਕੰਮ ਕੀ ਹੈ? ਅੱਖਰ ਨੂੰ ਅੱਧਾ ਕਰ ਦੇਣਾ, ਕੱਟ ਦੇਣਾ ਵਿਚਕਾਰ ਤੋਂ। ਹਲ ਜਿਵੇਂ ਹਲ ਜ਼ਮੀਨ ਤੇ ਵਹਿੰਦਾ ਵੇ, ਉਹ ਮਿੱਟੀ ਨੂੰ ਦੋ ਹਿੱਸਿਆਂ ਚ ਵੰਡ ਦਿੰਦਾ ਹੈ। ਜਦੋਂ ਆਹ ਵਾਲਾ ਅੱਖਰ ਦੇ ਅੰਤ ਵਾਲਾ ਹਲ, ਜਦੋਂ ਇਹ ਵਗਦਾ ਵੇ, ਉਹ ਅੱਖਰ ਦੇ ਦੋ ਟੁਕੜੇ ਕਰ ਦਿੰਦਾ ਹੈ। ਤੇ ਇਹ ਪੰਜਾਬੀ ਚ ਨਹੀਂ ਹੈਗਾ, ਇਹ ਸੰਸਕ੍ਰਿਤ ਵਿੱਚ ਹੈ, ਕਿਉਂਕਿ ਸੰਸਕ੍ਰਿਤ ਵਿੱਚ ਹਰ ਅੱਖਰ ਦੇ ਦੋ ਰੂਪ ਮੰਨੇ ਜਾਂਦੇ ਨੇ। ਇੱਕ ਅ ਨਾਲ ਜ਼ਰੂਰ ਜੋੜਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮੈਂ ਇੱਥੇ ਹੁਣ ਕੱਢ ਕੇ ਰੱਖਿਆ, ਮੈਂ ਦਿਖਾਣਾ। ਮੰਨੋ ਗਲਤੀ ਲਿਖਣਾ ਨਾ, ਗਲਤੀ ਗ ਨਾਲ ਅ ਜ਼ਰੂਰ ਲੱਗੇਗਾ। ਗ ਪਲੱਸ ਅ ਬਣ ਗਿਆ ਗ, ਲ ਪਲੱਸ ਅ ਬਣ ਗਿਆ ਲ, ਟ ਪਲੱਸ ਈ ਬਣ ਗਿਆ ਤੀ, ਗਲਤੀ। ਤੇ ਜੇ ਕਿਤੇ ਗਲਤੀ ਦੇ ਲੱਲੇ ਦੇ ਪੈਰ ਚ ਹਲੰਤ ਆ ਗਿਆ, ਦੇਖੋ ਆ ਹਲ ਵਰਗਾ ਨਿਸ਼ਾਨ ਹੈ ਟੇਢਾ ਜਿਹਾ, ਜਿਵੇਂ ਹਲ ਨਹੀਂ ਖੇਤਾਂ ਚ ਵਾਹੁੰਦੇ, ਅੱਖਰ ਦੇ ਅੰਤ ਵਿੱਚ ਹੈ, ਅਖੀਰ ਚ। ਇਹਦਾ ਨਾਂ ਪੈ ਗਿਆ ਹਲ ਅੰਤ, ਹਲੰਤ। ਇਹਨੇ ਲੱਲੇ ਦਾ ਟੁਕੜਾ ਕਰ ਦਿੱਤਾ। ਉਹ ਕਿਵੇਂ? ਗ ਦੇ ਨਾਲ ਅ ਤੇ ਹੈਗਾ, ਲ ਦੇ ਨਾਲ ਉਹਨੇ ਅ ਕੱਟ ਦਿੱਤਾ, ਤ ਦੇ ਨਾਲ ਈ ਵੀ ਹੈ। ਪਹਿਲਾਂ ਅਸੀਂ ਪੜ੍ਹਦੇ ਸੀ ਗਲਤੀ, ਹੁਣ ਗਲਤੀ ਨਹੀਂ ਪੜ੍ਹਦੇ, ਹੁਣ ਪੜ੍ਹਦੇ ਗਲਤੀ। ਲ ਬਣ ਗਿਆ, ਲ ਦੀ ਬਜਾਏ ਗਲਤੀ, ਗਲਤੀ ਤੇ ਗਲਤੀ, ਬਸ ਇੰਨਾ ਕੁ ਹੈ। ਇਸੇ ਤਰ੍ਹਾਂ ਗੁਰਬਾਣੀ ਚ ਆਂਦਾ ਸ਼ਰਨ ਤੁਮਾਰੀ ਆਇਓ, ਮ ਅੱਧਾ ਬੋਲਿਆ ਜਾਏਗਾ, ਮੰਮੇ ਦੇ ਪੈਰ ਚ ਹਲੰਤ ਹੈ। ਬੰਨ ਉਠਾਈ ਪੋਟਲੀ, ਬੰਨ ਨਹੀਂ, ਬੰਨ ਉਠਾਈ ਗਲਤ ਹੋ ਜਾਏਗਾ, ਬੰਨ ਉਠਾਈ ਪੋਟਲੀ। ਨ ਦੇ ਨਾਲ ਅ ਨਹੀਂ ਬੋਲਿਆ ਜਾਏਗਾ। ਇਹ ਸੰਸਕ੍ਰਿਤ ਦਾ ਰੂਲ ਹੈ, ਸਾਡੀ ਪੰਜਾਬੀ ਵਿੱਚ ਨਹੀਂ ਹੈਗਾ, ਇਸ ਕਰਕੇ ਇਹਨੂੰ ਹਲੰਤ ਕਿਹਾ ਜਾਂਦਾ ਹੈਗਾ। ਧੰਨਵਾਦ ਜੀ। ਹਾਂਜੀ, ਨੈਕਸਟ ਜੀ ਡਾਕਟਰ ਅਮਰਜੀਤ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਆਨੰਦ ਆ ਰਿਹਾ। ਤੇ ਮੈਂ ਥੋੜਾ ਜਿਹਾ, ਮੈਂ ਕਿ ਤੁਸੀਂ ਇੰਨੀ ਰਿਸਰਚ ਕੀਤੀ ਹੈ ਪੁਰਾਤਨ ਗ੍ਰੰਥਾਂ ਦੀ ਤੇ ਗੁਰਬਾਣੀ ਦੀ, ਤੇ ਤੁਹਾਨੂੰ ਕੁਝ ਕਿਧਰੇ ਕੋਈ ਮਿਲਿਆ ਇਹ ਨੌਲੇਜ ਕਿ ਜਿਹੜੀ ਪ੍ਰਿੰਟਡ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦਾ, ਇਹ ਕਿਹੜੇ ਸਾਲ ਦੇ ਵਿਚਕਾਰ ਬਣਾਇਆ ਗਿਆ? ਕਿਹੜੇ ਭਗਤ ਗੁਰਮੁਖਾਂ ਨੇ, ਗੁਰਸਿੱਖਾਂ ਨੇ ਬੈਠ ਕੇ ਇਸ ਦਾ ਬਣਾਇਆ, ਵਰਡਸ ਬਣਾਏ, ਸੈਪਰੇਟ ਵੀ ਕੀਤੇ? ਤੇ ਨਾਲ ਤੀਸਰੀ ਗੱਲ ਕਿ ਕੀ ਨਾਮ ਹੈ, ਕਿਹੜੀਆਂ ਸਰੂਪਾਂ ਨੂੰ ਉਹਨਾਂ ਨੇ ਆਪਣਾ ਰੈਫਰੈਂਸ ਸਮਝਿਆ, ਲਾਈਕ ਕਰਤਾਰਪੁਰੀ ਬੀੜ ਜਾਂ ਦਮਦਮੀ ਬੀੜ, ਜਾਂ ਜਿਹੜੇ ਤੁਸੀਂ ਪੁਰਾਤਨ ਸਰੂਪ ਜਿਹੜੇ ਦੱਸਦੇ ਪਏ ਹੋ, ਨੰਬਰ 1, ਨੰਬਰ 8, ਕਿਹੜੇ ਨੰਬਰ ਚ ਦੱਸੇ ਨੇ, ਉਹਨਾਂ ਚੋਂ ਕਿਹੜੇ ਸਰੂਪਾਂ ਨੂੰ, in case there is any historical evidence, maybe there isn't any। ਚਲੋ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹਾਂਜੀ, ਇਹ ਤੁਹਾਡੇ ਸਵਾਲ ਦਾ ਜਵਾਬ ਵੈਸੇ ਬਹੁਤ ਲੰਮਾ ਹੈਗਾ, ਕਿਉਂਕਿ ਕਾਫੀ ਸਵਾਲ ਵਿੱਚ ਇਕੱਠੇ ਹੋ ਗਏ ਨੇ। ਮੈਂ ਬਿਲਕੁਲ ਸੰਖੇਪ ਚ ਥੋੜਾ ਦੱਸ ਦਿੰਦਾ, ਅਗਲੀ ਵਾਰ ਮੈਂ ਪੂਰੀ ਡਿਟੇਲ ਸਨ ਤੇ ਤਰੀਕਾ ਸਮੇਤ ਮੈਂ ਆਪ ਨੂੰ ਦੱਸ ਦਿਆਂਗਾ। ਇਹ ਸਭ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਨੇ ਛਾਪਾਖਾਨਾ ਟਾਈਪ ਲਗਾਇਆ ਸੀਗਾ, ਤੇ ਉਦੋਂ ਪੰਜਾਬੀ ਦਾ ਕਾਇਦਾ ਬਣਾਇਆ ਸੀ। ਤੇ ਇੱਕ ਮੁਨਸ਼ੀ ਫਕੀਰ ਚੰਦ ਜੀ ਹੋਏ ਨੇ ਲਾਹੌਰ ਦੇ, ਤੇ ਇੱਕ ਲੁਧਿਆਣੇ ਪਹਿਲਾ ਛਾਪਾਖਾਨਾ ਲੱਗਿਆ। ਪਰ ਲਾਹੌਰ ਦੇ ਵਿੱਚ ਜਿਹੜਾ ਪੱਥਰ ਦੇ ਛਾਪੇ ਸੀਗੇ, ਤੇ ਲੁਧਿਆਣੇ ਦੇ ਵਿੱਚ ਜਿਹੜਾ ਛਾਪਾਖਾਨਾ ਲੱਗਿਆ, ਉਹ ਚ ਪ੍ਰਿੰਟਿੰਗ ਜਿਹੜਾ ਟਾਈਪਿੰਗ ਨਾਲ ਕੀਤੀ ਗਈ। ਜਿਹਦਾ ਪਹਿਲਾ ਪੰਜਾਬੀ ਦਾ ਕਾਇਦਾ ਊੜਾ ਐੜਾ ਜਿਹੜਾ ਸੀਗਾ, ਉਹ ਸਭ ਤੋਂ ਪਹਿਲਾਂ ਛਪਿਆ ਸੀ। ਤੇ ਇਹ ਸਾਰਾ ਐਫਰਟ ਕੀਤਾ ਸੀ ਅੰਗਰੇਜ਼ਾਂ ਨੇ। ਉਹ ਇਸ ਕਰਕੇ ਕੀਤਾ ਸੀ ਵੀ ਸਾਨੂੰ ਨੌਲੇਜ ਮਿਲੇ ਵੀ ਇਹ ਵੱਖ-ਵੱਖ ਕੌਮਾਂ ਦੇ ਕੋਲ ਕਿਹੜਾ ਗਿਆਨ ਹੈਗਾ ਵੈ। ਇਸ ਕਰਕੇ ਪੰਜਾਬੀਆਂ ਦਾ ਗਿਆਨ ਲੈਣ ਵਾਸਤੇ ਉਹਨਾਂ ਨੇ ਪੰਜਾਬੀ, ਤੇ ਸਿੱਖਾਂ ਦਾ ਗਿਆਨ ਲੈਣ ਵਾਸਤੇ ਗੁਰਬਾਣੀ, ਉਹਨਾਂ ਨੇ ਇਹ ਪ੍ਰਿੰਟ ਕਰਾਣੀ ਸ਼ੁਰੂ ਕਰ ਦਿੱਤੀ ਸੀ। ਤੇ ਉਸ ਸਮੇਂ ਹੁਣ ਕੋਈ ਵੀ ਜਥੇਬੰਦੀ ਜਾਂ ਤਖਤਾਂ ਦੇ ਉੱਪਰ ਪਏ ਹੋਏ ਹੱਥ ਲਿਖਤ ਸਰੂਪ ਤੇ ਕਿਸੇ ਨੇ ਦੇਣੇ ਨਹੀਂ ਉਹਨਾਂ ਨੂੰ। ਤੇ ਨੈਚੁਰਲ ਜਿਹੜਾ ਵੀ ਆਸ-ਪਾਸ ਉਹਨਾਂ ਨੂੰ ਕੋਈ ਸਰੂਪ ਮਿਲ ਗਿਆ, ਉਹਨਾਂ ਨੇ ਉਸੇ ਦੀ ਟਾਈਪਿੰਗ ਕਰਾਈ। ਤੇ ਪਹਿਲਾ ਜਿਹੜਾ ਪੱਥਰ ਦੇ ਛਾਪੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਿਆ, ਉਸ ਤੋਂ ਬਾਅਦ ਟਾਈਪਿੰਗ ਦੇ ਉੱਪਰ ਫਿਰ ਦੁਬਾਰਾ ਇਹਨੂੰ ਛਾਪਿਆ ਗਿਆ ਸੀਗਾ। ਤੇ ਉਦੋਂ ਛਾਪਣ ਦੇ ਸਮੇਂ ਪੰਜਾਬੀ ਤੇ ਟਾਈਪਿਸਟ ਹੁੰਦੇ ਨਹੀਂ ਸਨ। ਇਸ ਕਰਕੇ ਜਿਹੜੇ ਉਹਨਾਂ ਦੇ ਪੰਜਾਬੀ ਸਿਖਾਏ ਹੋਏ ਬੰਦੇ ਸੀਗੇ, ਉਹਨਾਂ ਨੇ ਟਾਈਪਿਸਟ ਜਿਹੜੇ ਸੀ, ਉਹਨਾਂ ਨੂੰ ਬਕਾਇਦਾ ਪੰਜਾਬੀ ਸਿਖਾਈ ਹੋਈ ਸੀਗੀ। ਤੇ ਉਹਨਾਂ ਨੇ ਫਿਰ ਇਹਦੀ ਪ੍ਰੂਫ ਰੀਡਿੰਗ ਕੀਤੀ। ਤੇ ਜਿੰਨੀ ਕੋ ਪੰਜਾਬੀ ਜਾਣਦੇ ਸੀ, ਉਨੀ ਕੁ ਪ੍ਰੂਫ ਰੀਡਿੰਗ ਆਪਣੇ ਵੱਲੋਂ ਤਾਂ ਬੈਸਟ ਕੀਤੀ ਹੋਏਗੀ। ਤੇ ਜਿਹੜਾ ਸਰੂਪ ਉਹਨਾਂ ਕੋਲ ਉਸ ਟਾਈਮ ਤੇ ਉਪਲਬਧ ਸੀਗਾ, ਉਸੇ ਦੀ ਉਹਨਾਂ ਨੇ ਕੀਤੀ। ਬਾਅਦ ਵਿੱਚ ਉਸੇ ਦੀਆਂ 1430 ਪੰਨੇ ਜਦੋਂ ਬਣ ਗਏ, ਜਾਂ 29 ਕੁਝ ਕਹਿੰਦੇ ਨੇ, ਕੁਝ 30 ਕਹਿੰਦੇ ਨੇ, ਕੁਝ ਕਹਿੰਦੇ ਰਾਗਮਾਲਾ ਨਹੀਂ, ਕੁਝ ਕਹਿੰਦੇ ਨੇ, ਉਹ ਵੱਖਰਾ ਇੱਕ ਵਿਸ਼ਾ ਹੈਗਾ। ਜਦੋਂ 1430 ਪੰਨੇ ਬਣ ਗਏ, ਫਿਰ ਅੱਗੋਂ ਉਸੇ ਦੇ ਹੀ ਰੂਪ ਜਿਹੜੇ ਨੇ ਕਾਪੀਆਂ ਅੱਗੋਂ ਬਣਨੀਆਂ ਸ਼ੁਰੂ ਹੋ ਗਈਆਂ, ਉਤਾਰੇ ਉਹਨਾਂ ਦੀ ਹੋਣ ਲੱਗ ਪਏ ਸੀਗੇ। ਤੇ ਹਾਲਾਂਕਿ ਹੱਥ ਲਿਖਤ ਸਰੂਪਾਂ ਦੇ ਪੰਨਿਆਂ ਦੀ ਗਿਣਤੀ ਵੱਖ-ਵੱਖ ਹੈਗੀ ਹੈ। ਪੱਤਰੇ ਵੱਖ ਨੇ, ਪੱਤਰੇ 'ਚ 2 ਪੰਨੇ ਆ ਜਾਂਦੇ ਨੇ, ਤੇ
ਜੇ ਮੰਨ ਲਓ 917 ਪੱਤਰੇ ਨੇ ਜਾਂ 935 ਪੱਤਰੇ ਨੇ ਤੇ ਉਹਨੂੰ ਡਬਲ ਕਰ ਲਓ, ਉਨੇ ਪੰਨੇ ਬਣ ਜਾਣਗੇ ਏਦਾਂ। ਤੇ ਉਸ ਸਮੇਂ ਇੰਨਾ ਕੁਝ ਉਪਲਬਧ ਨਹੀਂ ਸੀ। ਜਿਹੜੀ ਬੀੜ ਵੀ ਹੱਥ ਲਿਖਤ ਸਾਹਮਣੇ ਉਹਨਾਂ ਨੂੰ ਮਿਲ ਗਈ ਕਿਸੇ ਪਿੰਡ ਚੋਂ ਜਾਂ ਕਿਸੇ ਤੋਂ ਵੀ ਮਿਲ ਗਈ ਸੀ, ਉੱਥੋਂ ਉਹਨਾਂ ਨੇ ਉਹ ਟਾਈਪਿੰਗ ਕਰਵਾ ਲਈ ਸੀ, ਜਿਹੜੀ 1430 ਪੰਨੇ ਬਣ ਗਏ ਤੇ ਅੱਗੋਂ ਉਸੇ ਦੀ ਅੱਜ ਤੱਕ ਉਹ ਚੱਲਦੀ ਆ ਰਹੀ ਹੈਗੀ ਹੈ। ਬਾਅਦ ਵਿੱਚ ਕਾਫੀ ਸੋਧਾਂ ਹੋਈਆਂ, ਇਹ ਨਹੀਂ ਹੋਈਆਂ। ਜਦੋਂ ਸ਼੍ਰੋਮਣੀ ਕਮੇਟੀ ਦਾ ਸਮਾਂ ਆਇਆ, ਉਹਨਾਂ ਨੇ ਕਾਫੀ ਠੀਕ ਉਹਨਾਂ ਨੇ ਸੋਧਾਂ ਵਿੱਚ ਕੀਤੀਆਂ ਨੇ ਪ੍ਰਾਚੀਨ ਹੱਥ ਲਿਖਤ ਬੀੜਾਂ ਨਾਲ ਮੇਲ ਕਰਕੇ, ਪਰ ਸਾਰਾ ਕੁਝ ਨਹੀਂ ਕੀਤਾ ਗਿਆ। ਇਹਦੇ ਵਿੱਚ ਜਿਹੜਾ 5 ਨੰਬਰ ਬੀੜ ਜਿਹੜੀ ਹੈਗੀ ਹੈ ਤੇ 1 ਨੰਬਰ ਬੀੜ ਹੈ, ਉਹ ਸਭ ਤੋਂ ਜ਼ਿਆਦਾ ਸ਼ੁੱਧ ਮੰਨੀ ਗਈ ਹੈ। ਤੇ ਇੱਥੋਂ ਤੱਕ ਕਿਹਾ ਜਾਂਦਾ ਕਿ 2 ਬੀੜਾਂ ਜਿਹੜੀਆਂ ਹੱਥ ਲਿਖਤ ਗੁਰੂ ਸਾਹਿਬ ਦੇ ਜ਼ਮਾਨੇ ਦੀਆਂ, ਉਹ ਹਜ਼ੂਰ ਸਾਹਿਬ ਪਈਆਂ ਸਨ, ਜਿਹੜੀਆਂ ਮੈਂ ਉੱਥੇ ਪ੍ਰੋਫੈਸਰ ਦਾ ਉਹਦਾ ਨਾਮ ਨਹੀਂ ਲਵਾਂਗਾ, ਉਹਨੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਨਾਲ ਮਿਲ ਕੇ ਉਹਨੂੰ ਥੋੜੇ ਜਿਹੇ ਪੈਸੇ ਦੇ ਕੇ ਉਹ ਜਿਹੜੀਆਂ ਸਭ ਤੋਂ ਦੁਰਲਭ ਸੀਗੀਆਂ, ਸਭ ਤੋਂ ਜ਼ਿਆਦਾ ਪ੍ਰਮਾਣਿਕ ਸੀ, ਉਹ ਬੀੜਾਂ ਚੁਕਵਾ ਕੇ ਆਪਣੇ ਘਰ ਰੱਖ ਲਈਆਂ ਲਾਇਬ੍ਰੇਰੀ 'ਚ। ਅੱਜ ਉਹਦੇ ਘਰ ਵਿੱਚੋਂ ਵੀ ਉਹ ਹੁਣ ਗਾਇਬ ਨੇ, ਤੇ ਹੁਣ ਉਹ ਹੋਰ ਕੋਈ ਬੀੜਾ ਦਿਖਾਉਂਦਾ ਵੀ ਆਹ ਬੀੜਾ ਲੈ ਕੇ ਆਇਆ ਸੀ ਜੀ ਮੈਂ ਤਾਂ, ਜਿਹਦੇ ਵਿੱਚ ਕਾਫੀ ਰਲਾ ਮਿਲਾ ਹੈਗਾ। ਪਰ ਓਰੀਜਨਲ ਜਿਹੜੀਆਂ ਉਹ ਖੁਰਦਪੁਰ ਜਾਣ ਬੁੱਝ ਕੇ ਸ਼ਾਇਦ ਕੀਤੀਆਂ ਗਈਆਂ, ਕਿਉਂਕਿ ਉਹਦਾ ਜਿਹੜਾ ਪਿਛੋਕੜ ਹੈਗਾ ਉਹ RSS ਦੇ ਨਾਲ ਜੁੜਦਾ ਹੈਗਾ। ਤੇ ਇਸ ਕਰਕੇ ਜਿਹੜੀ ਪ੍ਰਮਾਣਿਕ ਅੱਜ ਜਿਹੜੀਆਂ ਸਾਡੇ ਕੋਲ 2 ਪਈਆਂ ਨੇ, ਉਹ 1 ਨੰਬਰ ਤੇ 5 ਨੰਬਰ ਬੀੜ ਸਭ ਤੋਂ ਜ਼ਿਆਦਾ ਪ੍ਰਮਾਣਿਕ ਸਮਝੀ ਜਾ ਰਹੀ ਹੈ, ਜਿਹਦੇ ਤੋਂ ਅੱਜ ਸਾਨੂੰ ਸੇਧ ਲੈ ਲੈਣੀ ਚਾਹੀਦੀ ਹੈਗੀ ਹੈ। ਤੇ ਜਾਂ ਵਿਆਕਰਨ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਮਿਲ ਬੈਠ ਕੇ ਇਸ ਸੰਬੰਧੀ ਪਾਠਾਂ ਦੇ ਭੇਦ ਨਿਸ਼ਚਿਤ ਕਰ ਲੈਣੇ ਚਾਹੀਦੇ ਨੇ, ਤਾਂ ਕਿ ਆਉਣ ਵਾਲੇ ਸਮੇਂ ਏਕਾ ਹੋ ਜਾਏ। ਇੱਥੇ ਇੱਕ ਹੋਰ ਸਵਾਦਲੀ ਗੱਲ ਦੱਸਾਂ ਮੈਂ, ਕਿ ਤਾਂ ਕਿ ਕੁਰਾਨ ਸ਼ਰੀਫ, ਜਿਹਨੂੰ ਕੁਰਾਨ ਮਜੀਦ ਜਿਹਦੇ ਸੈਂਕੜੇ ਨਾਮ ਨੇ, ਉਹਦੇ ਵੀ ਬਹੁਤ ਪਾਠ ਭੇਦਾਂ ਵਾਲੇ ਕੁਰਾਨਾਂ ਜਿਹੜੀਆਂ ਸਨ ਉਹ ਪ੍ਰਚਲਿਤ ਸਨ। ਮੁਸਲਿਮ ਵੀਰ ਸਾਡੇ ਨਾਲੋਂ ਐਡਵਾਂਸ ਨਿਕਲੇ। ਉਹਨਾਂ ਨੇ ਕੀ ਕੀਤਾ, ਸਾਰੇ ਚੋਟੀ ਦੇ ਵਿਦਵਾਨਾਂ ਨੂੰ ਇੱਕ ਵੱਡੇ ਸਾਰੇ ਹਾਲ 'ਚ ਬੰਦ ਕਰ ਦਿੱਤਾ, ਖਾਣ ਪੀਣ ਸਾਰਾ ਕੁਝ ਦੇਵਾਂਗੇ, ਜਿੰਨੇ ਦਿਨ ਮਰਜ਼ੀ ਰਹੋ, ਪਰ ਇੱਕ ਕੁਰਾਨ ਕਰਕੇ ਬਾਹਰ ਨਿਕਲਿਓ। ਸਾਰੇ ਸੋਰਸਸ ਉਹਨਾਂ ਨੂੰ ਦੇ ਦਿੱਤੇ। ਉਹਨਾਂ ਵਿਦਵਾਨਾਂ ਨੇ ਮਿਲ ਕੇ ਸਾਰੇ ਸੋਰਸਸ ਨੂੰ ਵਾਚਿਆ, ਔਰ ਕਈ ਦਿਨ ਲਗਾਤਾਰ ਉਹ ਵਿਚਾਰਦੇ ਰਹੇ। ਅਖੀਰ ਤੇ ਇੱਕ ਨਿਰਣੇ ਤੇ ਪਹੁੰਚ ਗਏ ਵੀ ਆਹ ਕੁਰਾਨ, ਆਹ ਉਹਦੀ ਸ਼ਬਦਾਵਲੀ, ਆਹ ਪਾਠ ਭੇਦ, ਉਹਦਾ ਪਾਠ ਬਿਲਕੁਲ ਸ਼ੁੱਧ ਹੈ। ਤੇ ਬਾਹਰ ਨਿਕਲੇ ਤੇ ਉਹਨਾਂ ਨੇ ਉਹ ਪ੍ਰਬੰਧਕਾਂ ਨੂੰ ਉਹ ਦਿੱਤੀ ਬਾਕੀ ਕੁਰਾਨ ਸ਼ਰੀਫ ਵੀ ਆਹ ਕੁਰਾਨ ਸ਼ਰੀਫ ਸੀ, ਉਹਨਾਂ ਨੇ ਸਾਰਿਆਂ ਨੇ ਅੱਗ ਲਾ ਕੇ ਸਾੜ ਦਿੱਤੀਆਂ। ਅੱਜ ਇਸਲਾਮਿਕ ਜਗਤ ਵਿੱਚ ਇੱਕੋ ਹੀ ਕੁਰਾਨ ਹੈਗੀ ਹੈ, ਜਿਹੜਾ ਸਾਰੇ ਪਾਠ ਸਾਰੀਆਂ ਕੁਰਾਨਾਂ ਦੇ ਇੱਕੋ ਜਿਹੇ ਨੇ। ਸਿੱਖ ਕੌਮ ਨੂੰ ਘੱਟੋ ਘੱਟ ਅੱਜ, ਕਿਉਂਕਿ ਹੁਣ ਬੜਾ ਐਡਵਾਂਸ ਜ਼ਮਾਨਾ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ, ਹੱਥ ਲਿਖਤ ਪ੍ਰਮਾਣਿਕ ਬੀੜਾਂ ਨੂੰ ਵਿਚਾਰ ਕੇ ਵਾਚ ਕੇ ਇੱਕ ਸਰੂਪ ਪ੍ਰਮਾਣਿਕ ਤਿਆਰ ਕਰ ਲੈਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਗਲਤ ਨੇ, ਗੁਰੂ ਗ੍ਰੰਥ ਸਾਹਿਬ ਬਿਲਕੁਲ ਠੀਕ ਨੇ, ਗੁਰੂ ਸਾਹਿਬ ਠੀਕ ਹੀ ਲਿਖ ਕੇ ਦੇ ਗਏ ਨੇ। ਸਾਡੀਆਂ ਇਨਸਾਨਾਂ ਦੀਆਂ ਗਲਤੀਆਂ, ਜਦੋਂ ਅਸੀਂ ਟਾਈਪਿੰਗ ਕੀਤੀਆਂ ਉਦੋਂ ਅਸੀਂ ਗਲਤੀਆਂ ਕਰ ਗਏ ਹਾਂ ਟਾਈਪਿੰਗ ਦੇ ਵਿੱਚ। ਗੁਰਬਾਣੀ ਤੇ ਬਿਲਕੁਲ ਸ਼ੁੱਧ ਹੈ, ਹੱਥ ਲਿਖਤ ਬੀੜਾਂ 'ਚ ਸਾਡੇ ਕੋਲ ਪਈ ਹੋਈ ਹੈ, ਸਿਰਫ ਉਹਨੂੰ ਇੱਕ ਸਹੀ ਸਰੂਪ ਦੇਣ ਦੀ ਲੋੜ ਹੈਗੀ ਹੈ। ਧੰਨਵਾਦ ਜੀ।